रेड पवाती मेरी रेड CRP ने बहुत बड़ी रेड मारी। मेरा सीरी मेरे बजुर्ग CS स्टाफ बठिंडे वाले लैके चक के बजुर्गों भी हाँ बजुर्गों भी घर की तलाशी ली बहुत बड़ी इन्होंने बाद उन्होंने चलो हो गई निबड़ गई। बाद उन्होंने प्रैस की प्रैस कानफ्रेंस मतलब कि 3-4 दिन बाद मैंने 3 दिन वो लैके गए इतों ही 3 दिन इंटरोगेट करते रहे CS स्टाफ हाँ CS स्टाफ भी लै जाते थे। एक है थर्मलपाल भी इन्होंने बनाया सेंटर जिहा अच्छा उत्थे ले फिरते रहे तो इंटरोगेट करते मैं कोई न्याय नहीं दिता। खीर जो सुखदेव सिंह सीगा जीने कांगड़ वाला 3 दिन बाद मेरे सामने लिया खड़ा करता कहते इन्हूं जानदा यार 3 दिन वो खुल खाई जाना तू इन्हूं जानदा। मैं ही बहुत चंगी तरह जानदा मैं बहुत चंगी तरह जानदा। कहते समान कित्थे पिया मैं इहने रखे इहनूं पुछ लो मतलब कि हालांकि रखिया नहीं सी उन्हें मैं कहा जी इहने रखे इहनूं पुछो। फिर उन्होंने ਉਹਨੂੰ खिच लिया कहते हाले झूठ मार समान तू रख के आया तो ना ਉਹਦਾ ਲਈ जाना। तो होई निबड़ी गल जी मेरे तो उन्होंने प्रैस कानफ्रेंस करके 4-5 दिन बाद मेरे पिता जी ने छड्डता मेरे सीरी नूं भी छड्डता। तो उन्होंने मेरे एक थॉमसन मशीन गन तो 100 कारतूस पा दे। हाँ जत्थेबंदी सिंगी सी कपूरथला तो कोई ਉਹਦਾ रिश्तेदार ਚੱਕ ਲਿਆ ਸੀ पता की ऐ जी गल सी समझे ਹੁਣ मर गए तो ਉਹਨੂੰ ਛੱਡਣ ਲਈ ਮਜਬੂਰ ਹੋਣਾ ਪਿਆ। ਤੇ ਮੇਰੀ ਹਾਲਤ ਇੰਨੀ ਨਾਜ਼ੁਕ ਸੀਗੀ ਸਿੰਘਣੀ ਨੇ ਮੈਨੂੰ ਛੱਡਤਾ ਤੇ ਮੈਨੂੰ ਐ ਕੰਬਲ 'ਚ ਪਾਇਆ ਪੂਆ ਤੇ ਕੰਬਲੀ ਮਸ਼ਹੂਰ ਸੀ ਇਹ ਸਾਹਿਬ ਜੀ ਅਲਫ ਨੰਗੀ ਹਾਲਤ ਵਿੱਚ ਤੇ ਦਗੜ ਕਰਦਾ ਜਿਹੜਾ ਹੁੰਦਾ ਮੁੰਸ਼ੀ ਜਿਹਾ ਹੁੰਦਾ ਸੀ ਸਟਾਫ ਦਾ ਉਹ ਮੇਰੇ ਕੋਲ ਆਇਆ। ਉਹ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਣਾ ਭਾਵੇਂ ਬੰਦਾ ਕਬੰਦਾ ਨੂੰ ਦੇਖਦੇ ਹੋ ਇੱਥੋਂ ਭਾਵੇਂ ਜਦੋਂ ਫਲਾਣਾ ਉੱਤੇ ਉਹ ਐਂ ਕਰੀ ਜਾਣਾ ਆਪਸ ਵਿੱਚ ਹੀ ਇੱਕ ਦੂਜੇ ਨੂੰ ਲੱਗੇ ਰਹੇ ਤੇ ਕੱਪੜੇ ਪਾਓਏ ਮੈਂ ਹੈ ਕਰਮ ਜਿਹੜੇ ਕੱਪੜੇ ਪਵਾਈ ਜਾਂਦੇ ਅੱਜ ਤੇਰੇ ਵਾਲਾ ਕੰਮ ਹੋ ਜੀ ਤੁਹਾਨੂੰ ਸੇ ਮੁਕਾਬਲਾ ਕਰ ਦਿੰਦੇ ਹਾਂ ਵੀ ਮੈਂ ਮੁਕਾਬਲਾ ਹੋਊਗਾ ਆਹ ਦਾ ਬਲਕਿ ਸੋਚ ਆ ਮੇਰੀ ਆਉਦੀ ਮੁਕਾਬਲਾ ਬਣਾ ਵੀ ਮੈਂ ਅੱਜ ਹੋਊ ਕਿਉਂਕਿ ਮੁਕਾਬਲੇ ਇਸੇ ਤਰ੍ਹਾਂ ਹੀ ਬਣਦੇ ਰਹੇ ਹਾਂ ਬਣਦੇ ਰਹੇ ਆ। ਅੱਛਾ ਇਹ ਜੋ ਦੌਰਾਨ ਇਹਨਾਂ ਨੇ ਭਾਈ ਸ਼ਮਸ਼ੇਰ ਸਿੰਘ ਬੱਬਰ ਭੁੱਲਰ ਇੱਕ ਗੱਲ ਹੋ ਗਈ ਜੇ ਟਾਰਚਰ ਵਾਲੀ ਗੱਲ ਲਈ मतलब कि मुगलों के जोड़े तशद्दद होर सकते थे मुगलों के हाँ जो मुगलों के टॉर्चर से मूलियां मारनियां चरखड़ियां चढ़ाती ਜਾਂ तुम्बा कर देने है ना वो तशद्दद होर ਜਿਹੜੇ आ पंजाब पुलिस मैं हैरान आ सिख कितों आई आ ਜਿਹੜੇ टॉर्चर करते हैं ढंग आ नवेकले ढंग बकायदा इन्होंने ट्रेनिंग दी जाती है टॉर्चर करते और किसी कानून च नहीं है लोग किसी कानून च नहीं है कानून ਦੀਆਂ ਧੱਜੀਆਂ ਉੜਦੀਆਂ ਨੇ हाँ जी ਅਣਮਨੁੱਖੀ ਫਰੀਦਕੋਟ CS ਸਾਹਿਬ ਡਾਕਟਰ ਦਲਾਲ ਸੀ CMO ਜੀ ਦਲਾਲ ਸੀਗਾ CMO ਉਸ ਟਾਰਚਰ ਕਰਨ ਲੱਗੇ ਨੂੰ ਡਾਕਟਰ ਦਲਾਲ ਨੂੰ ਕੋਲੇ ਭਾਲ ਦਿੰਦੇ ਸੀਗੇ ਡਾਕਟਰ ਨੂੰ ਵੀ ਆ ਮਰੇ ਨਾ ਤੂੰ ਜਿੱਥੋਂ ਤੂੰ ਉਂਗਲੀ ਖੜੀ ਕਰਦੀ ਉੱਥੇ ਛੱਡ ਦੇਣਾ CMO ਨੂੰ ਬਿਠਾਉਂਦੇ ਸੀ ਹਾਂ ਉਹ ਇਹ ਭਾਉਂਦਾ ਕਰ ਰਹੇ ਜੇ ਕੋਈ ਬੰਦਾ ਮਰ ਜਾਂਦਾ ਸਿੰਘ ਪੋਸਟਮਾਰਟਮ ਦੀ ਰਿਪੋਰਟ ਵੀ ਉਹਨੇ ਲਿਖਣੀ ਹੁੰਦੀ ਸੀ। ਫਿਰ ਮਰਜੀ ਪੋਸਟਮਾਰਟਮ ਸਿੰਘ ਦਾ ਮਰਿਆ ਹੁੰਦਾ ਸਾਈਨਡ ਖਾ ਕੇ ਮਤਲਬ ਇਹੋ ਜਿਹੇ ਡਾਕਟਰਾਂ ਨੂੰ ਫਿਰ ਡਾਕਟਰੀ ਜਿਹੜਾ ਪੇਸ਼ਾ ਹੈ ਜਾਂ ਬਦਨਾਮ ਕੀਤਾ ਜੀ ਬਦਨਾਮ ਕੀਤਾ ਔਰ ਉਸ ਰੁਤਬੇ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ ਲਾਹਨਤ ਹੈ ਇਹੋ ਜਿਹੇ ਡਾਕਟਰਾਂ ਨੂੰ ਜਿਹੜੇ ਵਿਕ ਚੁੱਕੇ ਸੀ ਉਦੋਂ ਨਹੀਂ ਕਾਰ ਰੇ ਕੇ ਗਏ ਪਤਾ ਗੱਲ ਜੀ ਉਹ ਜਿਹੜੀ ਪੋਸਟ ਮਰਿਆ ਹੁੰਦਾ ਸਿੰਘ ਸਾਈਨਡ ਕਰਕੇ ਸ਼ਹੀਦ ਹੋਇਆ ਹੁੰਦਾ ਤੇ ਉਹਦੇ ਮਾਰੀਆਂ ਹੁੰਦੀਆਂ ਗੋਲੀਆਂ ਪੋਸਟਮਾਰਟਮ ਦੇ ਵਿੱਚ ਤਾਂ ਸਾਈਨਡ ਹੀ ਹੁੰਦੀਆਂ ਤੂੰ ਫੜਦੀ ਆ ਕੰਧਾ ਕੋਠੇ ਟੱਪ ਬਾਰੀਆਂ ਲੁਕੋ ਸਾਰਾ ਟੱਪ ਪਾਸੇ ਬੰਦ ਕਰ ਉਹ ਸਿੰਘ ਨੂੰ ਫੜਦੇ ਉਹ ਚੋਰਾਂ ਵਾਂਗੂ ਆਉਂਦੇ ਆ ਚਲੋ ਕੁਛ ਵੀ ਕਰੋ ਜੀ ਹਨਾ ਤੇ ਸਭ ਤੋਂ ਪਹਿਲਾਂ ਉਹ ਸਿੰਘ ਦੇ ਕੱਪੜੇ ਪਾੜ ਦਿੰਦੇ ਆ ਕੱਪੜੇ ਪਾੜ ਦਿੰਦੇ ਲਾਹ ਦਿੰਦੇ ਸਾਰਾ ਕੁਛ ਸਭ ਤੋਂ ਪਹਿਲਾਂ ਗਾਤਰਾ ਲਾਉਂਦੇ ਆ ਸਾਡੇ ਇੱਥੇ CS ਸਾਹਿਬ ਫਰੀਦਕੋਟ ਘਟਨਾ ਵਾਪਰੀ ਇੱਕ ਬੇਅੰਤ ਸਿੰਘ ਸੀਗਾ ਪੰਜਾਬ ਪੁਲਿਸ 'ਚ ਪਰ CRP ਪਰ ਪੰਜਾਬ ਪੁਲਿਸ ਸੀ ਪੰਜਾਬ ਪੁਲਿਸ ਸੀਗਾ ਜੀ ਉਹ ਲੈਟਰਿਨ ਗਿਆ ਤੇ ਉਹਨੇ ਸ੍ਰੀ ਸਾਹਿਬ ਕੱਢਿਆ ਢਿੱਡ ਦੇ ਵਿੱਚ ਦੀ ਕਰਤਾ ਪਰ ਉਹ ਬਚ ਗਿਆ ਬਚਾ ਲਿਆ ਇਹਨਾਂ ਨੇ। ਉਸ ਤੋਂ ਬਾਅਦ ਇਹਦਾ ਪੱਕਾ ਹੀ ਹੋ ਗਿਆ ਵੀ ਪਹਿਲਾਂ ਸ੍ਰੀ ਸਾਹਿਬ ਲਵਾਓ ਠੀਕ ਨਹੀਂ ਵੀ ਕੱਪੜੇ ਤਾਂ ਉਹਦੇ ਵੀ ਸਾਈਡ ਨਾ ਕਰਨਾ ਇੱਥੇ ਕੂਲਰ ਦੇ ਵਿੱਚ ਲੁਕੋ ਕੇ ਜਾਂ ਇੱਥੇ ਕਿਤੇ ਸਾਈਡ ਨਾਲ ਲੁਕੋ ਕੇ ਰੱਖੀ ਹੋਵੇ ਅਲਫ ਨੰਗਾ ਕਰ ਦਿੰਦੇ ਉਹ
ਉੱਤੇ ਦੇ ਦਿੰਦੇ ਕੰਬਲ। ਹੂੰ ਹੂੰ ਮੇਰੇ ਕੋਲ ਸਮਝ ਗਈ ਨਹੀਂ, ਉੱਤੇ ਕੰਬਲ ਦੇ ਦਿੰਦੇ, ਚੱਕ ਕੇ ਜਿਪਸੀ ਛੱਡ ਦਿੰਦੇ, ਚੱਕ। ਉਦੋਂ ਬਾਅਦ ਫਿਰ ਅਗਲੀ ਕਹਾਣੀ ਸ਼ੁਰੂ ਹੋ ਜਾਂਦੀ ਆ। ਅਗਲੀ ਕਹਾਣੀ ਸਭ ਤੋਂ ਪਹਿਲਾਂ ਲੱਤਾਂ 100 ਡਿਗਰੀ ਤੇ ਪਾੜ ਦੇਣੀਆਂ। ਫਰੀਦਕੋਟ ਸਟਾਫ 'ਚ ਪਾਈਪ ਰੱਖੀ, ਆਮ ਘੋੜ ਰਹੇ ਬਾਹਰ, ਪਾਈਪ ਪੱਟਾਂ ਦੇ ਫੇਰਨੀ, ਉੱਤੇ ਜੰਪ ਮਾਰਨੇ, 10 ਦਾ 11 ਜਾਣੇ ਨੇ ਖੜ੍ਹ ਜਾਣਾ। ਬਿਜਲੀ ਦੀ ਜਿਹੜੀ ਆ ਇੱਕ ਇਹਨਾਂ ਕੋਲ ਮਸ਼ੀਨ ਜੀ ਆਪਣੀ, ਕੀ ਸਕੂਟਰ ਵਾਲੀ ਕਿਹੜੀ ਆਪਣੀ ਕਰੰਟ ਮਾਰਦੀ ਹੈ ਜੀ, ਕੋਈ ਘੁੰਮਦੀ ਜੀ ਆ, ਇੱਕ ਤਾਰ ਕੋਇਲ ਜਿਹੜੀ ਇੰਦਰੀ ਨੂੰ ਲਵੇਟ ਦੇਣੀ, ਇੱਕ ਹੱਥ 'ਚ ਰੱਖਣੀ, ਕਿਤੇ ਕੰਨ 'ਤੇ ਲਾ ਦੀ, ਕਿਤੇ ਕਾਦੇ ਲਾ ਦੀ, ਕਿਤੇ ਕਰੰਟ ਲਾਉਣਾ। ਹਾਂ, ਝਟਕਾ ਵੱਜਦਾ ਜੋ। ਜੀਰਾ ਤੇ ਫਰੀਦਕੋਟ ਸਟਾਫ ਵਾਲੇ ਤੇ ਕਿੱਲੇ ਘੱਟ ਕੇ ਰੱਖੇ ਸੀ, ਗੋਲ ਤਿੱਖੇ ਕਰਕੇ, ਉਹਦੇ 'ਤੇ ਬਹਾ ਦੇਣਾ ਕਿੱਲਿਆਂ। ਪੁੱਠਾ ਡੱਗਣਾ ਜਾਂ ਪਾਣੀ ਦੇ ਟੱਬ ਜਦੋਂ ਬੋਲਦਾ ਤਾਂ ਸੁਧਾਰ ਨਹੀਂ ਕਰਨਾ। ਇਹ ਮੈਨੂੰ ਇੱਕ ਗੱਲ ਹੋਰ, ਟਾਰਚ ਕਰਦੇ ਪੁੱਛਦੇ ਵੀ ਕੁਛ ਨਹੀਂ, ਇਹ ਵੀ ਗੱਲ ਆ। ਮੈਂ ਉਹਨੂੰ ਕਿਹਾ ਵੀ ਤੁਸੀਂ ਦੱਸੋ ਸੀ ਚਾਹੁੰਦੇ ਕੀ ਆ, ਸਿਰਫ ਟੌਰਚਰ ਕਰ, ਨਹੀਂ ਸੁਣਾ ਦੇ ਬਸ, ਸੌਖਾ ਕਹੋ ਜਾਂ ਐਵੇਂ ਕਿਸੇ ਨਾਲ ਇਹਦਾ ਫਲਾਣਾ ਕਿੱਥੇ ਦੱਸ। ਜਦੋਂ ਕਿ ਜਿਹਨੂੰ ਟੌਰਚਰ ਕੀਤਾ ਜਾ ਰਿਹਾ ਉਹਨੂੰ ਪਤਾ ਵੀ ਨਹੀਂ ਹੁੰਦਾ। ਨਾ ਹੀ ਨਾ, ਉੱਥੇ ਮੇਰਾ ਰਿਮਾਂਡ ਨਹੀਂ ਮਿਲਦਾ ਸੀਗਾ। ਜਦੋਂ ਰਿਮਾਂਡ ਮੈਂ ਟੁੱਡੀ ਪਿੰਡ ਸਾਡੇ ਕੋਲੇ, ਟੁੱਡੀ ਪਿੰਡ ਇੱਕ ਔਰਤ ਨੂੰ ਬੁੜੀ ਨੂੰ ਮਾਰ ਕੇ ਛੱਡ ਗਿਆ ਕੋਈ, ਉਹ ਵੀ ਮੇਰੇ ਤੇ ਪਾ ਕੇ ਰਿਮਾਂਡ ਲੈ ਲਿਆ। ਮਤਲਬ ਇੱਦਾਂ ਜਿਹੜੀ ਪੰਜਾਬ ਪੁਲਿਸ ਆ, ਮਤਲਬ ਅਧਿਕਾਰਾਂ ਦੀ ਇੱਦਾਂ ਇਹਨੇ ਦੁਰਵਰਤੋਂ ਕੀਤੀ ਔਰ ਕਰਦੀ ਹੈ। ਨਹੀਂ, ਅਧਿਕਾਰ ਤਾਂ ਇਹਦੇ ਕੋਲ ਸਾਰੇ ਆ, ਸਾਡੇ ਕੋਲ ਅਧਿਕਾਰ ਕੋਈ ਨਹੀਂ ਆ। ਜਿਹੜਾ ਫੜਿਆ ਜਾਂਦਾ ਉਹਦੇ ਕੋਲ ਕੋਈ ਅਧਿਕਾਰ ਨਹੀਂ ਆ। ਕੋਈ ਅਧਿਕਾਰ ਨਹੀਂ, ਉਹਦੇ ਕੋਲ ਕੋਈ ਅਧਿਕਾਰ ਨਹੀਂ। ਮਨੁੱਖੀ ਅਧਿਕਾਰਾਂ ਦਾ ਵੀ ਘਾਣ ਹੁੰਦਾ ਉੱਥੇ। 1991 ਦੇ ਵਿੱਚ ਜਦੋਂ ਭਾਈ ਸਗਰਾਮ ਸਿੰਘ ਹੁਣ ਸ਼ਹੀਦ ਕਰਦੇ ਆ, 2 ਬੀਬੀਆਂ ਪਤਾ ਨਹੀਂ ਕਿੱਥੋਂ ਦੀਆਂ ਸੀ, ਉਹਨਾਂ ਬਾਰੇ ਅਸੀਂ ਬਹੁਤ ਪੜਤਾਲ ਕੀਤੀ ਸੀ ਵੀ ਉਹ ਬੀਬੀਆਂ ਮਤਲਬ ਕਿ ਕਿੱਥੋਂ ਦੀਆਂ, ਕਿਵੇਂ, ਕਿੱਧਰ ਗਈਆਂ। ਸਿਰਫ ਉਹਨਾਂ ਦੀ ਕਦੇ ਕਦੇ ਸ਼ਾਮ ਨੂੰ ਆਵਾਜ਼ ਸੁਣਦੀ ਹੁੰਦੀ ਸੀ, ਟੀਚਰਾਂ ਦੀ ਜਾਂ ਸ਼ਰਾਬੀ ਪੁਲਿਸ ਵਾਲਿਆਂ ਦੀ, ਜਾਂ ਉਹਨਾਂ ਦੇ ਕੋਈ ਥੱਪੜ ਥੁੱਪੜ ਮਾਰਦਾ ਜਾਂ ਹੋਰ ਕੋਈ ਨਹੀਂ। ਬਾਅਦ 'ਚ ਕੋਈ ਪਤਾ ਲੱਗਾ ਉਹ ਬੀਬੀਆਂ ਨਿਮਾਣੀਆਂ ਕੌਣ ਸੀ, ਕਿੱਥੇ ਚਲੇ ਗਈ, ਕੀ ਕੀਤਾ ਉਹਦੇ ਨਾਲ। ਹਾਂ, ਕੀ ਕੀਤਾ, ਕਿੱਥੇ ਮਾਰਤੀ ਆ, ਛੱਡ ਦਿੱਤੀ। ਹਰਪਾਲ ਸਿੰਘ ਬਾਲਾ ਬੁਈਆਂ ਵਾਲੇ ਦਾ ਕੈਟ, ਇੱਕ ਟੀਮ ਸੀ ਬਚਨੇ ਬੁੱਚੜ ਦੀ, 10-11 ਜਣੇ ਫਰੀਦਕੋਟ ਸੀਏ ਸਟਾਫ 'ਚ। ਬਚਨਾ ਬੁੱਚੜ ਹੋਇਆ, ਤੁਲਸੀ ਹੋਇਆ, ਕੰਗ ਹੋਇਆ, ਬਿੱਲਾ ਹੋਇਆ, ਗੌਰ ਹੋਇਆ। ਇੱਕ ਤੁਲਸੀ ਸੀਗਾ ਚਮਿਆਰ ਆਪਣੀ, ਕੀ ਸੀਗਾ ਫਰੀਦਕੋਟ ਦਾ ਸੀਏ ਸਟਾਫ 'ਚ ਤੁਲਸੀ, ਤੇ ਉਹਦਾ ਭਰਾ ਵੀ ਸੀਗਾ ਪੁਲਿਸ 'ਚ, ਪਰ ਉਹ ਕਲੈਰੀਕਲ ਸਟਾਫ 'ਚ ਸੀਗਾ, ਮਹਿਕਮੇ ਸੀਗਾ। ਉਹ ਸ਼ਰਾਬੀ ਕਬਾਬੀ ਜਿਹਾ ਸੀ ਬੰਦਾ, ਉਹ ਤੋਂ ਆਹ ਕੁਛ ਝੱਲਿਆ ਨਾ ਗਿਆ, ਜੋ ਝੱਲਿਆ ਗਿਆ ਉਹਨੇ ਆਪਦੇ ਆਪ ਹੀ ਬਰਸ ਮਾਰ ਲਿਆ ਆਪਦੇ। ਪਰ ਪੁਲਿਸ ਨੇ ਉਹਨੂੰ ਵੀ ਬਚਾ ਲਿਆ। ਭਾਈ ਸਾਹਿਬ ਜਿਹੜੇ ਇਹਨਾਂ ਦੇ ਕੈਟ ਪਾਲੇ ਹੋਏ ਸੀਗੇ, ਸ਼ਾਮ ਨੂੰ ਆਹ ਬਾਬੇ ਬਣ ਜਾਂਦੇ ਸੀ, ਸ਼ਾਮ ਨੂੰ ਦਿਨ 'ਚ ਬਾਬੇ ਬਣ ਜਾਂਦੇ ਸੀ। ਪੁਲਿਸ ਦੀਆਂ ਜਿਪਸੀਆਂ ਇਹਨਾਂ ਨੂੰ ਤਾਰ ਆਉਂਦੀਆਂ ਸੀ ਹੱਡ ਹੱਡ। ਅੱਛਾ, ਬਾਬਿਆਂ ਦੇ ਭੇਸ 'ਚ। ਹਾਂ, ਬਾਬਿਆਂ ਦੇ। ਉਹ ਫਿਰ ਜਿਹੜੇ ਅੰਮ੍ਰਿਤਧਾਰੀ ਸਿੰਘ ਆ ਜਾਂ ਕੁਛ ਵੀ ਆ, ਜਾਂ ਇਸ ਲਾਈਨ ਵਾਲੇ ਕੋਈ ਹੁੰਦੇ ਬੰਦੇ, ਸੋਚ ਵਾਲੇ ਹੁੰਦੇ ਆ, ਉਹਨਾਂ ਦੇ ਘਰਾਂ 'ਚ ਜਾਂਦੇ ਸੀ। ਉਹਨਾਂ ਦੇ ਘਰਾਂ ਜਾ ਕੇ ਕਹਿੰਦੇ ਸੀ ਬਾਬੇ ਆਏ ਆ ਵੀ ਚਲੋ ਦੁੱਧ ਗਰਮ ਕਰੋ। ਹਾਂ, ਆਪਣੇ ਆਪ ਨੂੰ ਇਹ ਸਾਬਤ ਕਰਦੇ ਸੀ ਵਿੱਚ ਖਾੜ। ਹਾਂ, ਉਹ ਕੁੜੀ ਉਹ ਲੈ ਕੇ ਪਾ ਦੇ ਝੁਆਰੇ ਝੂਰੇ ਤੇ ਸੌਗੀ ਸੂਈ ਪਾ ਦੇ ਦੁੱਧ 'ਚ। ਅੱਛਾ, ਚਲੋ ਇਸ ਤਰ੍ਹਾਂ ਆਵਾਜ਼ਾਂ ਵੀ ਬਣਾਉਂਦੇ, ਕਿਤੇ ਗਲਤ ਕੰਮ ਵੀ ਕੀਤੇ ਨੇ ਬਹੁਤ ਜ਼ਿਆਦਾ, ਕਈ ਸਹੀ ਕੈਟਾਂ ਨੇ। ਹਾਂ, ਫਿਰ ਮੁੜ ਕੇ ਜਦੋਂ ਦੇਖਿਆ ਵੀ ਹੁਣ ਇਹਨਾਂ ਦਾ ਕੰਮ ਕਰਨਾ, ਫਿਰ ਉੱਥੇ ਹਥਲਾ ਰੱਖਿਆ ਹੋਣਾ, ਤੜਕੇ ਸਜਾ ਰੇਡ ਮਾਰ ਰੇਡ ਪਵਾ ਦੇ, ਨਾਲੇ ਆਪ ਆ ਜਾਣਾ। ਤੋ ਉਹਨਾਂ ਨੇ ਦੱਸਣਾ ਵੀ ਆਹ ਕੁਝ ਇੱਥੇ ਐਸਾ ਹਸਲਾ ਪਿਆ, ਚੱਕ ਲਿਆ ਨਾਲ ਪਰਿਵਾਰ, ਚੱਕ ਲਿਆ ਉਹਨਾਂ ਪੁਲਿਸ ਦੇ, ਉਹਨਾਂ ਦੇ ਵਿਚਾਰਿਆਂ ਦੇ ਨਜਾਇਜ਼ ਕੇਸ ਪਾ ਦੇਣਾ। ਮਤਲਬ ਜਿਹੜੇ ਨਜਾਇਜ਼ ਕੇਸ ਪੈਂਦੇ ਰਹੇ ਨੇ ਸਿੱਖ ਪਰਿਵਾਰਾਂ ਦੇ ਉੱਪਰ, ਇਹ ਕੈਟਾਂ ਦੀ ਦੇਣ ਸੀ ਇੱਕ ਬਹੁਤ ਵੱਡੀ, ਜਿਹੜੀ ਆਪਾਂ ਕਹਿ ਲਈਏ ਪੁਲਿਸ ਕੈਟ। ਹਾਂਜੀ, ਇਹ ਪੁਲਿਸ ਵਾਲੇ ਕੈਟਾਂ ਨੇ ਇਹ ਤਾਂ ਘਾਣ ਕਰਵਾਇਆ। ਅਜ਼ਾਰ ਆਲਮ ਦੀ ਸਾਈਡਾਂ ਤੁਸੀਂ ਸੁਣੀ ਹੋਣੀ, ਅਜ਼ਾਰ ਆਲਮ ਨੇ ਉਹਦੀਆਂ ਸਾਈਡਾਂ ਰੱਖੀ ਸੀ ਇਸ ਕੰਮ ਨੇ। ਪਹਿਲਾ ਮੁਕਾਬਲਾ ਮਾਲਵੇ ਵਿੱਚ ਹੋਇਆ, 36 ਘੰਟੇ ਚੱਲਿਆ। 36 ਘੰਟੇ? ਹਾਂਜੀ। ਨਰਮਾ ਸੀਗਾ ਉਸ ਵੇਲੇ ਫੁੱਲ ਨਰਮੇ ਦੇ ਵਿੱਚ, ਜਿਹਦੇ ਵਿੱਚ ਭਾਈ ਪਰਮਜੀਤ ਸਿੰਘ ਬੱਬਰ ਫੁੱਲੇ ਵਾਲਾ
ਤੇ ਗੁਰਮੇਲ ਸਿੰਘ ਸੈਕਟਰੀ ਤੇ ਇੱਕ ਸਿੰਘ ਸੀਗਾ ਬਾਲ ਦੇ ਕਲਾਂ ਦਾ। ਆ 3 ਸਿੰਘ ਸ਼ਹੀਦ ਹੁੰਦੇ ਆ। ਤੇ ਉਹ ਮੈਂ ਉਹਨਾਂ ਦੇ ਘਰੇ ਗਿਆ ਤੇ ਉੱਥੇ ਉਹ ਆਪਣੀ ਦਾਦੀ ਕੋਲੇ ਬੈਠੀ, ਛੋਟੀ ਜੀ ਸੀ ਜੀ, ਵੀਰਪਾਲ ਬੇਟੀ ਦਾ ਨਾਂ। ਤੇ ਗੱਲਾਂ ਕਰਨ ਲੱਗੇ, ਕਹਿੰਦੀ ਸਾਡੀ ਟੀਮ ਦੇ ਵਿੱਚ ਕੁਛ ਵੀਰ ਸੀਗੇ, ਕੁਛ ਵੀਰ ਭੱਜ ਗਏ। ਉਹਨਾਂ ਨੂੰ ਭਗੌੜੇ ਕਹੂਗਾ, ਉਹ ਬਾਹਰ ਭੱਜ ਭੁੱਜ ਗਏ। ਜਿਹੜੇ ਬਾਹਰ ਬੈਠੇ ਆ, ਜਿਹੜੇ ਬਾਹਰ ਬੈਠੇ ਭਗੌੜੇ ਆ, ਚੁੱਪ ਹੈ। ਹਾਂ ਚੁੱਪ ਆ, ਇਹੀ ਗੱਲ। ਇੱਥੇ ਬੈਠੇ ਵੀ ਚੁੱਪ ਨੇ। ਚਲੋ ਇਹਨਾਂ ਬਾਰੇ, ਇੱਥੇ ਬੈਠਿਆ ਬਾਰੇ ਉਹਨਾਂ ਨੂੰ ਸ਼ਰਮ ਚਾਹੀਦੀ ਹੈ ਜੇ ਚੁੱਪ ਆ। ਉਹ ਬੇਟੀ ਪਤਾ ਕੀ ਕਹਿੰਦੀ ਵੀਰਪਾਲ, ਕਹਿੰਦੀ ਅੰਕਲ ਪੜ੍ਹਨ ਨੂੰ ਤਾਂ ਬਹੁਤ ਜੀਅ ਕਰਦਾ, ਪਰ ਮੇਰੇ ਕੋਲ ਫੀਸ ਹੈ। ਮੈਂ ਪਰਮਜੀਤ ਸਿੰਘ ਰਾਣਵਾ, ਤੁਸੀਂ ਦੇਖ ਰਹੇ ਹੋ ਗੁਰਬਾਣੀ ਅਖੰਡ ਬਾਣੀ। ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਤਮਾਮ ਸਿੱਖ ਸੰਗਤਾਂ ਦਾ ਮੈਂ ਸਵਾਗਤ ਕਰਦਾ। ਗੁਰੂ ਦੀ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਪੰਥਕ ਚਿੰਤਕ, ਪੰਥਕ ਵਿਦਵਾਨ ਇਸ ਵਕਤ ਮੇਰੇ ਨਾਲ ਬੈਠੇ ਨੇ। ਭਾਈ ਕਰਮਜੀਤ ਸਿੰਘ ਸਿੱਖਾਂ ਵਾਲਾ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਲੰਬਾ ਸਮਾਂ ਤੁਸੀਂ ਜੇਲ੍ਹਾਂ ਕੱਟੀਆਂ, ਤਸ਼ੱਦਦ ਦਾ ਦੌਰ ਵੀ ਤੁਹਾਡੇ ਤੇ, ਅਣਮਨੁੱਖੀ ਤਸ਼ੱਦਦ ਵੀ ਤੁਸੀਂ ਆਪਣੇ ਪਿੰਡੇ ਤੇ ਸਹਾਰਿਆ, ਹੰਢਾਇਆ। ਉਹ ਦਰਦ, ਉਹ ਦੁੱਖ, ਸਭ ਕੁਝ ਆਪਣਾ, ਉਹ ਮੰਜ਼ਰ ਆਪਣੀਆਂ ਅੱਖਾਂ ਨਾਲ ਵੇਖਿਆ। ਕਾਰਨ ਕੀ ਸੀ? ਤੁਸੀਂ ਕਿਵੇਂ ਇਸ ਸੰਘਰਸ਼ ਦੇ ਵਿੱਚ ਆਉਂਦੇ ਹੋ? ਕਦੋਂ ਪਕੜੇ ਜਾਂਦੇ ਹੋ? ਫਿਰ ਜੇਲ੍ਹ ਦਾ ਜਿਹੜਾ ਸਾਰਾ ਸਫ਼ਰ ਹੈ, ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਅਸੀਂ। ਬਾਬਾ ਜੀ, ਇੱਕ ਗੱਲ ਹੋ ਰਹੀ, ਤੁਸੀਂ ਇੱਕ ਦੁੱਖ ਦੀ ਰਗ ਨੂੰ ਹੱਥ ਪਾ ਲਿਆ ਹੈ। ਦੁੱਖ ਦੀ ਰਗ ਨੂੰ ਮਤਲਬ ਮੈਂ ਗਲਤ ਨਹੀਂ ਬੋਲਿਆ ਜੀ। ਇੱਕ ਦੁੱਖ ਦੀ ਰਗ ਨੂੰ ਤੁਸੀਂ ਹੱਥ ਪਾ ਲਿਆ। ਇੱਕ ਵਰਿਆਂ ਦੇ ਜਿਹੜੇ ਜ਼ਖਮ ਸੀ ਸਾਡੇ, ਜਿਨ੍ਹਾਂ ਤੇ ਖਰੀਂਡ ਆ ਗਏ ਸੀਗੇ, ਉਹ ਤੁਸੀਂ ਅੱਜ ਫਿਰ ਛੇੜਨ ਲੱਗੇ ਆ। ਹਮਾਰੇ ਦਾਗ ਜਲਤੇ ਹੈ, ਉन्हें लगता ਦੀਵਾਲੀ ਹੈ। ਪਰ ਅਸੀਂ ਚਾਹੁੰਦੇ ਹਾਂ ਗੁਰਬਾਣੀ ਅਖੰਡ ਬਾਣੀ ਚੈਨਲ ਰਾਹੀਂ ਕਿ ਇਹ ਜਿਹੜੇ ਜ਼ਖਮ ਅੱਲੇ ਔਰ ਇਹਨਾਂ ਦਾ ਜਿਹੜਾ ਖਰੀਂਡ ਆ ਚੁੱਕਿਆ ਸੀ, ਮਤਲਬ ਇਹ ਜਿਹੜੇ ਜ਼ਖਮ ਨੇ ਪੰਥ ਨਾਲ ਸਾਂਝੇ ਕਰੋਗੇ ਤਾਂ ਜ਼ਰੂਰ ਪੰਥ ਨੂੰ, ਕੌਮ ਨੂੰ ਇਹਦੇ ਵਿੱਚੋਂ ਸੇਧ ਵੀ ਮਿਲੇਗੀ। ਇਸ ਲਈ ਦੇਖੋ ਬਾਬਾ ਜੀ, ਮੈਂ ਦੱਸਦਾ ਗੱਲ ਜੀ, ਸਾਨੂੰ ਕਿਸੇ ਨੇ ਆਵਾਜ਼ ਨਹੀਂ ਮਾਰੀ ਇਸ ਪਾਸੇ ਵੱਲ। ਹਾਂ, ਸੰਘਰਸ਼ ਵਾਲੇ ਪਾਸੇ ਵੱਲ ਆਉਣ ਵਾਸਤੇ ਸਾਨੂੰ ਕਿਸੇ ਨੇ ਆਵਾਜ਼ ਨਹੀਂ ਮਾਰੀ। ਜਦ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੀ, ਸਾਡੇ ਇਸ਼ਟ ਦੀ ਬੇਅਦਬੀ ਹੋਈ, ਸਾਡੇ ਗੁਰੂ ਸਾਹਿਬ ਸਰੂਪ ਦੀ ਬੇਅਦਬੀ ਹੋਈ। ਹੁਣ ਸਾਨੂੰ 1978 ਦੇ ਵਿੱਚ ਸਾਡੇ ਸਿੰਘ ਨਿਹੱਥੇ ਸਿੰਘ ਸ਼ਹੀਦ ਕੀਤੇ ਗਏ, ਨਿਰੰਕਾਰੀ ਨਰਕਧਾਰੀ ਸ਼ਹੀਦ ਕੀਤੇ ਗਏ। ਸਾਨੂੰ ਇੱਕ ਮਤਲਬ ਕਿ ਕਹਿ ਨਹੀਂ ਸਕਦੇ ਕਿ ਸਾਤੋਂ ਚੱਲੀ ਨਹੀਂ ਗਈ ਗੱਲ। ਉਸ ਨਰਕਧਾਰੀ ਕਾਂਡ ਦੇ ਵਿੱਚ ਭਾਈ ਫੌਜਾ ਸਿੰਘ ਹੋਰੀ, ਤੇਰਾ ਸਿੰਘ ਸ਼ਹੀਦ ਹੋਏ। ਸਿਰਫ ਉਹਨਾਂ ਕੋਲ ਛੋਟੀਆਂ ਕਿਰਪਾਨਾਂ ਸੀਗੀਆਂ, ਛੋਟੇ ਸ੍ਰੀ ਸਾਹਿਬ ਸੀਗੇ, ਉਹਨਾਂ ਦੀ ਪੂਰੀ ਤਿਆਰੀ ਸੀਗੀ। ਪ੍ਰਸ਼ਾਸਨ ਉਹਨਾਂ ਦੇ ਨਾਲ ਸੀਗਾ, ਬਿਲਕੁਲ। ਪੁਲਿਸ ਉਹਨਾਂ ਦੇ ਨਾਲ ਸੀਗਾ, ਬਿਲਕੁਲ। ਸਰਕਾਰੀ ਸਿਸਟਮ ਵੀ ਸਾਰਾ ਉਹਨਾਂ ਦੇ ਨਾਲ ਸੀਗਾ, ਬਿਲਕੁਲ ਨਾਲ ਸੀ। ਸਟੇਟ ਨਾਲ ਸੀਗੀ। ਆਪਣੇ ਸਿੰਘ ਜਿਹੜੇ ਸੀਗੇ, ਜਿਹੜੇ ਸਿੰਘ ਸ਼ਹੀਦ ਹੋਇਆ, ਉਸ ਜ਼ਖਮੀ ਵੀ ਹੋਏ 50-60 ਜ਼ਖਮੀ ਵੀ ਹੋਏ। ਭਾਈ ਡੀਐਸਪੀ ਹਜੂਰਾ ਸਿੰਘ ਵਰਗੇ ਖੱਡ ਕੇ ਜਿੱਥੇ ਉਹ ਸਿੰਘ ਜ਼ਖਮੀ ਵੀ ਹੋਇਆ। ਜਿਹੜੇ 13 ਸਿੰਘ ਸ਼ਹੀਦ ਹੋਏ, ਨਾਮ ਜਪਦੇ ਗਏ ਆ। ਬਿਲਕੁਲ। ਹਾਂ, ਭਾਈ ਅਮੋਲਕ ਸਿੰਘ ਵਰਗੇ ਉਹ ਜ਼ਖਮੀ ਹੋ ਗਏ ਸੀਗੇ, ਨਾਮ ਜਪਦੇ ਗਏ ਸਾਰੇ ਸਿੰਘ। ਉਹਨਾਂ ਨੇ ਕੋਈ ਗੋਲੀਆਂ ਦੀ ਵਾਛੜ ਕਰ ਦਿੱਤੀ। ਤੇ ਸਾਰੇ ਸਿੰਘ, ਪਹਿਲਾਂ ਜੀਵਨ ਸਿੰਘ ਉਮਰਾ ਨੰਗਲ ਸੀਗਾ ਕੋਈ ਮਿਨਿਸਟਰ ਉਸ ਵੇਲੇ, ਬਿਲਕੁਲ। ਉਹਨੂੰ ਕਿਹਾ ਇਹਨਾਂ ਨੇ ਜਾ ਕੇ ਵੀ ਆਹ ਰੋਕ, ਉਹਨੇ ਕੱਖ ਨਹੀਂ ਕੀਤਾ। ਉਸ ਮਿਨਿਸਟਰ ਨੇ ਕੱਖ ਨਹੀਂ ਕੀਤਾ ਜੀ, ਕਿਉਂਕਿ ਸਰਕਾਰੀ ਔਰ ਪੁਲਿਸ ਤੰਤਰ ਉਹਨਾਂ ਦੀ ਨਾਲ ਸੀ, ਮਦਦ ਤੇ। ਉਸ ਤੋਂ ਬਾਅਦ ਸਿੰਘ ਗਏ ਆ, ਨਿਹੱਥੇ ਸਿੰਘ ਗਏ, ਸਾਰੇ ਅਰਦਾਸ ਕਰਕੇ ਗਏ ਆ, ਉਸ ਸਿੰਘ ਸ਼ਹੀਦ ਹੋਏ ਆ। ਤੇ ਖੀਰ ਸਿੰਘਾਂ ਨੇ ਫੈਸਲਾ ਕੀਤਾ ਵੀ ਇਹਨਾਂ ਨੂੰ ਤਾਂ ਜਵਾਬ ਦੇਣਾ ਬਣਦਾ ਹੀ ਬਣਦਾ। ਸਿੰਘਾਂ ਨੇ ਕਮਰ ਕੱਸ ਲਏ। ਅੱਜ ਹੋਰ ਕੱਲ੍ਹ ਹੋਰ ਗੁਰਬਚਨਾ ਸੀ ਜਿਹੜਾ ਦਿੱਲੀ, ਉਹ ਸਿੰਘਾਂ ਨੇ ਭਾਈ ਰਣਜੀਤ ਸਿੰਘ ਹੁਣ ਜਥੇਦਾਰ ਨੇ, ਕਾਬਲ ਸਿੰਘ ਉਹਨਾਂ ਨੇ ਸੋਧਤਾ।
ਸੋਚਾ ਹਾਂ ਬਿਲਕੁਲ ਉਹ ਘਰੇ ਜਾ ਕੇ ਸੋਧਿਆ, ਘਰੇ ਕੋਈ ਬਾਹਰ ਫੜ ਕੇ ਨਹੀਂ ਮਾਰਿਆ, ਘਰੇ ਜਾ ਕੇ ਘਰੇ ਜਾ ਕੇ। ਬਿਲਕੁਲ। ਤੇ ਜਿਹੜਾ ਉਸ ਵੇਲੇ ਦਾ ਕੰਮ ਸੀਗਾ, ਆਹ ਸਾਨੂੰ ਕਿਸੇ ਆਵਾਜ਼ ਮਾਰ ਕੇ ਡਿੱਕਿਆ ਸੀ ਇੱਧਰਲੇ ਪਾਸੇ ਆਓ, ਸਾਨੂੰ ਦੁੱਖ ਹੋਇਆ, ਅਸੀਂ ਪੀੜਾ ਮਹਿਸੂਸ ਕੀਤੀ, ਇਸ ਗੱਲ ਕਰਕੇ ਅਸੀਂ ਇਸ ਪਾਸੇ ਆਏ। ਹੁੰਦੀ ਗੱਲ ਮਤਲਬ ਕਿ ਅਕਸਰ ਕੋਈ ਪਲੇਟਫਾਰਮ ਬਣਾਉਣਾ ਹੁੰਦਾ, ਮਤਲਬ ਕਿ ਕਿਸੇ ਗੱਲ ਵੀ ਪਲੇਟਫਾਰਮ ਦਾ ਬਣਾਉਣਾ ਹੁੰਦਾ। ਸੁਲਝੇ ਹੋਏ ਜਰਨੈਲ ਸੀ ਸਾਡੇ ਜੱਥੇ ਦੇ, ਉਹਨਾਂ ਨੇ ਇੱਕ ਬਹਿ ਕੇ ਜੱਥੇਬੰਦੀ ਨੂੰ ਹੋਂਦ ਵਿੱਚ ਜਾਂਦਾ, ਜਿਹਦਾ ਨਾਮ ਬੱਬਰ ਖਾਲਸਾ ਰੱਖਿਆ ਗਿਆ। ਬੱਬਰ ਖਾਲਸਾ, ਬੱਬਰ ਖਾਲਸਾ। ਉਹਦੇ ਚੀਫ ਭਾਈ ਸੁਖਦੇਵ ਸਿੰਘ ਬੱਬਰ ਬਣੇ। ਉਹਦੇ ਨਾਲ ਹਾਂਜੀ, ਉਹਦੇ ਨਾਲ ਜੱਥੇਦਾਰ 5 ਹੋਰ ਸੀਗੇ। ਇਹਨਾਂ ਦੀ ਇੱਕ ਟੀਮ ਬਣੀ ਤੇ ਇਸ ਟੀਮ ਨੇ ਫਿਰ ਇਹਨਾਂ ਨੂੰ ਨਰਕਧਾਰੀਆਂ ਨੂੰ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਜੀ। ਫਿਰ ਹਥਿਆਰ ਚੁੱਕੇ। ਹਾਂ, ਉਹਦੇ ਵਿੱਚੋਂ ਜੇ ਬਾਹਰਲੀ ਕਮਾਨ ਸੀ ਭਾਈ ਤਰਵਿੰਦਰ ਸਿੰਘ ਬੱਬਰ ਪਰਮਾਰ ਨੇ ਸੰਭਾਲੀ, ਨੂਰ ਪਛਾਣ ਮਤਲਬ ਕਿ ਉਹਨਾਂ ਨੇ ਪਰਮਾਰ ਹੋਣਾ ਨੇ ਸੰਭਾਲੀ। ਭਾਈ ਅਮਰ ਸਿੰਘ ਬੱਬਰ ਦੇਹੜੂ ਕਾਂਡ, ਉਹ ਇੱਕ ਬਹੁਤ ਤਕੜਾ ਕਾਂਡ ਹੋਇਆ ਸੀ, ਬਹੁਤ ਤਕੜਾ ਕਾਂਡ ਹੋਇਆ। ਹਾਂ, ਹਰੀ ਸਿੰਘ ਭਾਈ ਅਮਰਜੀਤ ਸਿੰਘ ਬੱਬਰ ਖੇਮ ਕਰਨ, ਠੀਕ ਨਹੀਂ, ਭਾਈ ਗੁਰਨਾਮ ਸਿੰਘ ਬੱਬਰ ਭੂਰੇ ਕੋਨੇ, ਇਹਨਾਂ ਨੇ ਜਾਂ ਨਾਗੋਕੇ ਦਾ ਗਰੁੱਪ ਸੀਗਾ, ਭਾਈ ਕੁਲਵੰਤ ਸਿੰਘ ਬੱਬਰ ਨਾਗੋਕੇ, ਇਹਨਾਂ ਨੇ ਬੱਬਰਾਂ ਨੇ ਕਮਾਂਡ ਸੰਭਾਲੀ ਤੇ ਨਰਕਧਾਰੀਆਂ ਨੂੰ ਤੇ ਜਿਹੜੇ ਜ਼ਾਲਮ ਪੁਲਿਸ ਅਫਸਰ ਸੀ ਇਹਨਾਂ ਨੂੰ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਦਾਸ ਨਿਮਾਣੇ ਨੇ ਜਿੰਨੀ ਵੀ ਹੋ ਸਕੇ ਮਾੜੀ ਮੋਟੀ ਸੇਵਾ ਮੈਂ ਕੀਤੀ ਹੈ ਵਿੱਚ, ਮੁੱਕਰਨ ਵਾਲੀ ਕੋਈ ਗੱਲ ਨਹੀਂ। ਬਿਲਕੁਲ, ਜਿੰਨੀ ਜੋ ਕੋਈ ਗੁਰੂ ਸਾਹਿਬ ਨੇ ਜਿੰਨੀ ਸੈੱਟ ਬਿਠਾ ਕੇ ਸਾਤੋਂ ਸੇਵਾ ਲੈਣੀ ਸੀ ਉਹ ਲਈ, ਜੋ ਵੀ ਸੇਵਾ ਕਰ ਸਕੇ ਅਸੀਂ ਕੀਤੀ ਹੈ ਜੀ। ਮੁੱਕਰਨ ਵਾਲੀ ਇਹ 'ਚ ਕੋਈ ਗੱਲ ਨਹੀਂ। ਕੇਸ ਪਏ ਆ, ਬਹੁਤ ਪਏ ਆ, ਟਾਰਚਰ ਹੋਏ ਆ, ਬਹੁਤ ਜ਼ਿਆਦਾ ਹੋਏ ਆ, ਮਨੁੱਖ ਪਰਿਵਾਰ ਦੇ ਦੁੱਖ ਚੱਲੇ ਆ, ਆਰਥਿਕ ਨੁਕਸਾਨ ਹੋਇਆ ਇਹ ਮੁੱਕਰਨ ਵਾਲੀ ਗੱਲ ਨਹੀਂ। ਪਰ ਸਾਨੂੰ ਇਹਨਾਂ ਗੱਲਾਂ 'ਤੇ ਕਿਸੇ 'ਤੇ ਕੋਈ ਅਫਸੋਸ ਨਹੀਂ ਗਾ, ਕੋਈ ਅਫਸੋਸ ਨਹੀਂ, ਕੋਈ ਅਫਸੋਸ ਨਹੀਂ। ਉਹ ਸਾਡਾ ਫਰਜ਼ ਬਣਦਾ ਸੀ, ਸਾਰੀ ਕੌਮ ਦਾ ਫਰਜ਼ ਬਣਦਾ ਸੀ ਇਹ। ਸਾਰੀ ਕੌਮ ਦਾ ਫਰਜ਼ ਬਣਦਾ ਸੀ, ਹਾਂਜੀ, ਜੋ ਕੌਮ ਨੇ ਸ਼ਾਇਦ ਸਾਰੀ ਨੇ ਨਿਭਾਇਆ ਨਹੀਂ ਨਿਭਾਇਆ ਇਹ। ਸਾਨੂੰ ਰੁਤਬੇ ਬਹੁਤ ਵੱਡੇ ਵੱਡੇ ਮਿਲ ਗਏ ਜਦੋਂ ਅਸੀਂ ਇਸ ਪਾਸੇ ਲੱਗੇ, ਬਲਕਿ ਸਿੰਘ ਇਸ ਪਾਸੇ ਲੱਗੇ, ਜਥੇਬੰਦੀਆਂ ਇਸ ਪਾਸੇ ਲੱਗੇ, ਉਹਨੂੰ ਰੁਤਬੇ ਬਹੁਤ ਵੱਡੇ ਵੱਡੇ ਮਿਲੇ। ਅੱਤਵਾਦੀ, ਬਦਮਾਸ਼, ਬਲਾਤਕਾਰੀ, ਗੁੰਡੇ, ਹੈ ਨਾ। ਕਿੱਥੇ ਕੌਮ ਨੇ ਇਹਨਾਂ ਨੂੰ ਸੰਭਾਲਣਾ ਸੀਗਾ, ਕਿੱਥੇ ਕੌਮ ਨੇ ਉਹਨਾਂ ਦੇ ਗੱਲ 'ਚ ਆਹ ਮੈਡਲ ਪਾ ਦੇ ਅੱਤਵਾਦੀ ਦਾ। ਮਿਲੀ ਅੱਤਵਾਦੀ ਬਾਬਾ ਜੀ ਉਹ ਹੁੰਦਾ ਜਿਹੜਾ ਅੱਤ ਚੱਕੇ, ਅੱਤ ਦਾ ਤੇ ਰੱਬ ਦਾ ਵੈਰ ਆ। ਬਿਲਕੁਲ, ਪਰ ਸਿੱਖ ਦਾ ਜੀਵਨ ਤੇ ਹੈ ਹੀ ਨਹੀਂ। ਖਾਲਸੇ ਦਾ ਜੀਵਨ ਬਾਬਾ ਜੀ, ਖਾਲਸੇ ਦਾ ਜੀਵਨ, ਖਾਲਸੇ ਦਾ ਜੀਵਨ ਤਾਂ ਹੈ ਹੀ ਨਹੀਂ। ਖਾਲਸਾ ਦਾ ਹੱਥ ਚੁੱਕਦਾ ਹੀ ਨਹੀਂ, ਕਿਸੇ ਤੇ ਹੱਥ ਢਾਉਂਦਾ ਹੀ ਨਹੀਂ ਖਾਲਸਾ। ਬਾਈ ਖਾਲਸਾ ਗੱਲ ਹੀ ਵੀ ਨਹੀਂ ਗਾ। ਬਿਲਕੁਲ, ਵੀ ਇੱਕ ਚਪੇੜੇ ਦੇ ਪਾਸੇ ਮਾਰੋ ਮੂੰਹ, ਦੂਜਾ ਮੂੰਹ ਅੱਗੇ ਕਰੋ, ਖਾਲਸਾ ਆਹ ਕੰਮ ਵੀ ਨਹੀਂ ਕਰਦਾ। ਬਿਲਕੁਲ ਬਿਲਕੁਲ, ਜਦੋਂ ਕੋਈ ਦਸਤਾਰ ਨੂੰ ਹੱਥ ਪਾਉਂਦਾ, ਅਣਖ ਨੂੰ ਹੱਥ ਪਾਉਂਦਾ, ਜਾਂ ਨਹੀਂ ਗੱਲ ਵੀ ਗਾਂਧੀ ਨੂੰ ਇੱਧਰਲੇ ਪਾਸੇ ਚਪੇੜ ਮਾਰੀ ਤੇ ਦੂਜਾ ਮੂੰਹ ਕਰ ਇੱਧਰ ਵੀ ਮਾਰਦੇ, ਆਹ ਖਾਲਸਾ ਇਸ ਤਰ੍ਹਾਂ ਦਾ ਨਹੀਂ ਗਈ। ਫਿਰ ਉਹ ਜ਼ਾਲਮ ਨੂੰ ਸੋਧਦਾ ਵੀ, ਹਾਂ ਸੋਧਦਾ ਵੀ ਹੈ। ਉਹ ਪੜਤਾਲ ਕਰਕੇ ਸੋਧਦਾ ਹੀ, ਪਤਾ ਕਰੇ ਵਾਕਈ ਤੂੰ ਗਲਤ ਕੰਮ ਕੀਤਾ, ਜ਼ੁਲਮ ਕੀਤਾ, ਚੱਕ ਜਾ। ਬਿਲਕੁਲ, ਖਾਲਸਾ ਕਰਦਾ ਵੀ ਇਹ ਹੈ, ਮੱਸੇ ਰੰਗੜ ਤੋਂ ਲੈ ਕੇ ਐਂ ਕਰਦਾ ਆ। ਬਿਲਕੁਲ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਜਿੰਦਾ ਸਿੰਘ, ਭਾਈ ਸੁਖਦੇਵ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ। 1981 ਤੋਂ ਸੰਘਰਸ਼ ਵਿੱਚ ਸੀ ਭਾਈ ਸਾਹਿਬ। ਮੈਂ 1981 ਚ ਸੰਘਰਸ਼ 'ਚ ਆ ਗਿਆ ਸੀ ਔਰ 86 ਦੇ ਵਿੱਚ ਮੇਰੇ ਤੇ ਪਹਿਲਾ ਕੇਸ ਪੈਦਾ ਬਠਿੰਡੇ CRP ਪੁਲਿਸ ਦੀ ਮੇਰੇ ਤੇ 86 ਚ। ਹਾਂਜੀ, ਇੱਕ ਗੁਰਤੇਜ ਸਿੰਘ ਖੁਸ਼ਕੀ ਸੀ, ਇੰਸਪੈਕਟਰ ਮਰ ਗਿਆ। ਇਹਨੇ ਬਹੁਤ ਜ਼ੁਲਮ ਢਾਇਆ ਇਸ ਇੰਸਪੈਕਟਰ ਨੇ। ਹਾਂ ਗੁਰਤੇਜ, ਹਾਂ ਉਹ ਇੰਸਪੈਕਟਰ ਸੀਗਾ ਜੀ, ਤੇ ਉਹਨੇ ਬਹੁਤ ਜ਼ੁਲਮ ਢਾਇਆ। ਸੰਤਾਂ ਦੇ ਭਰਾ ਭਾਈ ਵੀਰ ਸਿੰਘ ਨੂੰ ਟੌਰਚਰ ਕੀਤਾ ਉਹਨੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਂ ਦੇ ਭਰਾ ਵੀਰ ਸਿੰਘ ਨੂੰ ਟੌਰਚਰ ਕੀਤਾ, ਬਹੁਤ ਜ਼ਿਆਦਾ ਟੌਰਚਰ ਕੀਤਾ ਜੀ। ਇਸ ਤੋਂ ਇਲਾਵਾ ਹੋਰ ਸਿੰਘਾਂ ਦੇ ਪਰਿਵਾਰ ਸੀ, ਬੱਚਿਆਂ ਦੀ ਬੀਬੀਆਂ, ਉਹਨਾਂ ਨੂੰ ਵੀ ਇਹਨੇ ਬੇਪਰਦ ਕੀਤਾ, ਬਹੁਤ ਜ਼ੁਲਮ ਕੀਤਾ। ਇੱਕ ਸੈਂਸੀ ਸੀਗਾ ਗੁਰਚਰਨ ਸਿੰਘ ਸੈਂਸੀ, ਮੁਕਤਸਰ ਸੋਧਤਾ ਸੀਗਾ ਸਿੰਘਾਂ ਨੇ, ਉਹਨੇ ਬਹੁਤ ਜ਼ੁਲਮ ਕੀਤਾ। ਪਰ ਸੋਧਿਆ ਉਹਨੂੰ ਹੀ ਆ। ਜੋ ਮੁਕਤਸਰ ਕਾਂਡ ਹੋਇਆ ਗੁਰਚਰਨ ਸਿੰਘ ਸੈਂਸੀ ਦਾ, ਉਹ ਕਾਲਾ ਸਿੰਘ ਹੌਲਦਾਰ ਸੀਗਾ, ਮੋਟਰਸਾਈਕਲ ਚਲਾ ਰਿਹਾ, ਉਹਨੂੰ ਕੁਛ ਨਹੀਂ ਕਿਹਾ ਜੀ। ਯਾਨੀ ਕਿਸੇ ਨਿਰਦੋਸ਼ ਨੂੰ ਨਹੀਂ ਮਾਰਿਆ, ਭਾਵੇਂ ਉਹ ਪੁਲਿਸ ਵਾਲਾ ਹੀ ਕਿਉਂ ਨਾ ਸੀ। ਪੁਲਿਸ ਵਾਲਾ ਹੋ ਗਿਆ। ਇਹ ਤਾਂ ਗੁਰਤੇਜ ਸਿੰਘ ਖੁਸ਼ਕੀ ਬਾਰੇ ਦੱਸਦਾ ਮੈਂ
ਇਹਦੀ ਖੁਸ਼ਕੀ ਕਿਵੇਂ ਚੱਕੀ ਸੀ ਸਿੰਘਾਂ ਨੇ? ਮੈਂ ਦੱਸ ਦਿੰਦਾ ਜੀ, ਉਹੀ ਗੱਲ ਦੱਸਣ ਲੱਗਾ। ਉਹਦੇ ਬਾਰੇ ਬੜਾ ਚੰਗੀ ਕਹਾਣੀ ਵੀ ਇਹਨੂੰ ਟਰੇਸ ਕੀਤਾ ਹੈ। ਭਾਈ ਅਮਰਪਾਲ ਸਿੰਘ ਬੱਬਰ ਭੀਲਾ, ਤੇ ਉਹ ਆਰਡਰ ਕੰਮ ਹੁੰਦੇ ਸੀ। ਕੋਈ ਡਾਕੀ ਕਿਸੇ ਨੂੰ ਕਹਿੰਦੇ ਸੀ ਆ ਡਾਕੀਆ ਵਾ, ਡਾਕੀ ਦੇ ਭਾਵ ਵੀ ਮਰ ਕੇ ਡਾਕ ਇਕੱਠੀ ਕਰਦਾ, ਕਿਸੇ ਨੂੰ ਸੂਈਆ ਕਹਿ ਦਿੰਦੇ, ਕਿਸੇ ਨੂੰ ਕੁਛ ਕਹਿ ਦਿੰਦੇ, ਕਿਸੇ ਕੁਛ ਕਹਿੰਦੇ। ਉਹਦੀ ਸੇਵਾ ਲਈ ਵੀ ਸੱਜਣਾ ਤੂੰ ਦੁਕਾਨਦਾਰ ਸੀ, ਬਿਜਲੀ ਦਾ, ਬਿਜਲੀ ਦੀ ਦੁਕਾਨ ਹੁੰਦੀ ਸੀ ਉਹਦੀ। ਪਹਿਲਾਂ ਬਾਗੇ ਪੁਰਾਣੀ ਸੀ ਉਹਦੀ ਦੁਕਾਨ, ਤੇ ਫਿਰ ਉਹ ਬਠਿੰਡੇ ਉਹਨੂੰ ਕਦੇ ਦੁਕਾਨ ਚੱਕ ਕੇ ਚੱਲ ਮਗਰ, ਉਹ ਬਠਿੰਡੇ ਉਹਦੀ ਗਲੀ 'ਚ ਹੀ ਦੁਕਾਨ ਲਿਆ, ਜਿੱਥੇ ਖੁਸ਼ਕੀ ਰਹਿੰਦਾ ਸੀਗਾ ਉੱਥੇ ਦੁਕਾਨ ਲਿਆ। ਜੋ ਦੁਕਾਨ ਲਿਆ ਇਹਨਾਂ ਦਿਨਾਂ 'ਚ ਹੀ ਉਹ ਖੁਸ਼ਕੀ ਦਾ ਪਿਓ ਮਰ ਗਿਆ, ਗੁਰਤੇਜ ਸਿੰਘ ਦਾ। ਜੋ ਖੁਸ਼ਕੀ ਦਾ ਪਿਓ, ਉਹਨੇ ਇਨਫੋਰਮੇਸ਼ਨ ਦਿੱਤੀ ਵੀ ਉਹਦਾ ਪਿਓ ਮਰ ਗਿਆ, ਵੀ ਹੁਣ ਉਹ ਘਰੇ ਰਹਿੰਦਾ, ਆਉਂਦਾ ਜਾਂਦਾ। ਚਲੋ ਉਹਨੇ ਮਹਾਰਾਜ ਦੇ ਮਤਲਬ ਕਿ ਹਜ਼ੂਰੀ 'ਚ ਅਰਦਾਸ ਕਰਕੇ ਉਹ ਫੁੱਲ ਚੁੱਕ ਕੇ ਲਿਆ ਕੇ ਆਪਦੇ ਪਿਓ ਦੇ ਉੱਥੇ ਸਿਵਿਆਂ 'ਚ ਉਹਨੇ ਰੱਖਦੇ, ਅਤੇ ਮਹਾਰਾਜ ਸਰੂਪ ਉਹ ਲੈ ਕੇ ਆ ਰਿਹਾ ਸੀਗਾ। ਭਾਈ ਗੁਰਪਾਲ ਸਿੰਘ ਭਾਈ ਕੀ ਲੁਧਿਆਣੇ ਸਿੰਘ ਦਾ ਨਾਂ ਸੀਗਾ, ਜੱਸੀ ਜਸਵੀਰ ਸਿੰਘ ਬਣੇ, ਸਰਬਜੀਤ ਸਿੰਘ ਜਸਵੀਰ ਸਿੰਘ ਜੱਸੀ। ਉਹ ਇਹਨਾਂ ਨੇ ਫੈਸਲਾ ਕੀਤਾ ਵੀ ਚਲੋ ਸੋਧ ਦਿਓ। ਉਹ ਸਿੰਘਾਂ ਨੇ ਆਪਦੀ ਪੀਛਾ ਸੰਭਾਲ ਲਿਆ ਵੀ ਹੁਣ ਉਹਦਾ ਚੱਕ ਦੇਣਾ। ਕੁਦਰਤੀ ਭਾਣਾ ਐ ਵਰਤਿਆ, ਉਹ ਮਹਾਰਾਜ ਸਰੂਪ ਲੈ ਕੇ ਆ ਰਿਹਾ ਸੀਗਾ। ਸਿੰਘਾਂ ਨੇ ਇਨਕਾਰ ਕਰਤਾ ਵੀ ਨਹੀਂ ਕੁਛ ਕਰਨਾ ਅੱਜ, ਮਤਲਬ ਕਿ ਨਹੀਂ, ਮਤਲਬ ਕਿ ਮਹਾਰਾਜ ਦੇ ਸਰੂਪ ਦੇ ਹਾਂ ਸਿਰ ਤੇ ਨਹੀਂ ਕੁਛ ਕਰਨਾ। ਹੋ ਗਈ ਨਿਬੜੀ। ਫਿਰ ਭਾਈ ਸਾਹਿਬ ਨੇ ਫਿਰ ਇਨਫੋਰਮੇਸ਼ਨ ਦਿੱਤੀ ਵੀ ਅੱਜ ਸੁਬਾਹ ਇਹਨੇ ਫੁੱਲ ਚੱਕ ਕੇ ਕੀਰਤਪੁਰ ਸਾਹਿਬ ਨੂੰ ਜਾਣਾ, ਸਿਵਿਆਂ 'ਚੋਂ। ਸਿਵਿਆਂ 'ਚ ਫਿਰ ਸਿੰਘਾਂ ਨੇ ਸੋਚਤਾ ਜੀ, ਪਹਿਲੇ ਬਰਸ ਦਾ ਢੇਰੀ ਹੋ ਗਿਆ। ਭਾਈ ਗੁਰਪਾਲ ਸਿੰਘ ਪੈਰ ਦਾ ਠੁੱਡਾ ਮਾਰਿਆ ਤੇ ਰਿਵਾਲਵਰ ਗਲੋਂ ਲਾਇਆ, ਤੇ ਗਨਮੈਨ ਨਾਲੋਂ ਕੁਛ ਨਹੀਂ ਗਿਆ। ਖੁਸ਼ਕੀ ਜਿਹੜੀ ਸੀ ਉਹ ਹਾਂ ਉਹ ਲਾਹਦੀ ਪਿਸਟਲ ਉਹਦਾ ਲਾ ਕੇ ਲੈ ਗਏ, ਤੇ ਚਿੱਠੀ ਉਹਦੇ ਛਾਤੀ 'ਤੇ ਰੱਖਤੀ ਵੀ ਬੱਬਰ ਖਾਲਸਾ ਇੰਟਰਨੈਸ਼ਨਲ ਇਹਨੂੰ ਸੋਧਣ ਦੀ ਜ਼ਿੰਮੇਵਾਰੀ ਲੈ ਰਿਹਾ। ਇੱਕ ਉਹਨਾਂ ਦਾ ਜਥੇਬੰਦੀ ਦਾ ਇੱਕ ਅਸੂਲ ਬਣਾਇਆ ਹੋਇਆ ਸੀਗਾ ਵੀ ਜਿੱਥੇ ਐਕਸ਼ਨ ਕਰਦੇ ਸੀ ਉੱਥੇ ਜ਼ਿੰਮੇਵਾਰੀ ਦੀ ਚਿੱਠੀ ਰੱਖ ਕੇ ਆ ਜਾਂਦੇ ਸੀ, ਆਹ ਸਾਡੀ ਚਿੱਠੀ ਪਈ ਆ ਨਾਲ ਦੀ ਨਾਲ। ਤੇ ਸਿੰਘ ਬਾਬਾ ਜੀ ਆਪਦੇ ਟਿਕਾਣੇ ਨਿਕਲ ਗਏ। ਫਿਰ ਕਿਸੇ ਦਾ ਉਹ ਗੁਪਤ ਟਿਕਾਣੇ ਹੁੰਦੇ ਸਾਰੇ, ਕੋਈ ਕਿਧਰ ਨਿਕਲ ਗਏ। ਬਿਲਕੁਲ। ਕੁਛ ਸਮੇਂ ਬਾਅਦ ਭਾਈ ਦਰਸ਼ਨ ਸਿੰਘ ਆਕਲੀਆ ਸੀ ਜਥੇਬੰਦੀ 'ਚ, ਉਹ ਪਾਸੇ ਉੱਡ ਗਿਆ, ਸ਼ਹੀਦ ਹੋ ਗਿਆ। ਤੇ ਹੋਰ ਸਿੰਘ ਭਾਈ ਗੁਰਪਾਲ ਸਿੰਘ ਹਮੀਰਗੜ੍ਹ ਵਾਸੀ ਸੰਗਰੂਰ ਸ਼ਹੀਦ ਹੋ ਗਿਆ। ਭਾਈ ਇਕਬਾਲ ਸਿੰਘ ਪਾਸੇ ਚਲਾ ਗਿਆ। ਭਾਈ ਅਮਰਪਾਲ ਸਿੰਘ ਬੱਬਰ ਜਿਹੜਾ ਸੀਗਾ ਜੀ, ਉਹਦਾ ਲਿੰਕ ਜੇ ਟੁੱਟ ਗਏ। ਜਦੋਂ ਲਿੰਕ ਟੁੱਟ ਗਏ ਤੇ ਉਹ ਜੀਰੇ ਵਾਲੇ ਪਾਸੇ ਘੇਰੇ 'ਚ ਆਇਆ। ਜੋ ਘੇਰੇ 'ਚ ਆ ਗਿਆ, ਮਨਸੂਰ ਜੀਰੇ ਕੋਲ ਪਿੰਡ ਆ ਮਨਸੂਰ ਵਾਲਾ, ਉੱਥੇ ਉਹ ਇੱਕ ਕੋਠੀ 'ਚ ਆ ਗਿਆ, ਉਹਦੇ ਨਾਲ ਸੀ ਨੈਬ ਸਿੰਘ ਬੂਈਆਂ ਵਾਲਾ। ਦੋਵੇਂ ਸਿੰਘ ਘੇਰੇ 'ਚ ਆ ਗਏ, ਤੇ ਜੋ ਘੇਰੇ 'ਚ ਆ ਗਏ ਦੋਵਾਂ ਸਿੰਘਾਂ ਨੇ ਸਾਈਡ ਖਾ ਲਈ। ਗੁਰੂ ਪਿਆਰੇ ਹੋ ਗਏ ਜੀ, ਪਿਆਰੇ ਹੋ ਗਏ, ਰੌਲਾ ਪੈ ਗਿਆ, ਪੁਲਿਸ ਮਗਰ ਲੱਗੀ ਸੀਗੀ। ਤੇ ਘੇਰਾ ਪਾ ਬੁਰੇ ਹਾਲ ਪਿੰਡ ਇਕੱਠੇ ਕਰ, ਉਹਨਾਂ ਨੂੰ ਖਿੱਚ ਕੇ ਬਾਹਰ ਲਿਆਂਦਾ, ਖਿੱਚ ਕੇ ਲਿਆ ਕੇ ਜਿਉਂਦੇ ਆ ਦੇ ਗੋਲੀ ਦੀ ਗੋਲੀ ਦੇ ਬਰਸਟ ਤੇ ਬਰਸਟ। ਇਹ ਤਾਂ ਪਹਿਲਾਂ ਸਾਈਨਡ ਖਾ ਚੁੱਕੇ ਸੀ। ਹਾਂ ਹਾਲਾਂਕਿ ਪਹਿਲਾਂ ਉਹ ਸਾਈਨਡ ਖਾ ਚੁੱਕੇ ਸੀਗੇ। ਮੁੜ ਕੇ ਬਰਸਟ ਤੇ ਬਰਸਟ ਕੱਢੀ ਜਾਣੀ, ਤੇ ਅਗਲੇ ਦਿਨ ਪ੍ਰੈਸ ਕਾਨਫਰੰਸ ਕਰ ਲਈ ਵੀ ਵਿੱਚੋਂ ਆਹ ਮਤਲਬ ਕਿ ਆਹ ਸਿੰਘ ਭੱਜ ਕੇ ਉਹਨਾਂ ਨੂੰ ਭਾਲ ਰਹੇ ਆ, ਤੇ ਆਹ ਦੋਹੇ ਜਿਹੜੇ ਬੱਬਰਾਂ ਦੇ ਚੋਟੀ ਦੇ ਖਾੜਕੂ ਆ ਮਾਰੇ ਗਏ। ਕਮਾਲ ਦੀ ਗੱਲ ਹੈ, ਇੱਕ ਲਾਸ਼ ਦੇ ਗੋਲੀਆਂ ਮਾਰ ਲਈਆਂ, ਜ਼ਿੰਮੇਵਾਰੀ ਲੜੀ। ਫੀਤੇ ਲਵਾਉਣੇ, ਹਾਂ ਫੀਤੇ ਲਾਉਣੀ ਹੈ। ਖੁਸ਼ ਇਸ ਤਰ੍ਹਾਂ ਕੋਈ ਗਲਤ ਕੰਮ ਨਹੀਂ ਕੀਤਾ ਸਿੰਘਾਂ ਨੇ। ਜੇ ਕੋਈ ਗਲਤ ਕਿਤੇ ਹੋ ਗਿਆ ਹੋਊਗਾ, ਉਹਦਾ ਪਾਸ਼ਚਾਤਾਪ ਵੀ ਕਰਦੇ ਰਹੇ ਆ, ਤੇ ਉਸ ਗੱਲ ਤੋਂ ਆਰੇ ਵਿੰਗ ਨੂੰ ਵੀ ਖਿੱਚਦੇ ਰਹੇ ਵੀ ਆਹ ਕੰਮ ਗਲਤ ਨਹੀਂ ਕਰਨਾ। ਬੇਅੰਤ ਸਿੰਘ ਕਤਲਕਾਂਡ ਦੇ ਵਿੱਚ ਵੀ ਇਹਨਾਂ ਨੇ ਕਿਹਾ ਸੀ ਵੀ ਜਿਹੜੇ ਬਾਕੀ ਮਾਰੇ ਗਏ ਉਹਨਾਂ ਦਾ ਸਾਨੂੰ ਅਫਸੋਸ ਹੈ, ਪਰ ਜਿਹਨੂੰ ਅਸੀਂ ਸੋਧਣਾ ਸੀ ਸੋਧਤਾ। ਬੇਅੰਤ ਸਿੰਘ ਕਾਰਜ ਆਇਆ ਜੀ, ਜੋ ਹਿਊਮਨ ਬੰਬ ਆ, ਇੱਕ ਜਿਹੜੀ ਆ ਰਾਈਫਲ ਦੀ ਗੋਲੀ ਆ, ਪਿਸਟਲ ਦੀ ਗੋਲੀ ਆ, ਸਿੰਗਲ ਬੋਡੀ ਦੇ ਵੱਜਣੀ ਹੈ। ਬੰਬ ਬਲਾਸਟ ਆ, ਉਹ ਕੋਈ ਵੀ ਘੇਰੇ 'ਚ ਆ ਸਕਦਾ। ਜਦੋਂ ਕਿ ਉਹਨਾਂ ਦਾ ਮੰਤਵਤਾ ਸੀ ਕੇਵਲ ਬੇਅੰਤ ਸਿੰਘ ਦਾ ਸੀਗਾ। ਇਸ ਤੋਂ ਬਾਅਦ ਜੇਲ੍ਹ ਦਾ ਜਿਹੜਾ ਸਫ਼ਰ ਹੈ, ਜੇਲ੍ਹ ਵਿੱਚ ਜਾਂਦੇ ਹੋ, ਕਿਹੜੀ ਜੇਲ੍ਹ 'ਚ ਰਹੇ? ਫਿਰ ਤੁਸੀਂ ਪੁੱਛੋਗੇ ਜੇਲ੍ਹ ਦੀਆਂ ਰੋਟੀਆਂ ਕਿੱਡੀਆਂ ਸੀਗੀਆਂ? ਨਹੀਂ, ਐਸਾ ਨਹੀਂ। ਮੈਂ ਤਿਹਾੜ ਜੇਲ੍ਹ 'ਚ ਤੁਸੀਂ ਰਹੇ? ਬਾਬਾ ਜੀ ਦੀ ਤਿਹਾੜ ਲਈ ਮੈਂ ਬਠਿੰਡੇ ਤੋਂ ਸ਼ੁਰੂ ਕਰਦਾ ਕੰਮ। ਬਠਿੰਡੇ ਤੋਂ? ਅੱਛਾ, ਜਦੋਂ ਖੁਸ਼ਕੀ ਵਾਲੇ ਕੇਸ 'ਚ ਇੱਕ ਬੰਦਾ ਸੀਗਾ ਸੁਖਦੇਵ ਸਿੰਘ ਨੀਨੇ ਕਾਂਗੜ ਦਾ, ਉਹ ਪੇਸ਼ ਹੋ ਗਿਆ ਜੀ ਬਲਦੇਵ ਸਿੰਘ ਖਿਆਲਾ ਮਿਨਿਸਟਰ ਨੂੰ ਲੈ ਕੇ। ਉਹ ਪੇਸ਼ ਹੋ ਗਿਆ। ਮੈਂ ਭਾਈ ਗੁਰਪਾਲ ਸਿੰਘ ਉਹਨਾਂ ਨੂੰ ਸੁਲੱਖਣ ਸਿੰਘ ਨੂੰ ਦੱਸਤਾ, ਮੈਂ ਵੀ ਆਹ
ਬੰਦਾ ਪੇਸ਼ ਹੋ ਗਿਆ ਵੀ ਔਖਾ ਹੋ ਗਿਆ ਕੰਮ ਆਪਣਾ, ਵੀ ਮੇਰੇ ਤੇ ਕਦੇ ਵੀ ਹੋ ਸਕਦੀ ਗੱਲ। ਤੁਹਾਨੂੰ ਖਟਕ ਗਈ ਗੱਲ ਵੀ ਹੁਣ? ਹਾਂ, ਖੜਕ ਗਈ ਗੱਲ ਵੀ ਆ ਪੇਸ਼ ਹੋ ਗਿਆ। ਚਲੋ ਇਹ ਉਹ ਫੂਲ ਥਾਣੇ 'ਚ ਪੇਸ਼ ਹੋਇਆ ਸੀਗਾ। ਥਾਣੇਦਾਰ ਦਾ ਕੇਸ ਟਰੇਸ ਨਹੀਂ ਹੁੰਦਾ ਸੀਗਾ, ਮਤਲਬ ਕਿ ਟਰੇਸ ਨਹੀਂ ਹੋ ਰਿਹਾ ਸੀਗਾ। ਉਹਨਾਂ ਨਾਲ ਉਹ ਪੇਸ਼ ਹੋਇਆ ਸੀ CS ਸਾਹਿਬ ਬਠਿੰਡਾ, ਉਹਨੂੰ ਲਿਆ DSP ਝੰਡਾ ਸਿੰਘ ਤੇ ਇੰਸਪੈਕਟਰ ਬਲਜਿੰਦਰ ਸਿੰਘ ਗਰੇਵਾਲ ਤੇ SI ਨਰਿੰਦਰ ਸਿੰਘ, ਉਹਨੂੰ ਰਿਮਾਂਡ ਤੇ ਲੈ ਕੇ ਸੀ CS ਸਟਾਫ ਵਾਲਿਆਂ ਨੇ ਐ ਨਹੀਂ ਦੇਖਿਆ ਵੀ ਆਹ ਬਲਦੇਵ ਸਿੰਘ ਖਿਆਲਾ ਮਿਨਿਸਟਰ ਦਾ ਰਿਸ਼ਤੇਦਾਰ, ਉਹਨਾਂ ਨੇ ਖਿੱਚ ਲਿਆ। ਜੋ ਖਿੱਚਿਆ ਤੇ ਉਹ ਬਕ ਪਿਆ ਤੇ ਉਹਨੇ ਮੇਰੇ ਤੇ ਰੇਡ ਪਵਾ ਦਿੱਤੀ। ਇਹ 'ਚ ਗੱਲ ਕੀ, ਰੇਡ ਪਵਾ ਦਿੱਤੀ ਮੇਰੇ, ਰੇਡ CRP ਨੇ ਬਹੁਤ ਬੜੀ ਰੇਡ ਮਾਰੀ। ਮੇਰਾ ਸੀਰੀ, ਮੇਰੇ ਬਜ਼ੁਰਗ CS ਸਟਾਫ ਬਠਿੰਡੇ ਵਾਲੇ ਲੈ ਕੇ ਚੱਕ ਕੇ, ਬਜ਼ੁਰਗਾਂ ਨੂੰ ਵੀ, ਹਾਂ ਬਜ਼ੁਰਗਾਂ ਨੂੰ ਵੀ ਘਰ ਦੀ ਤਲਾਸ਼ੀ ਲਈ ਬਹੁਤ ਭੈੜੀ ਇਹਨਾਂ ਨੇ। ਤੇ ਬਾਅਦ ਦੇ ਵਿੱਚ ਉਹਨਾਂ ਨੇ ਚਲੋ ਹੋ ਗਈ, ਨਿਬੜ ਗਈ। ਬਾਅਦ ਦੇ ਵਿੱਚ ਉਹਨਾਂ ਨੇ ਪ੍ਰੈਸ ਕੀਤੀ, ਪ੍ਰੈਸ ਕਾਨਫਰੰਸ, ਮਤਲਬ ਕਿ 3-4 ਦਿਨਾਂ ਬਾਅਦ ਮੈਨੂੰ 3 ਦਿਨ ਉਹ ਲੈ ਕੇ ਗਏ ਇੱਥੋਂ ਹੀ, 3 ਦਿਨ ਇੰਟਰੋਗੇਟ ਕਰਦੇ ਰਹੇ CS ਸਟਾਫ 'ਚ। ਹਾਂ, CS ਸਟਾਫ 'ਚ ਵੀ ਲੈ ਜਾਂਦੇ ਸੀ। ਇੱਕ ਹੈਗਾ ਥਰਮੋਪਾਲ 'ਚ ਵੀ ਇਹਨਾਂ ਨੇ ਬਣਾਇਆ ਸੀ ਸੈਂਟਰ ਜਿਹਾ, ਉੱਥੇ ਲਈ ਫਿਰਦੇ ਰਹੇ ਤੇ ਇੰਟਰੋਗੇਟ ਕਰਦੇ। ਮੈਂ ਕੋਈ ਨਿਆਂ ਨੂੰ ਨਹੀਂ ਦਿੱਤਾ। ਖੀਰ ਜਿਹੜਾ ਸੁਖਦੇਵ ਸਿੰਘ ਸੀਗਾ ਦੀਨੇ ਕਾਂਗੜ ਵਾਲਾ, 3 ਦਿਨਾਂ ਬਾਅਦ ਮੇਰੇ ਸਾਹਮਣੇ ਲਿਆ ਕੇ ਖੜਾ ਕਰਤਾ। ਕਹਿੰਦੇ ਇਹਨੂੰ ਜਾਣਦਾ? ਜਾਂ 3 ਦਿਨ ਉਹ ਖੁੱਲ ਖਾਈ ਜਾਂਦਾ, ਤੂੰ ਇਹਨੂੰ ਜਾਣਦਾ? ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ, ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਕਹਿੰਦਾ ਸਮਾਨ ਕਿੱਥੇ ਪਿਆ? ਮੈਂ ਇਹਨੇ ਰੱਖਿਆ, ਇਹਨੂੰ ਪੁੱਛ ਲਓ। ਮਤਲਬ ਕਿ ਹਾਲਾਂਕਿ ਰੱਖਿਆ ਨਹੀਂ ਸੀ ਉਹਨੇ। ਮੈਂ ਕਿਹਾ ਜੀ ਇਹਨੇ ਰੱਖਿਆ, ਇਹਨੂੰ ਪੁੱਛੋ। ਫਿਰ ਉਹਨਾਂ ਨੇ ਉਹਨੂੰ ਖਿੱਚ ਲਿਆ। ਕਹਿੰਦੇ ਹਾਲੇ ਝੂਠ ਮਾਰ, ਸਮਾਨ ਤੂੰ ਰੱਖ ਕੇ ਆਇਆ ਤੇ ਨਾ ਉਹਦਾ ਲਈ ਜਾਂਦਾ। ਤੇ ਹੋਈ ਨਿਬੜੀ ਗੱਲ ਜੀ ਮੇਰੇ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ 4-5 ਦਿਨਾਂ ਬਾਅਦ ਮੇਰੇ ਪਿਤਾ ਜੀ ਨੂੰ ਛੱਡਤਾ, ਮੇਰੇ ਸੀਰੀ ਨੂੰ ਵੀ ਛੱਡਤਾ। ਤੇ ਉਹਦੇ 'ਚ ਉਹਨਾਂ ਨੇ ਮੇਰੇ ਤੇ ਇੱਕ ਥਾਮਸ ਮਸ਼ੀਨ ਗਨ ਤੇ 100 ਕਾਰਤੂਸ ਪਾ ਦਿੱਤੇ। ਜਿਹੜੀ ਥਾਮਸ ਮਸ਼ੀਨ ਗਨ, ਥਾਮਸ ਹੈ? ਹਾਂ, ਥਾਮਸ ਮਸ਼ੀਨ ਗਨ ਤੇ 100 ਕਾਰਤੂਸ ਮੇਰੇ ਤੇ ਪਾਤਾ। ਤੇ ਉੱਥੋਂ ਮੇਰਾ ਰਿਮਾਂਡ ਲੈ ਲਿਆ। ਪਹਿਲਾਂ ਬਿਨਾਂ ਰਿਮਾਂਡ ਤੋਂ ਰੱਖਿਆ, ਜਿੰਨੇ ਦਿਨ ਬਿਨਾਂ ਰਿਮਾਂਡ ਲੈ ਲਿਆ। ਫਿਰ ਤਾਂ ਜਿਹੜਾ ਆਇਆ ਕਿ ਫਰੀਦਕੋਟ ਵਾਲੇ ਆ ਗਏ, ਕਦੇ ਕੋਟਕਪੂਰੇ ਵਾਲੇ, ਕਦੇ ਨਥਾਣੇ ਵਾਲੇ ਆ ਗਏ। ਉਹ ਐਂ ਚੱਲਦਾ ਰਿਹਾ ਕਬਜਾ। ਤੇ ਬਠਿੰਡੇ ਜੇਲ੍ਹ 'ਚ ਮੈਨੂੰ ਘੱਲਤਾ। ਤੇ ਉਹ ਉਮਰਪਾਲ ਸਿੰਘ ਸੀਗਾ, ਆਹ ਵੀ ਫੜਾਦਾ ਸੀ ਉਹਨਾਂ ਨੇ ਵੀ ਇਹਨੇ CID ਕੀਤੀ ਆ। ਤੇ ਉਹ ਵੀ ਮੇਰੇ ਨਾਲ ਬਠਿੰਡੇ ਜੇਲ੍ਹ 'ਚ ਆ ਗਿਆ। ਤੇ ਪਹਿਲੀ ਵਾਰੀ ਮੈਂ ਬਠਿੰਡੇ ਜੇਲ੍ਹ 'ਚ ਜਾਂਦਾ। ਬਠਿੰਡੇ ਜੇਲ੍ਹ ਫਿਰ ਹਾਂ, ਤਿਹਾੜ ਤੱਕ ਨਹੀਂ, ਬਠਿੰਡੇ ਜੇਲ੍ਹ ਤੋਂ ਬਾਅਦ ਤਾਂ 440 ਹੈਗਾ ਬਈ। ਉਸ ਤੋਂ ਬਾਅਦ 1988, 91, 99, ਫਿਰ 1999 ਬਾਅਦ 14। 1988 ਤੇ 91 ਦੇ ਵਿੱਚ ਮੈਂ ਟਾਰਚਰ ਬਹੁਤ ਜ਼ਿਆਦਾ ਹੋਣਾ ਹੈ। ਕਿੱਥੇ? CS ਸਟਾਫ ਫਰੀਦਕੋਟ। ਬਹੁਤ ਜ਼ਿਆਦਾ ਟਾਰਚਰ? ਹਾਂ, ਉਹ ਟਾਰਚਰ ਹੋਇਆ, ਬਹੁਤ ਜ਼ਿਆਦਾ ਟਾਰਚਰ। ਉਹ ਟਾਰਚਰ ਜਿਹੜਾ ਸੀ ਕਿਸ ਉਹ ਕੋਈ ਇਹਦਾ ਟਰੇਸ ਨਹੀਂ ਹੋ ਰਿਹਾ ਸੀ। ਇੱਕ ਦੋ ਕੇਸ ਜੀ, ਇੱਕ ਤਾਂ ਇੱਥੇ ਗੋਲੀ ਗਾਲੀ ਫਰੀਦਕੋਟ ਚੱਲੀ ਸੀਗੀ। ਇੱਕ ਪਤੰਗਾ ਸੀ ਜੈਤੂ ਦਾ ਸੀ ਪਤੰਗਾ, ਸੀ ਪਤੰਗਾ ਜੀ। ਇੱਕ ਲਾਲਾ ਭਗਵਾਨ ਦਾ ਸੀ MLA, ਆੜ ਤੇ ਅਸੀਂ ਕਾਗਰ ਸੀ। ਉਹ ਕੇਸ ਨਹੀਂ ਟਰੇਸ ਹੁੰਦੇ ਸੀ ਇਹਨਾਂ ਦੇ। ਉੱਥੇ ਫਿਰ ਕਿੰਨਾ ਸਮਾਂ ਟਾਰਚਰ ਕੀਤਾ ਤੁਹਾਨੂੰ? ਬਾਬਾ ਜੀ CS ਸਾਹਿਬ ਮੈਂ 26 ਦਿਨ ਟਾਰਚਰ ਹੋਇਆ ਫਰੀਦਕੋਟ, ਬਿਨਾਂ ਰਿਮਾਂਡ ਤੋਂ। ਬਿਨਾਂ ਰਿਮਾਂਡ ਤੋਂ? ਹਾਂਜੀ। ਉਹ ਮੈਨੂੰ ਨਹੀਂ ਪਤਾ ਸੀ ਯਾਰ ਗੱਲ ਤਾਂ ਜੀ। ਚੱਲੀ ਗਿਆ ਕੰਮ ਆਹ। ਤੇ ਅਖੀਰ ਇਹਨਾਂ ਨੇ ਮੇਰੀ ਮੈਡਮ ਨੂੰ ਚੱਕ ਲਿਆਂਦਾ ਜੀ, ਤੁਹਾਡੀ ਧਰਮਸਪਤੀ। ਹਾਂ ਹਾਂਜੀ, ਉਹਨੂੰ ਵੀ ਚੱਕ ਲਿਆਂਦਾ। ਤੇ ਉਹਨੂੰ ਪੁੱਠਾ ਸਿੱਧਾ ਬੋਲਦੇ ਰਹੇ। ਉਹ ਕੇਸ ਕੀ ਤੋਂ ਫੜ ਕੇ ਘੜੂਸਿਆ ਇੱਕ ਦੋ ਵਾਰੀ, ਗਾਲ ਦੁੱਪੜ ਚਪੇਟ ਤਾਂ ਆਮ ਹੀ ਗੱਲ ਸੀ ਤੁਹਾਡੇ ਸਾਹਮਣੇ। ਹਾਂ ਹਾਂਜੀ, ਕਿਉਂਕਿ ਮੈਨੂੰ ਜਲੀਲ ਕਰ ਰਿਹਾ ਸੀ ਉਹਨਾਂ ਨੇ। ਤੇ ਫਿਰ ਆਪਣੇ ਕਿਸੇ ਸਿੰਘ ਦੇ ਦਖਲ ਤੇ, ਮਤਲਬ ਹੁਣ ਮੈਂ ਨਹੀਂ ਕਹਿਣਾ, SSP ਸਵਰਨ ਸਿੰਘ ਘੋਟਣਾ ਸੀ ਇੱਥੇ। ਇਹ ਜਿਹੜਾ SSP ਸਵਰਨ ਸਿੰਘ ਘੋਟਣਾ, ਇਹਨੇ ਵੀ ਬਹੁਤ ਜ਼ੁਲਮ, ਬਹੁਤ ਜ਼ਿਆਦਾ ਜੀ ਕੀਤਾ। ਉਹ ਸਵਰਨ ਸਿੰਘ ਘੋਟਣਾ ਨੂੰ ਮਜਬੂਰ ਕਰਤਾ ਉਸ ਸਿੰਘ ਨੇ। ਉਹਨੂੰ ਹਾਂ, ਜਥੇਬੰਦੀ ਸਿੰਘੀ ਸੀ। ਕਪੂਰਥਲਾ ਤੋਂ ਕੋਈ ਉਹਦਾ ਰਿਸ਼ਤੇਦਾਰ ਚੱਕ ਲਿਆ ਸੀ, ਪਤਾ ਕੀ ਐਂ ਜਿਹੀ ਗੱਲ ਸੀ। ਮਤਲਬ ਕਿ ਹੁਣ ਮਰ ਕੇ ਤੇ ਉਹਨੂੰ ਛੱਡਣ ਲਈ ਮਜਬੂਰ ਹੋਣਾ ਪਿਆ ਮੈਨੂੰ। ਤੇ ਮੇਰੀ ਹਾਲਤ ਇੰਨੀ ਨਾਜ਼ੁਕ ਸੀਗੀ, ਸਿੰਘਣੀ ਨੂੰ ਮੈਨੂੰ ਛੱਡਤਾ ਤੇ ਮੈਨੂੰ ਐਂ ਕੰਬਲ 'ਤੇ ਪਾਇਆ ਪੂਆ। ਤੇ ਕੰਬਲੀ ਮਸ਼ਹੂਰ ਸੀ ਸਾਹਿਬ ਜੀ, ਅਲਫ ਨੰਗੀ ਹਾਲਤ 'ਚ। ਤੇ ਦਗੜ ਕਰਦਾ ਜਿਹੜਾ ਹੁੰਦਾ ਮੁੰਸ਼ੀ ਜਿਹਾ ਹੁੰਦਾ CS ਸਟਾਫ ਦਾ, ਉਹ ਮੇਰੇ ਕੋਲ ਆਇਆ। ਉਹ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਣਾ।
ਭਾਵੇਂ ਬੰਦਾ ਕਬੰਦਾ ਨੂੰ ਦੇਖਦੇ ਹੋ ਥੋੜ੍ਹੀ ਭਾਵੇਂ ਜਦੋਂ ਫਲਾਣਾ ਉੱਤੇ ਐਂ ਹੀ ਕਰੀ ਜਾਣਾ ਆਪਸ ਵਿੱਚ ਹੀ ਇੱਕ ਦੂਜੇ ਨੂੰ ਲੱਗੇ ਰਹੇ ਤੇ ਕੱਪੜੇ ਪਾਵੇ ਮੈਂ ਕਿਹਾ ਕਰਮ ਜੀ ਜਿਹੜੇ ਕੱਪੜੇ ਪਵਾਈ ਜਾਂਦੇ ਅੱਜ ਤੇਰੇ ਵਾਲਾ ਕੰਮ ਹੋ ਜੂ ਤੁਹਾਨੂੰ ਅਸੀਂ ਮੁਕਾਬਲਾ ਕਰ ਦਾਂਗੇ ਜੀ। ਹਾਂ ਵੀ ਮੈਂ ਕਿਹਾ ਮੁਕਾਬਲਾ ਹੋਊਗਾ ਆਹ ਦਾ ਬਲਕਿ ਸੋਚ ਆ ਮੇਰੀ ਆਪਦੀ ਵੀ ਮੁਕਾਬਲਾ ਬਣਾ ਵੀ ਮੈਂ ਅੱਜ ਹੋ ਜੂਗਾ ਕਿਉਂਕਿ ਮੁਕਾਬਲੇ ਇਸੇ ਤਰ੍ਹਾਂ ਹੀ ਬਣਦੇ ਰਹੇ। ਹਾਂ ਬਣਦੇ ਰਹੇ ਆ। ਅੱਛਾ ਇਹ ਜੋ ਦੌਰਾਨ ਇਹਨਾਂ ਨੇ ਭਾਈ ਸ਼ਮਸ਼ੇਰ ਸਿੰਘ ਬੱਬਰ ਭੁੱਲਰ ਭਾਈ ਕੀ ਉਹ ਨਾਂ ਸਿੰਘ ਦਾ ਰਾਜੋਆਣੇ ਦਾ ਸੀਗਾ ਸਿੰਘ ਲੱਡੂ ਅਵਤਾਰ ਸਿੰਘ ਬੱਬਰ ਲੱਡੂ ਤੇ ਸੁਰਿੰਦਰ ਸਿੰਘ ਬੱਬਰ ਚੱਕ ਬਦਲ ਸਾਹਿਬ ਤੁਹਾਨੂੰ ਤਸਵੀਰ ਦਿਖਾ ਦੇਣਾ ਮੇਰੇ ਕੋਲ ਪਈ ਆ ਲੱਡੂ ਦੀ ਤਸਵੀਰ ਜ਼ਰੂਰ ਦਿਖਾਇਓ ਜੀ। ਦਿਖਾਵਾਂਗੇ ਜ਼ਰੂਰ ਦਿਖਾਵਾਂਗੇ। ਭਾਈ ਅਵਤਾਰ ਸਿੰਘ ਬੱਬਰ ਲੱਡੂ ਨੂੰ ਤੇ ਸ਼ਮਸ਼ੇਰ ਸਿੰਘ ਬੱਬਰ ਭੁੱਲਰ ਨੂੰ ਆਹ ਰਾਜਸਥਾਨ ਫੜੇ ਜਾਂਦੇ ਦੋਵੇਂ ਨੇ ਰਾਜਸਥਾਨ ਫੜ ਕੇ ਉਹ ਜੇਲ੍ਹ 'ਚ ਘੱਲ ਦਿੰਦੇ ਆ। ਜੇਲ੍ਹ 'ਚੋਂ ਇਹਨਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਉਂਦੀ ਪੰਜਾਬ ਪੁਲਿਸ ਦੋਵਾਂ ਨੂੰ। ਲੱਡੂ ਨੂੰ ਲੈ ਜਾਂਦੇ ਸੰਗਰੂਰ ਸ਼ਮਸ਼ੇਰ ਨੂੰ ਲੈ ਜਾਂਦੇ ਸੀ ਐਸਾ ਫਰੀਦਕੋਟ। ਭਾਈ ਸੰਗਰਾਮ ਸਿੰਘ ਬੱਬਰ ਚੱਕ ਬਰਸਾ ਜਿਹੜਾ ਉਹਨੂੰ ਨਾਗਪੁਰ ਤੋਂ ਆਉਂਦੇ ਨੂੰ ਦਿੱਲੀੋਂ ਫੜਦੇ ਆ। ਆਹ ਸਾਰੇ ਅੱਡ ਬੰਦ ਆ ਜੀ ਮਤਲਬ ਕਿ ਸਾਰੇ ਅੱਡ ਬੰਦ ਸਾਰੇ ਤੇ CS ਸਾਹਿਬ ਵਿੱਚ ਬੜੀ ਜਿਹੜਾ ਸੱਜੇ ਹੱਥ ਮੁੜ ਕੇ ਹਵਾਲਾਤ ਹੁੰਦੀਆਂ ਉਸ ਹਵਾਲਾਤ ਦੇ ਵਿੱਚ ਭਾਈ ਅਵਤਾਰ ਸਿੰਘ ਬੱਬਰ ਲੱਡੂ ਬੜਾ ਨਾਮ ਸਿਮਰਨ ਵਾਲਾ ਬੰਦਾ। ਅਸੀਂ ਆਵਾਜ਼ ਪਛਾਣਦੇ ਇੱਕ ਦੂਜੇ ਦੀ ਇਹ ਗੱਲ ਕੀ ਹੈ ਉਹਨੇ ਸਿਮਰ ਕਰਨਾ ਬਾਣੀ ਪੜ੍ਹਨੀ ਉਹਦੇ ਹਵਾਲਾਤ ਦੇ ਮੂਹਰੇ ਕੰਬਲ ਟੰਗਿਆ ਸੀਗਾ ਤੇ ਮੇਰੇ ਆ ਜਦ ਮੈਂ ਸੀ ਕਮਰੇ 'ਚ ਬੰਦ ਉਹਦੇ ਮੂਹਰੇ ਗੇਟ ਲੱਗਾ ਸੀ ਉਹ ਗੇਟ ਬੰਦ ਕਰ ਦਿੰਦੇ ਸੀਗੇ ਜਿੰਦਰਾ ਲਾ ਕੇ। ਤੇ ਸ਼ਮਸ਼ੇਰ ਹੁਣੀ ਜਿਹੜਾ ਬਲਵੀਰ ਸਿੰਘ ਖਹਿਰਾ ਕੋਠੀ ਇੱਧਰਲੇ ਪਾਸੇ ਸੀਗੇ ਬੰਦ ਕਿਤੇ। ਤੇ ਜਿੱਥੋਂ ਤੱਕ ਜਿੱਦਣ ਅਵਤਾਰ ਸਿੰਘ ਬੱਬਰ ਲੱਡੂ ਨੂੰ ਉਹ ਹਵਾਲਾਤ 'ਚੋਂ ਕੱਢਦੇ ਆ ਉਸ ਦਿਨ ਭਾਈ ਸ਼ਮਸ਼ੇਰ ਸਿੰਘ ਤੇ ਸੰਗਰਾਮ ਸਿੰਘ ਬੱਬਰ ਚੱਕ ਬਦਰਸਾ ਨੂੰ ਹੀ ਕੱਢਦੇ ਆ। ਚੱਕ ਬਦਰਸਾ ਨੂੰ ਤਾਂ ਟੰਗਦੇ ਆ ਪਿੱਛੋਂ ਬੰਨ੍ਹ ਕੇ ਆਏ ਉੱਤੇ ਤਾਂ ਪਾਉਣੀ ਤੇ ਉਹਦੀ ਰੀੜ੍ਹ ਦੀ ਹੱਡੀ ਇੱਥੋਂ ਟੁੱਟ ਜਾਂਦੀ ਹੈ। ਓਹੋ ਹੋ ਉੱਥੇ ਹਾਂਜੀ ਤਾਂ ਉਹ ਉੱਥੇ ਸ਼ਹੀਦ ਹੋ ਜਾਂਦਾ। 23 ਨਵੰਬਰ 1991 ਇਹਨਾਂ ਤਿੰਨਾਂ ਸਿੰਘਾਂ ਨੂੰ ਲੈ ਜਾਂਦੇ ਦਬੜੀ ਖਾਨੇ ਸ਼ਹੀਦ ਕਰ ਦਿੰਦੇ ਦੋਵਾਂ ਨੂੰ। ਅਵਤਾਰ ਸਿੰਘ ਬੱਬਰ ਲੱਡੂ ਨੂੰ ਗੋਲੀਆਂ ਮਾਰ ਕੇ ਉਹਦਾ ਪੇਟ ਪਾੜਦੇ ਆ। ਪੇਟ ਪਾੜ ਕੇ ਤੇ ਉਹਦੇ ਪੱਥਰ ਬਲ ਕੇ ਫਰੀਦਕੋਟ ਨਹਿਰਾਂ ਦੇ ਸਪੁਰਦ ਕਰ ਦਿੰਦੇ ਨਹਿਰ ਛੱਡ ਦਿੰਦੇ ਉਹਦਾ ਕਾਰ ਰੈਂਕ। ਜਦੋਂ ਉਹ ਲੱਡੂ ਨੂੰ ਗੰਗਾ ਨਗਰ ਤੋਂ ਲੈ ਕੇ ਆਏ SSP ਸਤੀਸ਼ ਕੁਮਾਰ ਸ਼ਰਮਾ ਸੰਗਰੂਰ ਲੈ ਕੇ ਜਾਂਦਾ। ਸਤੀਸ਼ ਕੁਮਾਰ ਸ਼ਰਮਾ SSP ਸੰਗਰੂਰ ਸੀ ਉਹਨੇ ਬਿਆਨ ਦਿੱਤਾ ਕਿ ਅਵਤਾਰ ਸਿੰਘ ਬੱਬਰ ਚੱਲਦੀ ਗੱਡੀ ਜਿਪਸੀ ਸੀ ਨਹਿਰ 'ਚ ਛਾਲ ਮਾਰ ਗਿਆ ਉਹਨੂੰ ਭਾਲ ਰਹੇ ਆ। ਸਮਝੇ ਕਿ ਨਹੀਂ ਮੇਰੀ ਗੱਲ ਜੀ। ਪੁਲਿਸ ਵੀ ਸੱਚੀ ਹੁੰਦੀ ਹੈ ਇਸ ਗੱਲ 'ਚ ਵੀ ਨਹਿਰ ਛਾਲ ਮਾਰ ਗਿਆ ਹੈ ਮਨਗੜਤ ਕਹਾਣੀਆਂ ਬਣਦੀਆਂ। ਹਾਂ ਜੀ। ਅੱਛਾ ਉਹਨੂੰ ਨਹਿਰ ਛੱਡ ਦਿੰਦੇ ਆ। ਉਹਨਾਂ ਦੋਵਾਂ ਦਾ ਸਿੰਘਾਂ ਦਾ ਸੰਸਕਾਰ ਕਰ ਦਿੰਦੇ ਆ ਸੰਗਰਾਮ ਦਾ ਵੀ ਅਤੇ ਸ਼ਮਸ਼ੇਰ ਦਾ ਵੀ। ਠੀਕ ਨਹੀਂ। ਚਲੋ ਇਹਦੇ ਵਿੱਚ ਇੱਕ ਗੱਲ ਹੋਰ ਘਟਨਾ ਵਾਪਰਦੀ ਹੈ। ਸੰਗਰਾਮ ਸਿੰਘ ਬਾਰੇ ਪਤਾ ਲੱਗ ਜਾਂਦਾ ਉਹਦੇ ਸਹੁਰੇ ਪਰਿਵਾਰ ਨੂੰ ਵੀ ਉਹ ਫੜਿਆ ਗਿਆ। ਉਹ ਜਿਹੜਾ ਸੀਗਾ ਆਪਣੇ ਮੁੱਖ ਮੰਤਰੀ ਸਰਾਇਨਾਗੇ ਦਾ ਹਰਚਰਨ ਸਿੰਘ ਬਰਾੜ ਉਹ ਹਰਚਰਨ ਸਿੰਘ ਬਰਾੜ ਨੂੰ ਲੈ ਕੇ ਆਉਂਦੇ ਸੀ ਇਸ ਸਟਾਫ 'ਚ। ਸੰਗਰਾਮ ਸਿੰਘ ਬੱਬਰ ਤਾਂ ਟੰਗਿਆ ਉਹਦੇ ਕੋਲ ਦੀ ਹਰਚਰਨ ਸਿੰਘ ਬਰਾੜ SSP ਸਵਰਨ ਸਿੰਘ ਘੋੜੇ ਨੂੰ ਮਿਲਣ ਜਾਂਦਾ ਸੀ ਇਸ ਸਟਾਫ 'ਚ। ਉਹ ਸਵਰਨ ਸਿੰਘ ਘੋੜੇ ਨੇ ਚਾਹ ਜਾਂ ਚੁਸਕਿਆ ਲੈ ਠੰਡੇ ਠੁੱਲੇ ਚੁਸਕਿਆ ਲੈ ਕੇ ਚਲਿਆ ਜਾਂਦਾ। ਉਹਨੂੰ ਸੰਗਰਾਮ ਸਿੰਘ ਬੱਬਰ ਟੰਗਿਆ ਜਾਂ ਤਾਂ ਟੰਗਿਆ ਦਿਖਦਾ ਨਹੀਂ ਆ ਕਿਰਦਾਰ ਸੀ ਪੰਜਾਬ ਦੇ ਮੁੱਖ ਮੰਤਰੀ। ਹੁਣ ਉਹ ਦਿਖਦਾ ਨਹੀਂ ਉਹਦੇ ਕੋਲ ਦੀ ਲੈ ਕੇ ਜਾਂਦੇ ਆ। ਉਹ ਪੂਰਬਾ ਜੀ ਉਹਨਾਂ ਦੇ ਸਹੁਰਾ ਸਾਹਿਬ ਭਾਈ ਸਾਹਿਬ ਸੰਗਰਾਮ ਸਿੰਘ ਦੀ ਸਿੰਘਣੀ ਹੋਰ ਸਾਲ 'ਚ ਮਤਲਬ ਮਾਪੇ ਘਰੇ ਚਲੀ ਗਈ ਸੀ ਇੱਥੇ ਨਹੀਂ ਦੀ ਉਹਦੇ ਬੱਚਾ ਹੈ ਨਹੀਂ ਕੋਈ ਉਹਨਾਂ ਦੇ। ਤੇ ਅਵਤਾਰ ਸਿੰਘ ਬੱਬਰ ਲੱਡੂ ਬਾਰੇ ਮੈਂ ਦੱਸਣਾ ਚਾਹੁੰਦਾ। ਉਹ ਸੰਗਰੂਰ ਦਾ ਚੀਫ ਸੀਗਾ ਸੰਗਰੂਰ ਜ਼ਿਲ੍ਹੇ ਦਾ। ਉਹ ਜਦੋਂ ਜਥੇਬੰਦੀ ਦੇ ਵਿੱਚ ਸ਼ਾਮਲ ਹੁੰਦਾ ਉਹ ਪਹਿਲਾਂ ਰਾਜੋਵਾਲੇ ਪਿੰਡ 'ਚ ਕੋਈ ਵਾਰਦਾਤ ਕਰਕੇ ਆਉਂਦਾ। ਉਹ ਵਾਰਦਾਤ ਬਾਰੇ ਜਥੇਬੰਦੀਆਂ ਨੂੰ ਪਤਾ ਪਰ ਆਪਾਂ ਚੁੱਪ ਹਾਂ। ਸਮਝੇ ਕਿ ਨਹੀਂ ਮੇਰੀ ਗੱਲ ਜੀ।
ਉਹ ਵਾਰਦਾਤ ਕਰਕੇ ਆਉਂਦਾ, ਉਹ ਸੰਗਰੂਰ ਫਰੀਦਕੋਟ ਪੁਲਿਸ ਜਿਹੜੀ ਆ ਉਹਨੂੰ ਸੰਗਰੂਰ ਤੋਂ ਆਪਦੇ ਕੋਲ ਲੈ ਆਉਂਦੀ ਆ, ਇੱਥੇ ਉਹ ਉਹਨਾਂ ਨੂੰ ਖਤਮ ਕਰ ਦਿੰਦੀ ਆ। ਅਸੀਂ ਅਵਤਾਰ ਸਿੰਘ ਲੱਡੂ ਬਾਰੇ ਭਾਲਣ ਦੀ ਬਹੁਤ ਕੋਸ਼ਿਸ਼ ਕੀਤੀ ਉਹਦੇ ਪਰਿਵਾਰ ਬਾਰੇ, ਪਰ ਸਾਨੂੰ ਨਹੀਂ ਕੋਈ ਨਿਆਂ ਮਿਲਿਆ। ਤੁਸੀਂ ਕਹੋਗੇ ਤੈਨੂੰ ਕੀ ਲੋੜ ਪਈ ਸੀ, ਹੁਣ ਮੈਂ ਕੁਐਸਚਨ ਤੁਹਾਡੇ ਵੱਲੋਂ ਮੈਂ ਆਪਦੇ ਤੇ ਆਪ ਹੀ ਕਰ ਲੈਣਾ, ਵੀ ਤੈਨੂੰ ਕੀ ਲੋੜ ਪਈ ਸੀ ਆ ਪੰਗੇ ਲੈਣ ਦੀ, ਵੀ ਪੜਤਾਲ ਕਰਨ ਦੀ। ਜਦੋਂ ਮੈਂ ਤਿਹਾੜ ਜੇਲ੍ਹ ਦਿੱਲੀ ਚੋਂ ਆਇਆ, ਇੱਕ ਸੰਕਲਪ ਲੈ ਕੇ ਆਇਆ ਨਾਲ। ਤਿਹਾੜ ਜੇਲ੍ਹ ਤੋਂ ਤਿਹਾੜ ਜੇਲ੍ਹ ਤੋਂ ਜਿਹੜੀ ਇੱਕ ਘਟਨਾ ਤੁਸੀਂ ਸਾਂਝੀ ਕੀਤੀ ਸੀ ਬਈ ਕਿਸੇ ਸਿੰਘ ਨੇ ਪ੍ਰੇਰਿਆ ਤੁਹਾਨੂੰ ਵੀ ਕਰਮਜੀਤ ਸਿੰਘ ਹੁਣ ਕਲਮ ਚੁੱਕ। ਹਾਂ ਕਲਮ ਚੁੱਕ ਜੀ, ਵੀ ਆਪਾਂ ਤਾਂ ਇੱਥੇ ਬੈਠੇ ਰਹਾਂਗੇ। ਹਾਂ ਬੈਠੇ ਰਹਾਂ। ਭਾਈ ਮਹਿੰਦਰਪਾਲ ਸਿੰਘ ਜੰਮੂ ਦਾ ਸਿੰਘ ਸੀਗਾ ਜੀ, ਮਹਿੰਦਰਪਾਲ ਸਿੰਘ ਜੰਮੂ। ਤੇ ਮੇਲ ਮੁਲਾਪ ਇਹੋ ਜਿਹਾ ਹੀ ਹੁੰਦਾ ਸੀ 5-7 ਮਿੰਟਾਂ ਦਾ, ਇੱਧਰੋਂ ਉੱਧਰੋਂ ਕਦੇ ਪੇਛੀ ਦੇ ਜਾਂਦੇ ਮਿਲ ਪਏ, ਜਾਂ ਮੁਲਾਕਾਤ 'ਤੇ ਮਿਲ ਪਏ, ਜਾਂ ਮੈਡੀਕਲ ਦੋ ਹਸਪਤਾਲ ਜਾਣ ਲੱਗੇ ਉੱਥੇ ਮਿਲ ਪਏ, ਐਂ ਹੁੰਦਾ। ਮੈਨੂੰ ਕਹਿੰਦਾ ਯਾਰ ਕਿੰਨਾ ਕੁ ਚਿਰ ਆਪਾਂ ਬੈਠੇ, ਕਿਸੇ ਨੂੰ ਪਤਾ ਹੈਗਾ ਬੈਠੇ? ਮੈਂ ਘਰਦਿਆਂ ਨੂੰ ਪਤਾ। ਕਹਿੰਦਾ ਫਿਰ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਆਪਾਂ ਬੈਠੇ ਵੀ ਲੋਕ। ਕਹਿੰਦਾ ਫਿਰ ਉਸ ਵੇਲੇ ਪਹਿਲੀ ਵਾਰੀ ਮੈਂ ਕਲਮ ਚੁੱਕੀ ਹੈ। ਫਿਰ ਉਹ ਕਲਮ ਜੋ ਕਾਫਲਾ ਬਣ ਜੇ, ਹਾਂਜੀ ਉਸ ਵੇਲੇ ਮੈਂ ਕਲਮ ਚੱਕੀ ਹੈ। ਤੇ ਫਿਰ ਮੈਂ ਲਿਖਣ ਲੱਗ ਗਿਆ। ਲਿਖਣ ਦਾ ਸੰਗਤ ਨੇ ਭਰਪੂਰ ਹੰਗੋਰਾ ਦਿੱਤਾ। ਹਾਲਾਂਕਿ ਮੈਂ ਹਿੰਦੀ ਮੀਡੀਅਮ ਵਿੱਚ BA ਕੀਤੀ ਹੈ, ਕੁਆਲੀਫਿਕੇਸ਼ਨ ਹਿੰਦੀ ਮੀਡੀਅਮ 'ਚ। ਹਾਂਜੀ ਪੰਜਾਬੀ ਘੱਟ ਪੜ੍ਹਿਆ ਸੀਗਾ, ਕਿਉਂਕਿ ਮੈਂ AD ਵਿੰਗ ਹੁੰਦਾ, 에ਅਰ ਡਿਫੈਂਸ, AD ਵਿੰਗ, 에ਅਰ ਫੋਰਸ ਦਾ ਇੱਕ ਵਿੰਗ ਹੈ AD, ਮੈਂ ਉਹਦੇ 'ਚ ਸੀਗਾ। ਉੱਥੇ ਹਿੰਦੀ 'ਚ ਹੀ ਸਾਰਾ ਕੁਛ ਹੁੰਦਾ ਜੀ, ਆਰਮੀ 'ਚ ਹਿੰਦੀ 'ਚ ਹੁੰਦਾ ਸਾਰਾ ਕੁਛ। ਅਤੇ ਉੱਥੇ ਫਿਰ ਮੈਂ ਸਕੂਲ 'ਚ ਨਾਲੇ ਗੇਮ ਖੇਡਦਾ ਸੀਗਾ, ਨਾਲੇ ਬੈਠਾ ਪੜ੍ਹਨ ਲੱਗ ਜਾਂਦਾ ਸੀਗਾ। ਉੱਥੇ ਮੈਂ ਗ੍ਰੈਜੂਏਸ਼ਨ ਕਰ ਗਿਆ ਸੀਗਾ। AD ਵਿੰਗ 에ਅਰ ਫੋਰਸ, ਹਾਂ ਜੀ, 10 ਕਰੋੜ ਡਬਲਾਲੀ ਆ ਨਾਲ ਹੀ ਉੱਥੇ ਸੈਂਟਰ ਸੀ ਸਾਡੇ, ਉੱਥੇ ਮੈਂ ਕਰਨ ਲੱਗ ਗਿਆ ਸੀਗਾ। ਉੱਥੇ ਗੇਮ ਲਾਉਣੀ, ਨਾਲੇ ਫਿਰ ਮੈਂ ਕਹੀ ਮੈਂ ਪੇਪਰ ਦੇਣਾ ਚਾਹੁੰਦਾ। ਕਹਿੰਦੇ ਉਹ ਬੜੇ ਖੁਸ਼ ਹੁੰਦੇ, ਅਫਸਰ ਬੜੇ ਸਿਆਣੇ ਹੁੰਦੇ ਆ, ਉਹ ਆਪਣੇ ਵਰਗੇ ਜੱਟ ਨਹੀਂ ਹੁੰਦੇ ਪੰਜਾਬ ਪੁਲਿਸ ਵਰਗੇ। ਬਿਲਕੁਲ ਉਹਨਾਂ ਨੇ ਬੜਾ ਮੈਨੂੰ ਵੈਲਕਮ ਕਿਹਾ, ਅਤੇ ਮੈਂ ਗੇਮ ਵੀ ਲਾਉਣੀ ਅਤੇ ਨਾਲ ਆਹ ਕੰਮ ਕਰਨਾ। ਮੈਂ ਉੱਥੇ ਹਿੰਦੀ ਮੀਡੀਅਮ 'ਚ ਲੱਗ ਗਿਆ ਅਤੇ ਲਿਖਣਾ ਮੈਂ ਪੰਜਾਬੀ ਗੁਰਮੁਖੀ 'ਚ ਤਿਹਾੜ ਜੇਲ੍ਹ 'ਚ ਲੱਗਾ। ਤਿਹਾੜ ਜੇਲ੍ਹ, ਹਾਂਜੀ। ਉਦੋਂ ਮੈਂ ਮੇਰੇ ਖਿਆਲ ਇੱਥੇ ਮੈਗਜ਼ੀਨ ਪਿਆ ਹੋਣਾ, ਅਤੇ ਉਹ ਕੌਮ ਪਰ ਮਰਨੇ ਵਾਲੋਂ ਕਾ ਜੀ ਬਾਕੀ ਹਸ਼ਰ ਹੋਗਾ। ਹਾਂ, ਕੌਮ ਪਰ ਮਰਨੇ ਵਾਲੋਂ ਕਾ ਇਹ ਬਾਕੀ ਹਸ਼ਰ ਹੋਗਾ। ਉਹ ਤੁਹਾਡਾ ਆਰਟੀਕਲ ਛਪਿਆ ਸੀ ਸਪੋਕਸਮੈਨ। ਹਾਂ, ਸਪੋਕਸਮੈਨ ਪਿਆ ਮੇਰੇ ਕੋਲ, ਡੁਪਲੀਕੇਟ ਔਰ ਅਸਲੀ ਕਾਪੀ ਪਈ ਹੋਣੀ ਮੇਰੇ ਖਿਆਲ ਹੈਗੇ। ਅਤੇ ਉਹ ਛਪਿਆ। ਮੈਨੂੰ ਇੰਨਾ ਰਿਸਪੌਂਸ ਦਿੱਤਾ ਲੋਕਾਂ ਨੇ, ਕਹਿੰਦੇ ਵੀ ਸੱਚ ਲਿਖਿਆ ਮੈਂ ਉੱਥੇ। ਕੁਛ ਹੁੰਦਾ ਨਾ ਬਲਕਿ ਆਰਟੀਫਿਸ਼ਲ ਹੁੰਦਾ, ਵੀ ਕੋਈ ਪੇਸ਼ਾਵਰ ਲਿਖਾਰੀ ਹੁੰਦੇ, ਆਰਟੀਫਿਸ਼ਲ ਨਹੀਂ ਮੈਂ ਕਹਿੰਦਾ, ਪੇਸ਼ਾਵਰ ਲਿਖਾਰੀ ਹੁੰਦੇ ਆ। ਮੈਂ ਜੋ ਦਿਖਿਆ ਉਹ ਲਿਖਤਾ, ਜੋ ਦੇਖਿਆ ਉਹ ਲਿਖਤਾ, ਜੋ ਹੰਢਾਇਆ ਤੁਸੀਂ। ਹਾਂ, ਜੋ ਦੇਖਿਆ ਜਾਂ ਲਿਖਿਆ ਮੈਂ ਉਹ ਲਿਖਤਾ। ਅਤੇ ਲੋਕਾਂ ਨੇ ਵਧੀਆ ਰਿਸਪੌਂਸ ਦਿੱਤਾ, ਸੰਗਤ ਨੇ ਦਿੱਤਾ। ਕੁਛ ਲੀਡਰ ਮੇਰੇ ਨਾਲ ਗੁੱਸੇ ਵੀ ਹੋ ਗਏ, ਕਿਉਂਕਿ ਤੁਸੀਂ ਸੱਚ ਲਿਖਿਆ। ਹਾਂ, ਕੁਛ ਕੁ ਲੀਡਰ ਮੇਰੇ ਨਾਲ ਗੁੱਸੇ ਵੀ ਹੋ ਗਏ, ਮੈਂ ਸੱਚ ਲਿਖਤਾ ਇਸ ਕਰਕੇ। ਜੇ ਕੋ ਬੋਲੇ ਸੱਚ ਕੂੜਾ ਜਲ ਜਾ ਬਈ, ਗੁਰਬਾਣੀ ਦਾ ਵੀ ਫਰਮਾਨ ਹੈ। ਤੇ ਮਤਲਬ ਕਿ ਆਹ ਗੱਲਾਂ ਚੱਲਦੀਆਂ ਰਹੀ। ਫਿਰ ਉਸ ਤੋਂ ਬਾਅਦ ਫਿਰੋਜ਼ਪੁਰ ਜੇਲ੍ਹ ਵੀ ਵੇਖੀ, ਬਠਿੰਡਾ ਜੇਲ੍ਹ ਵੀ ਵੇਖੀ, ਅਤੇ ਇੱਕ ਰਾਹਦਾਰੀ 'ਚ ਮੈਨੂੰ ਪਤਾ ਨਹੀਂ ਕਿੱਥੇ ਰੱਖ ਲਿਆ ਇਹਨਾਂ ਨੇ। ਕਿ ਨਾ ਰਾਹਦਾਰੀ ਹੁੰਦੀ ਹੈ ਜੇਲ੍ਹਾਂ ਦੀ, ਜੇ ਦੂਜੇ ਸਾਲ ਦੇ ਰਾਹ 'ਚ ਰੱਖ ਜਾਂਦੇ ਆ। ਉਹ ਅੱਜ ਤੱਕ ਨਹੀਂ ਸਮਝ ਸਕਿਆ ਕਿੱਥੇ ਰੱਖਿਆ। ਰਾਤ ਨੂੰ ਛੱਡ ਕੇ ਤੜਕੇ ਕਿਸੇ ਦਿਨ ਲੱਗੇ। 1981 ਤੋਂ ਸੰਘਰਸ਼ ਵਿੱਚ ਗਏ। ਹਾਂਜੀ, 86 ਵਿੱਚ ਪਹਿਲੀ ਵਾਰ ਫੜੇ ਜਾਂਦੇ ਨੇ। 88 91 ਜੀ। ਹਾਂਜੀ, ਉਸ ਤੋਂ ਬਾਅਦ ਅਣਮਨੁੱਖੀ ਤਸ਼ੱਦਦ ਹੁੰਦਾ, 26 ਦਿਨ ਟੌਰਚਰ ਹੁੰਦਾ CIA ਸਟਾਫ ਦੇ ਵਿੱਚ। ਇੱਕ ਗੱਲ ਹੋਰ ਜੀ, ਜੇ ਟਾਰਚਰ ਵਾਲੀ ਗੱਲ ਨਹੀਂ, ਮਤਲਬ ਕਿ ਮੁਗਲਾਂ ਦੇ ਜਿਹੜੇ ਤਸ਼ੱਦਦ ਹੋਰ ਹਿਸਾਬ ਦੇ ਸੀਗੇ। ਮੁਗਲਾਂ ਦੇ, ਹਾਂ, ਜਿਹੜੇ ਮੁਗਲਾਂ ਦੇ ਟਾਰਚਰ ਸੀ, ਮੂਲੀਆਂ ਮਾਰਨੀਆਂ, ਚਰਖੜੀਆਂ ਚੜ੍ਹਾ ਦੇ, ਜਾਂ ਤੁੰਬਾ ਕਰ ਦੇਣੇ, ਹੈ ਨਾ, ਉਹ ਤਸ਼ੱਦਦ ਹੋਰ। ਜਿਹੜੇ ਆਹ ਪੰਜਾਬ ਪੁਲਿਸ, ਮੈਂ ਹੈਰਾਨ ਸਿੱਖ ਕਿੱਥੋਂ ਆਈ ਆ। ਜਿਹੜੇ ਟਾਰਚਰ ਕਰਦੇ ਨੇ ਢੰਗ ਆ, ਨਿਵੇਕਲੇ ਢੰਗ, ਬਕਾਇਦਾ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਟਾਰਚਰ ਕਰਨ ਦੀ। ਔਰ ਕਿਸੇ ਕਾਨੂੰਨ 'ਚ ਨਹੀਂ ਹੈ, ਜੋ ਕਿਸੇ ਕਾਨੂੰਨ 'ਚ ਨਹੀਂ ਹੈ। ਕਾਨੂੰਨ ਦੀਆਂ ਧੱਜੀਆਂ ਉੱਡਦੀਆਂ ਨੇ। ਹਾਂਜੀ, ਅਣਮਨੁੱਖੀ। ਫਰੀਦਕੋਟ CS ਸਾਹਿਬ ਡਾਕਟਰ ਦਲਾਲ ਸੀ, CMO ਜੀ, ਦਲਾਲ ਸੀਗਾ CMO। ਉਸ ਟਾਰਚਰ ਕਰਨ ਲੱਗੇ ਨੂੰ ਡਾਕਟਰ ਦਲਾਲ ਨੂੰ ਕੋਲੇ ਬਾਲ ਦਿੰਦੇ ਸੀਗੇ ਡਾਕਟਰ ਨੂੰ, ਵੀ ਆਹ ਮਰੇ ਨਾ ਤੂੰ, ਜਿੱਥੋਂ ਤੂੰ ਉਂਗਲੀ ਖੜੀ ਕਰਦੀ ਉੱਥੇ ਛੱਡ ਦੇਣਾ ਇਹਨੂੰ। CMO ਨੂੰ ਬਿਠਾਉਂਦੇ ਸੀ।
ਉਹ ਇਹ ਭਾਉਂਦਾ ਕਰ ਰਹੇ ਜੇ ਕੋਈ ਬੰਦਾ ਮਰ ਜਾਂਦਾ ਸਿੰਘ ਪੋਸਟਮਾਰਟਮ ਦੀ ਰਿਪੋਰਟ ਵੀ ਉਹਨੇ ਲਿਖਣੀ ਹੁੰਦੀ ਸੀ। ਫਿਰ ਮਰਜੀ ਪੋਸਟਮਾਰਟਮ ਸਿੰਘ ਦਾ ਮਰਿਆ ਹੁੰਦਾ ਸਾਈਨ ਖਾ ਕੇ। ਮਤਲਬ ਇਹੋ ਜਿਹੇ ਡਾਕਟਰਾਂ ਨੂੰ ਫਿਰ ਡਾਕਟਰੀ ਜਿਹੜਾ ਪੇਸ਼ਾ ਹੈ ਜਾਂ ਬਦਨਾਮ ਕੀਤਾ ਜੀ, ਬਦਨਾਮ ਕੀਤਾ, ਔਰ ਉਸ ਰੁਤਬੇ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ। ਲਾਹਨਤ ਹੈ ਇਹੋ ਜਿਹੇ ਡਾਕਟਰਾਂ ਨੂੰ ਜਿਹੜੇ ਵਿਕ ਚੁੱਕੇ ਸੀ ਉਦੋਂ। ਨਹੀਂ ਕਾਰ ਲੈ ਕੇ ਗਏ ਯਾਰ, ਪਤਾ ਗੱਲ ਜੀ ਉਹ ਜਿਹੜੀ ਪੋਸਟ ਮਰਿਆ ਹੁੰਦਾ ਸਿੰਘ ਸਾਈਨ ਕਰਕੇ ਸ਼ਹੀਦ ਹੋਇਆ ਹੁੰਦਾ ਤੇ ਉਹਦੇ ਮਾਰੀਆਂ ਹੁੰਦੀਆਂ ਗੋਲੀਆਂ, ਪੋਸਟਮਾਰਟਮ ਦੇ ਵਿੱਚ ਤਾਂ ਸਾਈਨ ਨਾਲ ਹੀ ਹੋਣੀਆਂ। ਬਿਲਕੁਲ ਉਹੀ ਆਉਣੀ ਆ। ਫਿਰ ਉਹ ਗੋਲੀਆਂ ਖੱਬੇ ਵੱਜੀਆਂ ਸੱਜੋਂ ਵੱਜੀਆਂ, ਆਹ ਬੁਲਟ ਵੱਜਿਆ ਹੈ ਨਾ, ਫਿਰ ਉਹ ਮਰਜ਼ੀ ਦਾ ਪੋਸਟਮਾਰਟਮ ਲਿਖਾਉਂਦੇ। ਇਹ ਗੱਲ ਹੈ। ਕਦੋਂ ਤਿਹਾੜ ਜੇਲ੍ਹ ਦੇ ਵਿੱਚੋਂ ਤੁਹਾਡੀ ਵਾਪਸੀ ਹੁੰਦੀ ਹੈ ਘਰ ਦੇ ਵਿੱਚ? ਨਹੀਂ ਉਦੋਂ ਪਹਿਲਾਂ ਹੋਰ ਕੁਝ ਵੀ ਬੜਾ ਕੁਝ ਲੁਕੋਈ ਜਾਂਦਾ ਮੈਂ। ਦੱਸੋ। ਭਾਈ ਸਾਹਿਬ ਜਿਹੜੇ ਜਦੋਂ ਕਿਸੇ ਸਿੰਘ ਨੂੰ ਫੜਦੇ ਆ ਜੀ ਸਭ ਤੋਂ ਪਹਿਲਾਂ ਮਤਲਬ ਕਿ ਮੈਂ ਦੱਸਣਾ ਗੱਲ ਜੀ, ਜਦੋਂ ਫੜਦੇ ਆ ਕੰਧਾ ਕੋਠੇ ਟੱਪ ਬਾਰ ਬਾਰੀਆਂ ਲੁਕੋ ਸਾਰਾ ਟੱਬਰ ਪਾਸੇ ਬੰਦ ਕਰ, ਉਹ ਸਿੰਘ ਨੂੰ ਫੜਦੇ ਹੋਏ ਚੋਰਾਂ ਵਾਂਗੂ ਆਉਂਦੇ ਆ। ਚਲੋ ਕੁਝ ਵੀ ਕਰੋ ਜੀ ਹਨਾ, ਤੇ ਸਭ ਤੋਂ ਪਹਿਲਾਂ ਉਹ ਸਿੰਘ ਦੇ ਕੱਪੜੇ ਪਾੜ ਦਿੰਦੇ ਆ, ਕੱਪੜੇ ਪਾੜ ਦਿੰਦੇ ਆ, ਲਾਹ ਦਿੰਦੇ ਸਾਰਾ ਕੁਛ। ਸਭ ਤੋਂ ਪਹਿਲਾਂ ਗਾਤਰਾ ਲਾਉਂਦੇ ਆ। ਸਾਡੇ ਇੱਥੇ CS ਸਾਹਿਬ ਫਰੀਦਕੋਟ ਇਹ ਘਟਨਾ ਵਾਪਰੀ। ਇੱਕ ਬੇਅੰਤ ਸਿੰਘ ਸੀਗਾ ਪੰਜਾਬ ਪੁਲਿਸ 'ਚ, ਪਰ CRP ਪਰ ਪੰਜਾਬ ਪੁਲਿਸ ਸੀ, ਪੰਜਾਬ ਪੁਲਿਸ ਸੀਗਾ ਜੀ। ਉਹ ਲੈਟਰਿਨ ਗਿਆ ਤੇ ਉਹਨੇ ਸ੍ਰੀ ਸਾਹਿਬ ਕੱਢਿਆ, ਢਿੱਡ ਦੇ ਵਿੱਚ ਦੀ ਕੱਢਤਾ, ਪਰ ਉਹ ਬਚ ਗਿਆ, ਬਚਾ ਲਿਆ ਇਹਨਾਂ ਨੇ। ਉਸ ਤੋਂ ਬਾਅਦ ਇਹਦਾ ਪੱਕਾ ਹੀ ਹੋ ਗਿਆ ਵੀ ਪਹਿਲਾਂ ਸ੍ਰੀ ਸਾਹਿਬ ਲਵਾਓ, ਠੀਕ ਨਹੀਂ ਵੀ ਕੱਪੜੇ ਕੁਪੜੇ ਤਾਂ ਉਹਦੇ ਵੀ ਸਾਈਡ ਨਾ ਕਰਨਾ, ਇੱਥੇ ਕਲਰ ਕੂਲਰ ਦੇ ਵਿੱਚ ਲੁਕੋ ਕੇ ਜਾਂ ਇੱਥੇ ਕਿਤੇ ਸਾਈਡ ਨਾਲ ਲੁਕੋ ਕੇ ਰੱਖੀ ਹੋਵੇ, ਅਲਫ ਨੰਗਾ ਕਰ ਦਿੰਦੇ ਉਹਨੂੰ, ਉੱਤੇ ਦੇ ਦਿੰਦੇ ਕੰਬਲ। ਮੇਰੇ ਕੋਲ ਸਮਝ ਕਿ ਨਹੀਂ, ਉੱਤੇ ਕੰਬਲ ਦੇ ਦਿੰਦੇ, ਚੱਕ ਕੇ ਜੇਬ ਸੇ ਛੱਡ ਦਿੰਦੇ, ਚੱਕ। ਉਦੋਂ ਬਾਅਦ ਫਿਰ ਅਗਲੀ ਕਹਾਣੀ ਸ਼ੁਰੂ ਹੋ ਜਾਂਦੀ ਆ। ਅਗਲੀ ਕਹਾਣੀ ਸਭ ਤੋਂ ਪਹਿਲਾਂ ਲੱਤਾਂ 100 ਡਿਗਰੀ 'ਤੇ ਪਾੜ ਦੇਣੀਆਂ। ਫਰੀਦਕੋਟ ਸਟਾਫ 'ਚ ਪਾਈਪ ਰੱਖੀ, ਆਮ ਘੋੜ ਰਹੇ ਬਾਹਰ, ਪਾਈਪ ਪੱਟਾਂ ਦੇ ਫੇਰਨੀ, ਉੱਤੇ ਜੰਪ ਮਾਰਨੇ, 10 ਜਾਂ 11 ਜਣਿਆਂ ਨੇ ਖੜ੍ਹ ਜਾਣਾ। ਬਿਜਲੀ ਦੀ ਜਿਹੜੀ ਆ ਇਹਨਾਂ ਕੋਲ ਮਸ਼ੀਨ ਜੀ ਆਪਣੀ ਕੀ ਸਕੂਟਰ ਵਾਲੀ ਕਿਹੜੀ ਆਪਣੀ ਕਰੰਟ ਮਾਰਦੀ ਹੈ ਜੀ, ਕੋਈ ਘੁੰਮਦੇ ਜੀ ਆ, ਇੱਕ ਤਾਰ ਕੋਇਲ ਜਿਹੜੀ ਇੰਦਰੀ ਨੂੰ ਲੁੜ ਦੇਣੀ, ਇੱਕ ਹੱਥ 'ਚ ਰੱਖਣੀ, ਕਿਤੇ ਕੰਨ 'ਤੇ ਲਾ ਦੀ, ਕਿਤੇ ਕਾਦੇ ਲਾ ਦੀ, ਕਿਤੇ ਕਰੰਟ ਲਾਉਣਾ। ਹਾਂ ਝਟਕਾ ਵੱਜਦਾ ਜ਼ੋਰ ਦੀ। ਜੀਰਾ ਤੇ ਫਰੀਦਕੋਟ ਸਟਾਫ ਵਾਲੇ ਤੇ ਕਿੱਲੇ ਘੜ ਕੇ ਰੱਖੇ ਸੀ ਗੋਲ ਤਿੱਖੇ ਕਰਕੇ, ਉਹਦੇ 'ਤੇ ਬਹਾ ਦੇਣਾ ਕਿੱਲਿਆਂ 'ਤੇ। ਹਾਂਜੀ, ਪੁੱਠਾ ਡੱਗਣਾ ਜਾਂ ਪਾਣੀ ਦੇ ਟੱਬ 'ਚ ਡੁੱਬੋੜਨਾ ਦਾ ਸੁਧਾਰ ਕਰਨਾ ਇਹ। ਮੈਨੂੰ ਇੱਕ ਗੱਲ ਹੋਰ ਟਾਰਚ ਕਰਦੇ, ਪੁੱਛਦੇ ਵੀ ਕੁਛ ਨਹੀਂ, ਇਹ ਵੀ ਗੱਲ ਆ। ਮੈਂ ਉਹਨੂੰ ਕਿਹਾ ਵੀ ਤੁਸੀਂ ਦੱਸੋ ਸੀ ਕਿ ਚਾਹੁੰਦੇ ਕੀ ਆ, ਸਿਰਫ ਟੌਰਚਰ ਕਰ, ਨਹੀਂ ਸਮਾਨ ਦੇ ਬਸ ਸੌਖਾ ਕਹੋ ਜਾਂ ਐਵੇਂ ਕਿਸੇ ਨਾਲ ਇਹਦਾ ਫਲਾਣਾ ਕਿੱਥੇ ਦੱਸ। ਜਦੋਂ ਕਿ ਜਿਹਨੂੰ ਟੌਰਚਰ ਕੀਤਾ ਜਾ ਰਿਹਾ ਉਹਨੂੰ ਪਤਾ ਵੀ ਨਹੀਂ ਹੁੰਦਾ। ਨਾ ਜੀ ਨਾ, ਉੱਥੇ ਮੇਰਾ ਰਿਮਾਂਡ ਨਹੀਂ ਮਿਲਦਾ ਸੀਗਾ। ਜਦੋਂ ਰਿਮਾਂਡ ਮੈਂ ਟੁੱਡੀ ਪਿੰਡ ਸਾਡੇ ਕੋਲੇ, ਟੁੱਡੀ ਪਿੰਡ ਇੱਕ ਔਰਤ ਨੂੰ ਬੁੜੀ ਨੂੰ ਮਾਰ ਕੇ ਛੱਡ ਗਿਆ ਕੋਈ, ਉਹ ਵੀ ਮੇਰੇ 'ਤੇ ਪਾ ਕੇ ਰਿਮਾਂਡ ਲੈ ਲਿਆ। ਮਤਲਬ ਇੱਦਾਂ ਜਿਹੜੀ ਪੰਜਾਬ ਪੁਲਿਸ ਆ, ਮਤਲਬ ਅਧਿਕਾਰਾਂ ਦੀ ਇੱਦਾਂ ਇਹਨੇ ਦੁਰਵਰਤੋਂ ਕੀਤੀ ਔਰ ਕਰਦੀ ਹੈ। ਨਹੀਂ ਅਧਿਕਾਰ ਤਾਂ ਇਹਨਾਂ ਕੋਲ ਸਾਰੇ ਆ, ਸਾਡੇ ਕੋਲ ਅਧਿਕਾਰ ਕੋਈ ਨਹੀਂ ਗਾ। ਜਿਹੜਾ ਫੜਿਆ ਜਾਂਦਾ ਉਹਦੇ ਕੋਲ ਕੋਈ ਅਧਿਕਾਰ ਨਹੀਂ ਗਾ, ਉਹਦੇ ਕੋਲ ਕੋਈ ਅਧਿਕਾਰ ਨਹੀਂ, ਉਹਦੇ ਕੋਲ ਕੋਈ ਅਧਿਕਾਰ ਨਹੀਂ। ਮਨੁੱਖੀ ਅਧਿਕਾਰਾਂ ਦਾ ਵੀ ਘਾਣ ਹੁੰਦਾ ਉੱਥੇ। 1991 ਦੇ ਵਿੱਚ ਜਦੋਂ ਭਾਈ ਸੰਗਰਾਮ ਸਿੰਘ ਹੁਣ ਸ਼ਹੀਦ ਕਰਦੇ ਆ, 2 ਬੀਬੀਆਂ ਪਤਾ ਨਹੀਂ ਕਿੱਥੋਂ ਦੀਆਂ ਜੀ, ਉਹਨਾਂ ਬਾਰੇ ਅਸੀਂ ਬਹੁਤ ਪੜਤਾਲ ਕੀਤੀ ਜੀ ਵੀ ਉਹ ਬੀਬੀਆਂ ਮਤਲਬ ਕਿ ਕਿੱਥੋਂ ਦੀਆਂ, ਕਿਵੇਂ, ਕਿੱਧਰ ਗਈਆਂ। ਸਿਰਫ ਉਹਨਾਂ ਦੀ ਕਦੇ ਕਦੇ ਸ਼ਾਮ ਨੂੰ ਆਵਾਜ਼ ਸੁਣਦੀ ਹੁੰਦੀ ਸੀ, ਟੀਚਰਾਂ ਦੀ ਜਾਂ ਸ਼ਰਾਬੀ ਪੁਲਿਸ ਵਾਲਿਆਂ ਦੀ, ਜਾਂ ਉਹਨਾਂ ਦੇ ਕੋਈ ਥੱਪੜ ਥੁੱਪੜ ਮਾਰਦਾ ਜਾਂ ਹੋਰ ਕੋਈ ਨਹੀਂ। ਬਾਅਦ 'ਚ ਕੋਈ ਪਤਾ ਲੱਗਿਆ ਉਹ ਬੀਬੀਆਂ ਨਿਮਾਣੀਆਂ ਕੌਣ ਸੀ, ਕਿੱਥੇ ਚਲੀਆਂ ਗਈਆਂ, ਕੀ ਕੀਤਾ ਉਹਦੇ ਨਾਲ। ਹਾਂ ਕੀ ਕੀਤਾ, ਕਿੱਥੇ ਮਾਰਤੀ ਆ, ਛੱਡਤੀ ਜਾ। ਹਰਪਾਲ ਸਿੰਘ ਬਾਲਾ ਬੂਈਆਂ ਵਾਲੇ ਦਾ ਕੈਟ, ਇੱਕ ਟੀਮ ਸੀ ਬਚਨੇ ਪੁੱਛੜ ਦੀ 10-11 ਜਣੇ ਦੀ ਫਰੀਦਕੋਟ CS ਸਟਾਫ 'ਚ।
ਬਚਨਾ ਬੁੱਚੜ ਹੋਇਆ, ਹੂੰ। ਤੁਲਸੀ ਹੋਇਆ, ਕੰਗ ਹੋਇਆ, ਬਿੱਲਾ ਹੋਇਆ, ਹੂੰ ਗੌਰ ਹੋਇਆ। ਹੂੰ ਹੂੰ ਇੱਕ ਤੁਲਸੀ ਸੀਗਾ, ਚਮਿਆਰ ਆਪਣੀ ਕੀ ਸੀਗਾ, ਫਰੀਦਕੋਟ ਦਾ ਸੀ ਸਟਾਫ 'ਚ ਤੁਲਸੀ। ਤੇ ਉਹਦਾ ਭਰਾ ਵੀ ਸੀਗਾ ਪੁਲਿਸ 'ਚ, ਪਰ ਉਹ ਕਲੈਰੀਕਲ ਸਟਾਫ 'ਚ ਸੀਗਾ, ਮਹਿਕਮੇ ਸੀਗਾ। ਉਹ ਸ਼ਰਾਬੀ ਕਬਾਬੀ ਜਿਹਾ ਸੀ ਬੰਦਾ, ਉਹ ਤੋਂ ਆਹ ਕੁਛ ਝੱਲਿਆ ਨਾ ਗਿਆ। ਜੋ ਝੱਲਿਆ ਗਿਆ ਉਹਨੇ ਆਪਦੇ ਆਪ ਹੀ ਪ੍ਰੈਸ ਮਾਰ ਲਿਆ ਆਪਦੇ। ਪਰ ਪੁਲਿਸ ਨੇ ਉਹਨੂੰ ਵੀ ਬਚਾ ਲਿਆ। ਭਾਈ ਸਾਹਿਬ ਜਿਹੜੇ ਇਹਨਾਂ ਦੇ ਕੈਟ ਪਾਲੇ ਹੋਏ ਸੀਗੇ, ਸ਼ਾਮ ਨੂੰ ਆਹ ਬਾਬੇ ਬਣ ਜਾਂਦੇ ਸੀਗੇ। ਸ਼ਾਮ ਨੂੰ ਦਿਨ ਛਿਪੇ ਬਾਬੇ ਬਣ ਜਾਂਦੇ ਸੀ। ਪੁਲਿਸ ਦੀਆਂ ਜਿਪਸੀਆਂ ਇਹਨਾਂ ਨੂੰ ਤਾਰ ਆਉਂਦੀਆਂ ਸੀ ਹੱਡ ਹੱਡ। ਅੱਛਾ, ਬਾਬਿਆਂ ਦੇ ਭੇਸ 'ਚ। ਹਾਂ, ਬਾਬਿਆਂ ਦੇ ਭੇਸ। ਉਹ ਫਿਰ ਜਿਹੜੇ ਅੰਮ੍ਰਿਤਧਾਰੀ ਸਿੰਘ ਆ ਜਾਂ ਕੁਛ ਵੀ ਆ, ਜਾਂ ਇਸ ਵੇਲੇ ਲਾਈਨ ਵਾਲੇ ਕੁਛ ਹੁੰਦੇ ਬੰਦੇ, ਸੋਚ ਵਾਲੇ ਹੁੰਦੇ ਆ, ਉਹਨਾਂ ਦੇ ਘਰਾਂ 'ਚ ਜਾਂਦੇ ਸੀ। ਉਹਨਾਂ ਦੇ ਘਰਾਂ ਜਾ ਕੇ ਕਹਿੰਦੇ ਸੀ ਬਾਬੇ ਆਏ ਆ, ਵੀ ਚਲੋ ਦੁੱਧ ਗਰਮ ਕਰੋ। ਹਾਂ, ਆਪਣੇ ਆਪ ਨੂੰ ਇਹ ਸਾਬਤ ਕਰਦੇ ਸੀ ਵਿੱਚ ਖਾੜ। ਹਾਂ, ਉਹ ਕੁੜੀਓ ਲੈ ਕੇ ਪਾ ਦੇ ਝੁਆਰੇ ਝੂਰੇ ਸੌਗੀ ਸੂਈ ਪਾ ਦੇ ਦੁੱਧ 'ਚ। ਅੱਛਾ, ਚਲੋ ਇਸ ਤਰ੍ਹਾਂ ਆਵਾਜ਼ ਵੀ ਬਣਾਉਂਦੇ। ਕਿਤੇ ਗਲਤ ਕੰਮ ਵੀ ਕੀਤੇ ਨੇ ਬਹੁਤ ਜ਼ਿਆਦਾ, ਕਈ ਥਾਈਂ ਕੈਟਾਂ ਨੇ। ਹਾਂ, ਫਿਰ ਮੁੜ ਕੇ ਜਦੋਂ ਦੇਖਿਆ ਵੀ ਹੁਣ ਇਹਨਾਂ ਦਾ ਕੰਮ ਕਰਨਾ, ਫਿਰ ਉੱਥੇ ਹਥਲਾ ਰੱਖਿਆ ਹੋਣਾ। ਤੜਕੇ ਸਿੱਧਾ ਰੇਡ ਮਾਰ ਲੈਣੀ, ਰੇਡ ਪਵਾ ਦੇਣੀ, ਰੇਡ ਪਵਾ ਨਾਲੇ ਆਪ ਆ ਜਾਣਾ। ਤੇ ਉਹਨਾਂ ਨੇ ਦੱਸਣਾ ਵੀ ਆਹ ਕੁਝ ਇੱਥੇ ਐਸਾ ਹਸਲਾ ਪਿਆ, ਚੱਕ ਲਿਓ। ਨਾਲ ਪਰਿਵਾਰ ਚੱਕ ਲਿਆ ਉਹਨਾਂ ਨੂੰ ਪੁਲਿਸ ਨੇ, ਉਹਨਾਂ ਦੇ ਵਿਚਾਰਿਆਂ ਦੇ ਨਜਾਇਜ਼ ਕੇਸ ਪਾ ਦੇਣਾ। ਮਤਲਬ ਜਿਹੜੇ ਨਜਾਇਜ਼ ਕੇਸ ਪੈਂਦੇ ਰਹੇ ਨੇ ਸਿੱਖ ਪਰਿਵਾਰਾਂ ਦੇ ਉੱਪਰ, ਇਹ ਕੈਟਾਂ ਦੀ ਦੇਣ ਸੀ ਇੱਕ ਬਹੁਤ ਵੱਡੀ, ਜਿਹੜੀ ਆਪਾਂ ਕਹਿ ਲਈਏ ਹਾਂ, ਪੁਲਿਸ ਕੈਟ। ਹਾਂਜੀ, ਇਹ ਪੁਲਿਸ ਵਾਲੇ ਕੈਟਾਂ ਨੇ ਇਹ ਤਾਂ ਘਾਣ ਕਰਵਾਇਆ। ਅਜ਼ਾਰ ਆਲਮ ਦੀ ਸਾਈਡਾਂ ਤੁਸੀਂ ਸੁਣੀ ਹੋਣੀ ਹੈ, ਅਜ਼ਾਰ ਆਲਮ ਨੇ ਆਪਣੀ ਸਾਈਡਾਂ ਰੱਖੀ ਸੀ ਇਸ ਕੰਮ ਵਾਲੀ। ਸੈਨਾ। ਹਾਂ, ਅਜ਼ਾਰ ਆਲਮ ਦੀ ਸਾਈਡਾਂ ਇਸ ਕੰਮ ਵਾਲੇ ਸੀਗੇ ਪੁਲਿਸ ਕੈਟ। ਭਾਈ ਸਾਹਿਬ ਇੱਕ ਦੋ ਗੱਲਾਂ ਜਿਹੜੀਆਂ ਅੱਜ ਤੱਕ ਲੁਕੀਆਂ ਹੋਈਆਂ, ਮੇਰੀ ਬੇਨਤੀ ਹੈ ਨਿਮਰਤਾ ਸਾਹਿਬ ਬਣ ਸਕੇ ਉਹ ਪੜਤਾਲ ਕਰੇ। ਭਾਈ ਸਰਬਜੀਤ ਸਿੰਘ ਆਪਣੇ ਮਾਡਲ ਟਾਊਨ, ਭਾਈ ਅਵਤਾਰ ਸਿੰਘ ਬੱਬਰ ਲੱਡੂ, ਭਾਈ ਸਰਬਜੀਤ ਸਿੰਘ ਮਾਡਲ ਟਾਊਨ ਲੁਧਿਆਣਾ, ਭਾਈ ਜਗਰਾਜ ਸਿੰਘ ਬੱਬਰ ਰਸ਼ੀਨ। ਦਾਸ ਨੇ ਜੀਵ ਨੇ ਲਿਖੀਆਂ ਉਹਨਾਂ ਦੀਆਂ, ਕੋਈ ਘਰ ਛਪ ਗਿਆ, ਕੋਈ ਨਹੀਂ ਘੱਲੀਆਂ ਗਈਆਂ, ਕੋਈ ਅਧੂਰੀਆਂ ਵੀ ਪਈਆਂ। ਭਾਈ ਜਗਰਾਜ ਸਿੰਘ ਬੱਬਰ ਫਰੀਦਕੋਟ ਸਪੋਰਟਸ ਬੈਂਕ ਦਾ ਵਿਦਿਆਰਥੀ ਸੀਗਾ ਜੀ। ਸਪੋਰਟਸ ਬੈਂਕ ਦਾ। ਹਾਂਜੀ, 6.5 ਫੁੱਟ ਕੱਦ, ਉੱਚਾ ਲੰਮਾ। ਉਹਦਾ ਭਰਾ ਭਾਗ ਸਿੰਘ ਸੀ, ਉਹ ਵੀ ਸ਼ਹੀਦ ਹੋ ਗਿਆ ਸੀਗਾ। ਤੇ ਇੱਕ ਸਰਬਜੀਤ ਸਿੰਘ ਰਾਜਾ ਨਾਂ ਦਾ ਕੈਟ ਆ। ਸਰਬਜੀਤ ਸਿੰਘ ਰਾਜਾ, ਡਾਕਟਰ ਰਾਜਾ ਵੀ ਕਹਿੰਦੇ, ਸਰਬਜੀਤ ਸਿੰਘ ਡਾਕਟਰ ਰਾਜਾ ਕੈਟ ਸੀ, ਉਹ ਕੈਟ ਸੀਗਾ। ਅੱਛਾ, ਉਹ ਇਹਨਾਂ ਦੇ ਵਿੱਚ ਰਲਿਆ। ਜਦੋਂ ਇਹਨਾਂ ਦੇ ਵਿੱਚ ਰਲਿਆ, ਉਹਨੇ ਭਾਈ ਜਗਰਾਜ ਸਿੰਘ ਨੂੰ ਬਠਿੰਡੇ ਫੜਾਉਂਦਾ, ਬੱਸ ਸਟੈਂਡ ਕੋਲੋਂ ਵਿੱਚ ਰਲ ਕੇ। ਤੇ ਉਹ ਭਾਈ ਜਗਰਾਜ ਸਿੰਘ ਨੂੰ ਸ਼ਹੀਦ ਕਰਤਾ। ਇੱਦਾਂ ਕੈਟਾਂ ਨੇ ਜਿਹੜੇ ਸੀ ਨਜਾਇਜ਼ ਬਹੁਤ ਜਿਹੜੇ ਸਿੰਘ ਇੱਦਾਂ ਉਹਨਾਂ ਨੂੰ ਮਰਵਾਇਆ, ਉਹਨਾਂ ਨੂੰ ਸ਼ਹੀਦ ਕਰਵਾਇਆ। ਮਤਲਬ ਇੱਕ ਕੈਟ ਦੀ ਤੁਸੀਂ ਹੋਰ ਗੱਲ ਕਰ ਰਹੇ ਸੀ ਵੀ ਇੱਕ ਬੀਬੀ ਨੂੰ, ਜਿੱਥੇ ਕੋਈ ਲੇਡੀ ਅਫਸਰ ਵੀ ਨਹੀਂ ਸੀ ਹੁੰਦਾ, ਔਰ ਤੁਹਾਡੀਆਂ ਅੱਖਾਂ ਦੇ ਸਾਹਮਣੇ, ਔਰ ਇੱਕ ਕੈਟ ਨੇ ਉਹਨੂੰ ਮਤਲਬ ਇੱਕ ਭਾਈ ਸਾਹਿਬ ਜਗਤਾਰ ਸਿੰਘ ਹਵਾਲਾ ਨੂੰ ਪਨਾਹ ਦੇਣ 'ਚ ਇੱਕ ਬੀਬੀ ਹਰਦੀਪ ਕੌਰ ਸਮਰਾਲਾ, ਬੀਬੀ ਹਰਦੀਪ ਕੌਰ ਸਮਰਾਲਾ, ਹਾਂਜੀ ਸਮਰਾਲਾ, ਉਹਨੇ ਉਸ ਭਾਈ ਸਾਹਿਬ ਨੂੰ ਜਗਤਾਰ ਸਿੰਘ ਹੋਰਾਂ ਨੂੰ ਪਨਾਹ ਦਿੱਤੀ ਸੀ। ਜਦੋਂ ਉਹਦੇ ਆਪਣੇ ਡੈਡੀ ਦੀ ਸਲਾਹ ਨਾਲ ਕਰੇ, ਸਲਾਹ ਕਰਕੇ ਫਿਰ ਜਦੋਂ ਬੜੈਲ ਜੇਲ੍ਹ ਤੋਂ ਨਿਕਲਦੇ ਆ ਜੀ, ਜੋ ਬੜੈਲ ਜੇਲ੍ਹ 'ਚੋਂ ਮੋਰੀ ਕੱਢ ਕੇ ਨਿਕਲਦੇ ਆ, ਉਸ ਵੇਲੇ ਉਹ ਬੀਬੀ ਨੂੰ, ਉਹਨੇ ਬੀਬੀ ਨੇ ਮਤਲਬ ਕਿ ਪਰਿਵਾਰ ਨਾਲ ਸਲਾਹ ਕਰਕੇ ਉਹਨਾਂ ਨੂੰ ਪਨਾਹ ਦਿੱਤੀ ਸੀ। ਉਹ ਇੱਕ ਪੈਂਕੀ ਆ ਕੋਈ ਪੁਲਿਸ ਵਾਲਾ, ਉਹਨੇ ਉਹਨੂੰ ਚੱਕ ਲਿਆਂਦਾ ਪਨਾਹ ਦੇਣ ਦੇ ਮੌਜੂਦ। ਉਹ ਬੀਬੀ ਤੇ ਬਹੁਤ ਜ਼ੁਲਮ ਹੋਇਆ। ਹਰਦੀਪ ਕੌਰ, ਬੀਬੀ ਹਰਦੀਪ ਕੌਰ ਸਮਰਾਲਾ ਤੇ। ਹਾਂ, ਇੱਕ ਹੋਰ ਸੀ ਉਹਨਾਂ ਨਾਲ ਬੀਬੀ, ਉਹਦਾ ਮੈਂ ਨਾਂ ਨਹੀਂ, ਉਹ ਵੀ ਸਮਰਾਲੇ ਦੀ ਸੀਗੀ, ਉਹ ਵੀ ਗੁਜ਼ਰ ਗਈ। ਤੇ ਬੀਬੀ ਹਰਦੀਪ ਕੌਰ ਵੀ ਗੁਜ਼ਰ ਗਈ, ਕੈਂਸਰ ਦੀ ਬਿਮਾਰੀ ਸੀ, ਇੰਨੀ ਟਾਰਚਰ ਹੋਈ, ਸਿਰ 'ਚ ਕੈਂਸਰ ਹੋ ਗਿਆ ਸੀਗਾ। ਮੈਂ ਉਹਨਾਂ ਦੇ ਭੋਗ 'ਤੇ ਗਿਆ ਸੀ, ਬਸ ਜਦੋਂ ਭੋਗ ਸੀ ਉਹਨਾਂ ਦਾ। ਪੰਥਕ ਜਥੇਬੰਦੀਆਂ ਚੁੱਪ। ਕਿਉਂ? ਬਾਬਾ ਜੀ ਹੁਣ ਤੁਸੀਂ ਉਹਨਾਂ ਨੂੰ ਪੁੱਛੋ ਜਾ ਕੇ ਵੀ ਬੀਬੀ ਸਮਰਾਲਾ ਜੀ
ਮਤਲਬ ਕਿ ਐਡੀ ਵੱਡੀ ਕੁਰਬਾਨੀ ਦਿੱਤੀ ਆ। ਉਹ ਸਿਰ 'ਤੇ ਰੱਖ ਕੇ ਬਰਸਟ ਕੱਢਿਆ, ਉਹਨੂੰ ਅਲਫ ਲੰਗੀ ਰੱਖਿਆ ਗਿਆ, ਇੰਨਾ ਟਾਰਚਰ ਕੀਤਾ ਗਿਆ। ਉਹ ਕੈਂਸਰ ਦੀ ਬਿਮਾਰੀ ਨਾਲ ਇੱਕ ਮੰਗ ਤੱਕ ਕੇ ਲੋਕਾਂ ਤੋਂ ਪੈਸੇ ਉਹਦੇ ਪਰਿਵਾਰ ਨੇ ਉਹਦਾ ਇਲਾਜ ਕਰਦੇ ਰਹੇ। ਜਿਹੜੀ ਬੀਬੀ ਹਰਦੀਪ ਕੌਰ ਸਮਰਾਲਾ ਦੇ ਤੁਸੀਂ ਕਹਿੰਦੇ ਬਰਸਟ ਕੱਢੇ, ਉਹ ਕਿਹਨੇ ਕੱਢੇ ਸੀ? ਬਾਬਾ ਜੀ ਪੁਲਿਸ ਘਰ PKR ਗਿਆ ਨੇ, ਉਹਦੀ ਟੀਮ ਨੇ ਕੱਢਿਆ। ਇੱਕ ਨਹੀਂ ਹੋਰ ਬਥੇਰੇ ਆਈ ਐਸ ਕੰਮ ਕਰਨ ਵਾਲੇ। ਮਤਲਬ ਜਦੋਂ ਉਹਨੂੰ ਬੀਬੀ ਹਰਦੀਪ ਕੌਰ ਸਮਰਾਲਾ ਨੂੰ ਟੌਰਚਰ ਕੀਤਾ ਜਾਂਦਾ ਸੀ ਤਾਂ ਉੱਥੇ ਕੋਈ ਲੇਡੀ ਪੁਲਿਸ ਨਹੀਂ? ਲੇਡੀ ਪੁਲਿਸ ਕੋਈ ਲੇਡੀ ਪੁਲਿਸ ਨਹੀਂ ਹੁੰਦੀ ਸੀਗੀ। ਆਹ ਤਾਂ ਕਹਾਣੀ ਆਈ ਛਪੀ ਹੋਈ ਆ ਤੁਹਾਡੀ ਹੀ ਪੁਸਤਕ ਦੇ ਵਿੱਚ। ਹਾਂ, ਮੇਰੀ ਕਿਤਾਬ 'ਚ ਵੀ ਛਪੀ ਆ। ਇੱਕ ਬੀਬੀ ਦੇ ਮੇਰੇ ਨਾਂ ਨਹੀਂ ਯਾਦ ਦਾ, ਮੈਂ ਪੜ੍ਹ ਕੇ ਦੱਸ ਸਕਦਾ ਤੁਹਾਨੂੰ ਕਿਤਾਬ 'ਚੋਂ। ਉਹ ਵੀ ਸਮਰਾਲੇ ਸੀ। ਜਿੱਦਣ ਭਾਈ ਸਾਹਿਬ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੰਦੇ ਆ, ਸੁਣਾਉਂਦੇ ਆ, ਉਸ ਵੇਲੇ ਭਾਈ ਕਰਮਜੀਤ ਸਿੰਘ ਚੰਡੀਗੜ੍ਹ ਚਿੰਤਕ ਨੇ, ਹੈ ਨਾ, ਉਹ ਉਹਨਾਂ ਦੀ ਟੀਮ ਆ ਬੀਬੀ ਹੋਣੀ ਸਾਰੇ ਉੱਥੇ ਬਾਬਾ ਚੱਲਦੇ ਆ, ਬੜੈਲ ਜਿਹੇ ਦੇ ਵਿੱਚ ਵੜਨ ਤੱਕ ਜਾਂਦੇ ਆ। ਮੇਨ ਗੱਲ ਇਹ ਹੈ ਬਾਬਾ ਜੀ, ਜੋ ਲੜਕੀ ਫੜੀ ਜਾਂਦੀ ਆ ਉਹਦੇ ਵਾਸਤੇ 2 ਲੇਡੀਜ਼ ਗਾਰਡ ਪੱਕੇ ਚਾਹੀਦੇ ਆ। ਬਿਲਕੁਲ, ਕਾਨੂੰਨ ਤਾਂ ਇਹੀ ਕਹਿੰਦਾ। ਹਾਂਜੀ ਬਿਲਕੁਲ। ਬੰਦਿਆਂ ਦੇ ਵਿੱਚ ਇੱਕ ਲੜਕੀ ਦਾ ਕੀ ਵੱਟੀ ਦਾ ਜੀ। ਪੁਲਿਸ ਪੰਜਾਬ ਪੁਲਿਸ ਦੇ 10-11 ਜਾਣੇ 'ਚੋਂ ਇੱਕ ਜੇ ਮੇਰੇ ਵਰਗਾ ਬੁੜਾ ਬੰਦਾ ਫੜਿਆ ਜਾਂਦਾ, ਉਹਦਾ ਕੀ ਵੱਟੀ ਦਾ। ਇੱਕ ਹੋਰ ਵੀ ਮੈਨੂੰ ਭਾਈ ਸਰੈਣ ਸਿੰਘ ਜੀ ਹੋਰਾਂ ਨੇ ਕੱਲ੍ਹ ਸੁਣਾ ਰਹੇ ਸੀ ਉਹ ਕਿ ਕੋਈ ਖਾੜਕੂ ਸਿੰਘ ਦੀ ਸਿੰਘਣੀ ਸੀ ਔਰ ਉਸ ਖਾੜਕੂ ਸਿੰਘ ਨੂੰ ਥਾਣੇ ਦੇ ਵਿੱਚ ਜਿੱਦਾਂ ਉਹਦੇ ਸਾਰੇ ਬਸਤਰ ਉਤਾਰੇ ਹਨ, ਅਲਫ ਨੰਗਿਆਂ ਕੀਤਾ, ਕਕਾਰ ਤਾਂ ਤੁਸੀਂ ਦੱਸਦੇ ਹੋ ਵੀ ਲਹਾ ਦਿੰਦੇ ਨੇ, ਤੇ ਉਸ ਤੋਂ ਬਾਅਦ ਉਹਨੂੰ ਕਹਿੰਦੇ ਨੇ ਜਾ ਆਪਣੇ ਸਿੰਘ ਨੂੰ ਮਿਲਿਆ ਜਾ ਕੇ। ਭਾਈ ਸਰੈਣ ਸਿੰਘ ਜੀ ਕੀ ਨਾਂ ਦੱਸ? ਆਪਣੇ ਜਥੇਦਾਰ ਗੁਰਦੇਵ ਸਿੰਘ ਕੌਂਕੇ। ਹਾਂ, ਜਥੇਦਾਰ ਗੁਰਦੇਵ ਸਿੰਘ ਕੌਂਕੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸੀ। ਪਤਾ ਕੀ ਮੈਂ ਉੱਥੇ ਫਰਕਵਾਰ ਸੋਢੀ ਵੀ ਸੀਗਾ ਨਾਲ ਹੀ। ਪਤਾ ਕੀ ਗੱਲ ਹੈ, ਜਿਹੜੇ ਬਸ਼ਰਮੀ ਦੀ ਹੱਦ ਹੋ ਜਾਂਦੀ ਹੈ ਜੀ, ਜਦੋਂ ਇੱਕ ਭਰਾ ਨੂੰ ਕਿਹਾ ਜਾਂਦਾ ਤੂੰ ਆਪਦੀ ਭੈਣ ਨਾਲ ਗਲਤ ਕੰਮ ਕਰ, ਇੱਕ ਪਿਓ ਨੂੰ ਕਿਹਾ ਜਾਂਦਾ ਆਪਦੀ ਧੀ ਨਾਲ ਗਲਤ ਕੰਮ ਕਰ। ਸੀਏ ਸਟਾਫਾਂ ਦੇ ਵਿੱਚ ਇਹ ਆਮ ਗੱਲ ਹੋ ਗਈ ਸੀ। ਇਹਦੇ ਐਵੀਡੈਂਸ ਵੀ ਤੁਸੀਂ ਦਿੱਤੇ ਆਪਣੀ ਪੁਸਤਕਾਂ ਦੇ ਵਿੱਚ ਵੀ ਕਹਾ ਤਾਂ ਹਵਾਲੇ ਨੇ, ਜਿਹੜੀ ਕਿ ਬਲਕਿ ਬਿਆਨ ਕਰਨ ਦੇ ਅਸਮਰਥਾ ਸੀ। ਪਰ ਬੇਸ਼ਰਮੀ ਦੀ ਹੱਦ ਮੁਕਾਤੀ। ਹਾਂ, ਇੱਕ ਗੱਲ ਹੋ ਰਹੀ, ਇੰਨਾ ਕੁਝ ਹੋ ਗਿਆ। ਸਭ ਤੋਂ ਪਹਿਲਾਂ ਵੱਡੀ ਲਾਂਚ ਸ਼੍ਰੋਮਣੀ ਕਮੇਟੀ ਨੂੰ ਹੈ, ਜਿਹਦਾ ਬਜਟ ਪੰਜਾਬ ਸਰਕਾਰ ਦੇ ਬਰੋਬਰ ਆ, ਪੰਜਾਬ ਸਰਕਾਰ ਨੂੰ ਜ਼ਿਆਦਾ। ਉਹਨੇ ਕੀ ਕੀਤਾ? ਉਹਨੇ ਕੋਈ ਕਮਿਸ਼ਨ ਬਿਠਾਇਆ ਪੜਤਾਲ ਕਰਨ ਵਾਸਤੇ। ਉਹ ਇਹਨਾਂ ਖਾੜਕੂ ਪਰਿਵਾਰਾਂ ਦੇ ਘਰੇ ਗਈ, ਉਹ ਸ਼ਹੀਦ ਪਰਿਵਾਰਾਂ ਦੇ ਘਰੇ ਗਈ, ਸ਼ਹੀਦ ਪਰਿਵਾਰਾਂ ਦੇ ਉਹਨੇ ਬੱਚਿਆਂ ਨੂੰ ਪੜ੍ਹਾਇਆ। ਬਿਲਕੁਲ। ਮੈਂ ਦੱਸਦਾ ਗੱਲ ਜੀ, ਮੈਂ ਗਿਆ ਮਾਨਸਾ ਜ਼ਿਲ੍ਹੇ ਦਾ ਰਾਏਪੁਰ ਪਿੰਡ ਰਾਪੁਰ, ਭਾਈ ਗੁਰਮੇਲ ਸਿੰਘ ਸੈਕਟਰੀ। ਉਹ ਇੱਕ ਪਹਿਲਾ ਮੁਕਾਬਲਾ ਮਾਲਵੇ ਵਿੱਚ ਹੋਇਆ, 36 ਘੰਟੇ ਚੱਲਿਆ। 36 ਘੰਟੇ? ਹਾਂਜੀ। ਨਰਮਾ ਸੀਗਾ ਉਸ ਵੇਲੇ ਫੁੱਲ ਨਰਮੇ ਦੇ ਵਿੱਚ, ਜਿਹਦੇ ਵਿੱਚ ਭਾਈ ਪਰਮਜੀਤ ਸਿੰਘ ਬੱਬਰ ਫੂਲੇ ਵਾਲਾ ਤੇ ਗੁਰਮੇਲ ਸਿੰਘ ਸੈਕਟਰੀ ਤੇ ਇੱਕ ਸਿੰਘ ਸੀਗਾ ਬਾਲ ਕਲਾਂ ਦਾ। ਆ 3 ਸਿੰਘ ਸ਼ਹੀਦ ਹੁੰਦੇ ਆ। ਤੇ ਉਹ ਮੈਂ ਉਹਨਾਂ ਦੇ ਘਰੇ ਗਿਆ ਤੇ ਉੱਥੇ ਉਹ ਆਪਦੀ ਦਾਦੀ ਕੋਲੇ ਬੈਠੀ, ਛੋਟੀ ਜਿਹੀ ਸੀਗੀ, ਵੀਰਪਾਲ ਬੇਟੀ ਦਾ ਨਾਂ, ਤੇ ਗੱਲਾਂ ਕਰਨ ਲੱਗੇ। ਕਹਿੰਦੀ ਸਾਡੀ ਟੀਮ ਦੇ ਵਿੱਚ ਕੁਛ ਵੀਰ ਸੀਗੇ, ਕੁਛ ਵੀਰ ਭੱਜ ਗਏ। ਉਹਨਾਂ ਨੂੰ ਭਗੌੜੇ ਕਹੂਗਾ, ਉਹ ਬਾਹਰ ਭੁੱਜ ਗਏ। ਜਿਹੜੇ ਬਾਹਰ ਬੈਠੇ ਆ, ਜਿਹੜੇ ਬਾਹਰ ਬੈਠੇ ਭਗੌੜੇ ਆ, ਚੁੱਪ ਹੈ। ਚੁੱਪ ਆ, ਇਹੀ ਗੱਲ। ਇੱਥੇ ਬੈਠੇ ਵੀ ਚੁੱਪ ਨੇ। ਚਲੋ ਇਹਨਾਂ ਬਾਰੇ, ਇੱਥੇ ਬੈਠਿਆ ਬਾਰੇ ਉਹਨਾਂ ਨੂੰ ਸ਼ਰਮ ਚਾਹੀਦੀ ਹੈ ਜੇ ਚੁੱਪ ਆ। ਉਹ ਬੇਟੀ ਪਤਾ ਕੀ ਕਹਿੰਦੀ ਵੀਰਪਾਲ, ਕਹਿੰਦੀ ਅੰਕਲ ਪੜ੍ਹਨ ਨੂੰ ਤਾਂ ਬਹੁਤ ਜੀਅ ਕਰਦਾ ਪਰ ਮੇਰੇ ਕੋਲ ਫੀਸ ਨਹੀਂ। ਲਿਖਿਆ ਹੋਇਆ ਬਕਾਇਦਾ ਆਹ ਦਾਦੀ ਦੇ ਬੁੱਕਲ 'ਚ ਬੈਠ ਕੇ ਕਹਿੰਦੀ ਆਹ ਗੱਲ, ਕਹਿੰਦੀ ਅੰਕਲ ਪੜ੍ਹ ਲਓ ਬਹੁਤ ਦਿਲ ਕਰਦਾ ਪਰ ਮੇਰੇ ਕੋਲ ਫੀਸ ਨਹੀਂ। ਆਹੀ ਲਫ਼ਜ਼ ਉਹ ਬੇਟੀ ਦਾ ਨਾਮ ਵੀਰਪਾਲ ਦਾਨ ਸਿੰਘ ਵਾਲੇ ਦੀ ਬੇਟੀ ਕਹਿੰਦੀ ਆ, ਵੀਰਪਾਲ ਮਲਕੀਤ ਸਿੰਘ ਬੱਬਰ, ਦਾਨ ਸਿੰਘ ਵਾਲੇ ਮਲਕੀਤ ਸਿੰਘ ਬੱਬਰ। ਆਹੀ ਲਫ਼ਜ਼ ਉਹਨੇ ਉਹਨਾਂ ਨੇ ਵੀ ਕਹੇ, ਉਹਦੀ ਧੀ ਨੇ ਵੀ ਕਹੇ ਸੀ। ਫਿਰ ਬੱਬਾ ਇੰਨਾ ਬਾਈਟ ਆ, ਇੰਨੇ ਲੀਡਰ ਆ। ਇਹ ਵੀ ਕਿਹਾ ਸੀ ਵੀਰਪਾਲ ਕੌਰ ਦਾਨ ਸਿੰਘ ਵਾਲੇ ਤੋਂ ਜਿਹੜੇ ਬੱਬਰ ਖਾਲਸਾ ਦੇ ਸਿੰਘ ਹੋਏ ਨੇ ਸ਼ਹੀਦ, ਮਲਕੀਤ ਸਿੰਘ। ਹਾਂ, ਮਲਕੀਤ ਸਿੰਘ ਜੀ, ਮਲਕੀਤ ਸਿੰਘ। ਉਹਨਾਂ ਦੀ ਬੇਟੀ ਨੇ ਇਹ ਵੀ ਕਿਹਾ, ਜੋ ਤੁਸੀਂ ਤੁਹਾਡੀ ਪੁਸਤਕ ਹੈ ਤਵਾਰੀਖ ਬੱਬਰ ਖਾਲਸਾ, ਹਾਂਜੀ, ਉਹਦੇ 'ਚ ਮੈਂ ਪੜ੍ਹਿਆ ਔਰ ਇਹ ਪੁਸਤਕ ਹੈ
ਜੋ ਇਹਨਾਂ ਨੇ ਲਿਖੀ ਹੈ ਭਾਈ ਕਰਮਜੀਤ ਸਿੰਘ ਹੋਰਾਂ ਨੇ। ਮੈਂ ਚਾਹੂੰਗਾ ਵੀ ਤੁਸੀਂ ਆਪ ਹੀ ਸੰਗਤਾਂ ਨੂੰ ਇਹਦੇ ਦਰਸ਼ਨ ਕਰਾਓ। ਮੇਰੀ ਇੱਕ ਬੇਨਤੀ ਹੈ ਜੀ, ਸੰਗਤ ਅੱਗੇ ਇੱਕ ਜੋਦੜੀ ਹੱਥ ਵੱਲ ਕੇ ਆ ਅਧੂਰੀ ਪੁਸਤਕ ਆ, ਇਹਦੇ ਬਗਰਲੇ ਪਾਸੇ ਨਾ ਵੀ ਸਾਡੀ ਅੜੀਕ ਖਤਮ ਹੋ ਜਾਏ। ਸਾਡਾ ਕਸੂਰ ਕੀ ਸੀਗਾ? ਹਾਂ, ਸਾਡਾ ਕਸੂਰ ਕੀ ਸੀ? ਵੀ ਸਾਡਾ ਕਸੂਰ ਦੱਸੋ ਕੀ ਸੀਗਾ? ਵੀ ਇਹ ਸਾਡੇ ਨਾਲ ਆਹ ਕੁਛ ਹੋਇਆ। ਇਹ ਤੁਸੀਂ, ਮੈਂ ਚਾਹੁੰਦਾ ਵੀ ਤੁਸੀਂ ਪੜ੍ਹ ਕੇ ਨਹੀਂ ਪੜ੍ਹਨਾ, ਲੰਮੀ ਚੌੜੀ ਕਹਾਣੀ ਆ, ਤੁਹਾਨੂੰ ਦੱਸਦਾ। ਕੋਈ ਸਾਨੂੰ ਦੱਸ ਦੇਵੇ ਤਾਂ ਕਿ ਸਾਡੀ ਅੜੀਕ ਖਤਮ ਹੋ ਜਾਓ, ਕਿੱਥੇ ਆ? ਸੰਗਤ ਅੱਗੇ ਮੇਰੀ ਜੋਦੜੀ ਆ, ਸੰਗਤ ਉਪਰਾਲਾ ਕਰੇ, ਇਹਦੇ ਮਗਰਲੇ ਪਾਸੇ ਨਾ ਆ ਜੀ। ਆਹਾ, ਜਿਹੜੇ ਪਰਿਵਾਰਾਂ, ਪਿੰਡਾਂ 'ਚੋਂ ਪਰਿਵਾਰਾਂ ਦੇ ਸਿੰਘ ਆ, ਪਰਿਵਾਰਾਂ ਦੇ ਮੈਂਬਰ ਆ, ਪੁਲਿਸ ਨੇ ਚੱਕ ਕੇ ਗਾਇਬ ਕਰ ਦਿੱਤੇ ਆ, ਹਿੰਦੁਸਤਾਨ ਦੀਆਂ ਏਜੰਸੀਆਂ ਨੇ ਗਾਇਬ ਕਰ ਦਿੱਤੇ ਆ। ਪਹਿਲਾਂ 200-250 ਨਾਂ ਸੀਗੇ, ਘੱਟੋ ਘੱਟ 1100 ਨਾਂ ਹੁਣ ਮੇਰੇ ਕੋਲੇ ਆ ਗਿਆ। 1100 ਹੋਰ? ਹਾਂਜੀ, ਮਾਲਵੇ 'ਚ ਮੇਰੀ ਇੱਕ ਜੋਦੜੀ ਆ। ਮੈਨੂੰ ਕੁਝ ਨਹੀਂ ਚਾਹੀਦਾ, ਤੁਸੀਂ ਇੱਕ ਟੀਮ ਬਣਾਓ, ਟੀਮ ਬਣਾ ਕੇ ਇਹਨਾਂ ਗੱਲਾਂ ਦੀ ਪੜਤਾਲ ਕਰੋ ਵੀ ਸਾਡਾ ਕਸੂਰ ਕੀ ਸੀਗਾ, ਸਾਨੂੰ ਦੱਸੋ ਸਾਡੇ ਕਿੱਧਰ ਗਏ ਆ। ਇਹਨਾਂ 1100 ਜਿਹੜੇ ਤੁਹਾਡੇ ਕੋਲ ਨਾਮ ਆਏ ਨਾ ਸਿੰਘਾਂ ਦਾ ਕੁਝ ਪਤਾ ਨਹੀਂ? ਕੋਈ ਪਤਾ ਨਹੀਂ, 1100 ਤੋਂ ਵੱਧ ਜਾਣੇ ਆ। ਉਹਦਾ ਕਾਰਨ ਮੈਂ ਦੱਸਦਾ। ਅਸੀਂ ਪੜਤਾਲ ਦਾਨ ਸਿੰਘ ਵਾਲੇ ਗਏ। ਜੋ ਦਾਨ ਸਿੰਘ ਵਾਲੇ ਪਿੰਡ ਦੇ ਵਿੱਚ ਗਏ ਤੇ ਭਾਈ ਮਲਕੀਤ ਸਿੰਘ ਦੇ ਘਰੇ ਗਏ। ਅਸੀਂ ਪਿੰਡ ਦੇ ਵਿੱਚ ਹੋਰ ਪੁੱਛਣ ਲੱਗੇ ਵੀ ਪਿੰਡ ਦੇ ਵਿੱਚ ਹੋਰ ਕੋਈ ਘਟਨਾ। ਪਿੰਡ ਦੇ ਵਿੱਚੋਂ 4 ਸਿੰਘ ਹੋਰ ਸ਼ਹੀਦ ਹੋਏ ਦਾਨ ਸਿੰਘ ਵਾਲਾ ਚੋਂ। ਹਾਂਜੀ, ਉਹ ਪੰਚਾਇਤ ਨੇ, ਪਿੰਡ ਦੀ ਪੰਚਾਇਤ ਨੇ ਜੱਟੋ ਠਾਲੇ ਹਰਨੇਕ ਸਿੰਘ ਕੋਈ ਬਿੱਲਾ ਇੰਸਪੈਕਟਰ ਸੀ, ਉਹਦੇ ਕੋਲੇ ਪੇਸ਼ ਕਰਾਈ ਜਾ ਕੇ। ਇੱਕ ਦਿਨ ਗਿਆ, 2 ਦਿਨ ਗਿਆ, ਤੀਜੇ ਦਿਨ ਪੰਚਾਇਤ ਗਈ, ਪੰਚਾਇਤ ਨੂੰ ਥੱਲੇ ਪਾਤਾ ਪੁਲਿਸ ਨੇ ਵੀ ਸਾਲਿਓ ਤੁਸੀਂ ਡਾਕੂਆਂ ਦੀ, ਗੁੰਡਿਆਂ ਦੀ ਮਦਦ ਕਰਨ ਵਾਸਤੇ ਆ ਗਿਆ। ਉਦੋਂ ਦੂਜੇ ਦਿਨ ਬਾਅਦ ਉਸ ਚਾਰੇ ਦੇ ਚਾਰੇ ਮਾਰਤੇ। ਪਤਾ ਕੀ ਗੱਲ ਆ? ਬਹਾਨਾ ਬਣਾਇਆ, ਉਹ ਭੱਜ ਗਏ, ਥਾਣੇ 'ਚ ਭੱਜ ਗਏ। ਨਾ ਲੱਭਣ ਦਾ ਕਰਨ ਵਾਲੇ, ਕਿੱਥੇ ਫੂਕੇ ਆ, ਕਿੱਥੇ ਡੋਬੇ ਆ, ਕਿੱਥੇ ਸਾੜੇ ਆ, ਕੋਈ ਪਤਾ ਨਹੀਂ। ਕੋਈ ਪਤਾ ਨਹੀਂ। ਉਹ ਪਰਿਵਾਰ ਅੱਜ ਤੱਕ ਡਿੱਕੀ ਜਾਂਦੇ ਆ ਵੀ ਉਹ ਘਰੋਂ ਥਾਣੇ 'ਚੋਂ ਭੱਜੇ, ਸ਼ਾਇਦ ਬੋੜੀ ਆਉਣ। ਉਹ ਪਰਿਵਾਰ ਅੱਜ ਤੱਕ ਕਿਉਂ ਪੁਲਿਸ ਨੇ ਕਹਿਦਾ ਰਜਿਸਟਰ 'ਚ ਲਿਖ ਲਿਆ ਵੀ ਭਗੌੜੇ ਹੋ ਗਏ। ਠੀਕ ਨਹੀਂ ਗੱਲ ਜੀ? ਉਹਨਾਂ ਨੇ ਆਪਦੇ ਰੋਜ਼ ਨਾਮ 'ਚ ਲਿਖ ਲਿਆ, ਜੋ ਮਰਜ਼ੀ ਲਿਖਣਾ। ਹਾਂ ਵੀ ਉਹ ਭੱਜ ਗਏ। ਤੇ ਹੁਣ ਜਦੋਂ ਕਹਿੰਦੇ ਭਾਲੋ ਹੁਣ ਕਿੱਥੋਂ ਪਾਲਣਾ ਪਰਿਵਾਰ? ਵਰੇ ਲੰਘੇ। ਇਸੇ ਤਰ੍ਹਾਂ ਸਿਵੀਆਂ ਪਿੰਡ ਆ ਕੋਟਪੂਰੇ ਨਾਲ, ਉੱਥੇ 1-2 ਸਿੰਘ ਸ਼ਹੀਦ ਹੋਏ ਸੀ। ਅਸੀਂ ਉਹਨਾਂ ਕੋਲੇ ਗਏ, ਪਤਾ ਕੀਤਾ। ਪਤਾ ਕਰਦਿਆਂ ਇੱਕ ਮਹਿੰਦਰ ਸਿੰਘ ਹੋਰ ਨਿਕਲਿਆ। ਮਹਿੰਦਰ ਸਿੰਘ ਆਪਦੀ ਭੈਣ ਦੇ ਕਾਰਡ, ਵਿਆਹ ਦੇ ਕਾਰਡ ਵੰਡਣ ਗਿਆ, ਜੈਤੋਂ ਪੁਲਿਸ ਨੇ ਉਹਨੂੰ ਸੂਏ ਦੇ ਪੁਲ ਤੋਂ ਚੱਕ ਲਿਆ। ਕਾਰਡ ਵੰਡਣ ਗਏ ਨੂੰ। ਔਰ ਇਹ ਘਟਨਾ ਇੱਕ ਬਟਾਲੇ ਦੇ ਲਾਗੇ ਕੋਟਲੀ ਸੂਰਤ ਮੱਲੀ ਹੈ, ਉਹ ਉੱਥੇ ਵੀ ਇੱਕ ਸਿੰਘ ਐਸਾ ਹੀ, ਉਹਦੇ ਨਾਲ ਵੀ ਇਦਾਂ ਹੀ ਹੋਇਆ ਵੀ ਕਾਰਡ ਵੰਡਣ ਗਿਆ ਸੀ ਤੇ ਪੁਲਿਸ ਨੇ ਚੱਕ ਕੇ ਉਹਨੂੰ ਲੈ ਗਈ। ਉਦੋਂ ਬਾਅਦ ਉਹਦਾ ਮੁਕਾਬਲਾ ਬਣਾਤਾ, ਉਹਨੂੰ ਸ਼ਹੀਦ ਕਰਤਾ। ਉਹਦਾ ਕਸੂਰ ਹੈ ਕੋਈ ਨਹੀਂ ਸੀ, ਕੋਈ ਲਾਪਤਾ ਵੀ ਸੰਘਰਸ਼ ਵਿੱਚ, ਮਤਲਬ ਉਸ ਲਹਿਰ ਵਿੱਚ ਹੈ ਹੀ ਨਹੀਂ ਸੀ। ਉਹ ਐਡਾ ਝੂਠਾ ਮੁਕਾਬਲਾ ਬਣਾਇਆ। ਉਹ ਵੀ ਅਸੀਂ ਇੰਟਰਵਿਊ ਕਰਕੇ ਆਏ ਉਸ ਪਰਿਵਾਰ ਦੀ। ਤੇ ਭਾਈ ਸਾਹਿਬ, ਇਹ ਜਿਹੜੀ ਸਾਡੀ ਗੁਜ਼ਾਰਿਸ਼ ਹੈ, ਸਾਡੀ ਇੱਕ ਬੇਨਤੀ ਆ, ਤੁਸੀਂ ਸਵਾਦ ਨਾ ਲਓ ਇਸ ਗੱਲ ਦਾ। ਗੁੱਸਾ ਮੰਨਣਗੇ ਮੇਰੀ ਗੱਲ ਦਾ ਮੇਰੇ ਖਿਆਲ, ਕਿ ਆਪਾਂ ਸਵਾਦ ਲੈ ਲਈਏ ਇਹਨਾਂ ਗੱਲਾਂ ਦਾ। ਬਿਲਕੁਲ ਬਿਲਕੁਲ, ਠੀਕ ਨਹੀਂ? ਇੱਕ ਠੋਸ ਕਦਮ ਚੁੱਕ ਕੇ ਤੁਸੀਂ ਇਹਨਾਂ ਬਹੁਤ ਕੁਝ ਕਰ ਸਕਦੇ। ਤੁਸੀਂ, ਅਸੀਂ ਸਾਨੂੰ ਸਹਿਯੋਗ ਦੇ ਸਕਦੇ ਹਾਂ। ਜ਼ਿਲ੍ਹਾ ਪੱਧਰ 'ਤੇ ਕਮੇਟੀ ਬਣਾ ਦਿਓ, ਗੌਰਮੈਂਟ ਤੋਂ ਰਜਿਸਟਰ ਕਰਾ ਕੇ ਕਮੇਟੀ ਬਣਾ ਦਿਓ, ਪਿੰਡਾਂ ਵਿੱਚ ਅਨਾਊਂਸਮੈਂਟ ਕਰਾ ਦਿਓ, ਅਖਬਾਰਾਂ 'ਚ ਇਸ਼ਤਿਹਾਰਬਾਜ਼ੀ ਦੇ ਦਿਓ ਵੀ ਜਿਹੜੇ ਬੰਦੇ ਇਸ ਤਰ੍ਹਾਂ ਦੀ ਆ ਕਮੇਟੀ ਬੈਠੀ ਹੈ, ਇਹਦੇ ਕੋਲ ਆ ਕੇ ਲਿਖਾ ਕੇ ਜਾਓ। ਬਿਲਕੁਲ। ਉਹਦਾ ਪਿਛੋਕੜ ਦੇਖੋ, ਉਹਦੀ ਇਕਨੋਮਿਕਲ ਕੰਡੀਸ਼ਨ ਦੇਖੋ, ਉਹਦੇ ਘਰ ਦੀ ਕੰਡੀਸ਼ਨ ਕੀ ਆ, ਉਹ ਪਰਿਵਾਰ ਦੇ ਮੈਂਬਰ ਦੀ ਕੰਡੀਸ਼ਨ ਦੇਖੋ ਕੀ ਆ। ਬਿਲਕੁਲ। ਜਨਤਕ ਕਰੋ ਦੁਬਾਰਾ, ਇਸ ਗੱਲ ਨੂੰ ਜਨਤਕ ਕਰੋ ਗੌਰਮੈਂਟ ਦੇ ਥਰੂ। ਅਦਾਲਤੀ ਨੂੰ ਕਹੋ ਵੀ ਅਸੀਂ ਆਹ ਇਸ ਤਰ੍ਹਾਂ ਸਾਡਾ ਸਿਸਟਮ ਆ, ਅਸੀਂ ਕਰਨਾ ਚਾਹੁੰਦੇ ਹਾਂ, ਤੇ ਗੌਰਮੈਂਟ ਮਨੁੱਖੀ ਸਿਸਟਮ ਆਧਾਰ ਹਿਊਮਨ ਰਾਈਟਸ, ਗੌਰਮੈਂਟ ਨੂੰ ਆਹ ਦੇਣਾ ਹੀ ਪੈਣਾ ਹੈ ਜੇ ਕੋਈ ਉਦਮ ਕਰੇ ਤਾਂ। ਜੇ ਕੋਈ ਉਦਮ ਕਰੇ ਤਾਂ, ਜਿਵੇਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ, ਉਹਨਾਂ ਹਾਂ ਜਿਹਨੇ ਉਹਨਾਂ ਖਾਲੜਾ ਮਿਸ਼ਨ ਨੇ ਕੀਤਾ। ਬਹੁਤ ਸੌਖਾ ਕੰਮ ਆ। SEPC ਬਿਠਾ ਦਿਓ,
SGPC ਆਪਣੇ ਵੱਲੋਂ ਪਾ ਦੇ, ਮਨੁੱਖੀ ਅਧਿਕਾਰ ਜੇ ਸੰਗਠਨ ਉਹ ਆਪਣੇ ਵੱਲੋਂ ਪਾ ਦੇਣ, ਜ਼ਿਲ੍ਹਾ ਪੱਧਰ ਕਮੇਟੀਆਂ ਬਿਠਾ ਦੇਣ, ਪਿੰਡਾਂ 'ਚ ਦੱਸਣ ਵੀ ਆਹ ਬੰਦੇ ਸੰਘਰਸ਼ ਦੇ ਦੌਰਾਨ ਕਿਵੇਂ ਗਏ, ਕਿਉਂ ਗਏ। ਸੱਚ ਨਿੱਤਰ ਜਾਣਾ, ਜੇ ਕਿ ਜਿਹੜੇ ਕੋਲ ਡਾਕੂ ਆ ਜਾਂ ਲੁਟੇਰੇ ਆ ਗੁੰਡੇ ਆ ਉਹ ਨਿੱਤਰ ਜਾਣ ਕੇ ਸਾਹਮਣੇ ਆ ਜਾਣਾ ਵੀ ਆਹ ਕੀ ਕੁਛ ਆ। ਵੱਡਾ ਦੁਖਾਂਤ ਭਾਈ ਸਾਹਿਬ ਜੀ ਇਹ ਵੀ ਹੈ ਜੋ ਪਿੰਡਾਂ ਦੇ ਵਿੱਚ ਆਪਾਂ ਜਾਣਦੇ ਹਾਂ, ਤੁਸੀਂ ਵੀ ਗਏ ਹੋ, ਕਿ ਸ਼ਹੀਦ ਜਿਹੜੇ ਹੋਏ ਨੇ ਕੌਮ ਦੀ ਖਾਤਰ, ਪੰਥ ਦੀ ਖਾਤਰ, ਉਹਨਾਂ ਦੀਆਂ ਬਰਸੀਆਂ ਮਨਾਉਣ ਤੱਕ ਨਾ ਕੋਈ SGPC ਨੇ ਅੱਜ ਤੱਕ ਕੋਈ ਸਹਾਇਤਾ ਕੀਤੀ, ਨਾ ਕਿਸੇ ਹੋਰ ਜਥੇਬੰਦੀਆਂ ਨੇ ਸਹਾਇਤਾ ਕੀਤੀ। ਪਰਿਵਾਰ ਚਾਹੁੰਦੇ ਨੇ ਕਿ ਇਹਨਾਂ ਸ਼ਹੀਦਾਂ ਦੀ ਜਿਹੜੀ ਬਰਸੀ ਹੈ ਵੱਡੇ ਪੱਧਰ ਤੇ ਅਸੀਂ ਮਨਾ ਸਕੀਏ, ਪਰ ਉਹ ਆਰਥਿਕ ਜਿਹੜਾ ਪੱਖ ਹੈ ਉਹਨਾਂ ਪਰਿਵਾਰਾਂ ਦਾ ਬਹੁਤ ਕਮਜ਼ੋਰ ਹੈ, ਜੋ ਕੁਝ ਅਸੀਂ ਅੱਖਾਂ ਨਾਲ ਦੇਖਿਆ। ਚਲੋ ਇੱਕ ਗੱਲ ਹੋਰ ਹੈ ਬਾਬਾ ਜੀ, ਹੁਣ ਬਰਸਿਆਂ ਦੇ ਅਕਸਰ ਜਾਂਦੇ ਹੀ ਰਹਿੰਦੇ ਆ, ਕੁਝ ਸਮੇਂ ਤੋਂ ਮੇਰੀ ਸਿਹਤ ਠੀਕ ਨਾ ਹੋਣ ਕਰਕੇ ਮੈਂ ਨਹੀਂ ਜਾਂਦਾ। ਜਿਹੜੀ ਬਰਸੀ ਸ਼ਹੀਦ ਸਿੰਘ ਦੀ ਮਨਾਈ ਜਾਂਦੀ ਆ ਉਹ ਬਾਬਾ ਜਲੇਬੀਆਂ ਖਾਣ ਤੱਕ ਨਾ ਸੀਮਿਤ ਹੋਵੇ। ਜਲੇਬੀਆਂ ਦਾ ਕੰਮ ਹੀ ਨਹੀਂ ਉੱਥੇ, ਜਲੇਬੀਆਂ ਦਾ ਸ਼ਹੀਦ ਦੀ ਬਰਸੀ ਹੈ, ਸ਼ਹੀਦ ਦੀ ਬਰਸੀ ਆ। ਹੁਣ ਅਸੀਂ ਗਏ ਆ, ਨਵਾਂ ਸਿਸਟਮ ਹੀ ਚਲਾਦਾ, ਕੋਈ ਬਾਹਰੋਂ ਆਉਂਦਾ ਵਾ 4 ਪੈਸੇ ਦਿੰਦਾ, ਉੱਥੇ ਜਲੇਬੀਆਂ ਬਣਾ, ਰਸਗੁੱਲੇ ਬਣਾ, ਕੁਛ ਨਾ ਕੁਛ ਕਰ, ਭਾਸ਼ਣ ਦੇ ਲੰਮੇ ਚੌੜੇ, ਚਲੋ ਕੱਪੜੇ ਝਾੜ ਕੇ ਉੱਠ ਜਾਂਦੇ ਆ। ਅਸੀਂ ਤਾਂ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਸ਼ਹੀਦੀ ਦਿਹਾੜਾ ਹੈ ਉਹਨੂੰ ਵੀ ਖੀਰਾਂ ਤੱਕ ਜਾਂ ਜਲੇਬੀਆਂ ਤੱਕ ਸੀਮਿਤ ਕਰਕੇ ਬਹਿ ਗਏ। ਇਹ ਵੀ ਇੱਕ ਦੁਖਾਂਤ ਹੈ, ਔਰ ਬਿਲਕੁਲ ਸਾਦਾ ਭੋਜਨ ਹੋਣਾ ਚਾਹੀਦਾ ਲੰਗਰ ਵਿੱਚ ਆਹ ਕੁਛ, ਕਿਉਂਕਿ ਅਸੀਂ ਮਨਾਉਣ ਤਾਂ ਉੱਥੇ ਸ਼ਹੀਦੀ ਸਮਾਗਮ ਜਾਂਦੇ ਆ, ਅਤੇ ਸ਼ਹੀਦੀ ਸਮਾਗਮਾਂ 'ਤੇ ਹੀ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਕਿ ਅਸੀਂ ਜਲੇਬੀਆਂ ਉੱਥੇ ਬਣਾਈਏ ਜਾਂ ਖਾਈਏ, ਉਹ ਸਾਨੂੰ ਸ਼ੋਅ ਨਾ ਤਾਂ ਬਾਬਾ ਸ਼ਰਮ ਆਉਂਦੀ ਸਾਨੂੰ ਜਲੇਬੀ ਕਹਿਣ 'ਤੇ ਸ਼ਰਮ ਆਉਂਦੀ, ਜਲੇਬੀਆਂ ਬਣੀਆਂ ਉੱਥੇ ਚੱਕ ਕੇ ਖਾਣੀ ਤਾਂ ਬਹੁਤ ਦੂਰ ਦੀ ਗੱਲ ਆ। ਬਿਲਕੁਲ ਬਿਲਕੁਲ। ਕੋਈ ਸ਼ਹੀਦ ਸਿੰਘ ਦੀ ਬਰਸੀ 'ਤੇ ਗਏ ਆ, ਉਹਦਾ ਕੋਈ ਆਦਰਸ਼ ਲੋਕਾਂ ਨੂੰ ਵੀ ਇਹਦਾ ਆਦਰਸ਼ ਸੀ, ਇਸ ਮਿਸ਼ਨ 'ਤੇ ਇਹਨੇ ਸ਼ਹੀਦੀ ਪ੍ਰਾਪਤ ਕੀਤੀ ਆ। ਉਹਦੇ ਨਾਂ 'ਤੇ ਬੱਚਿਆਂ ਦੇ ਸਕੂਲ, ਬੱਚਿਆਂ ਨੂੰ ਪ੍ਰੇਰਿਤ ਕਰੋ, ਬੱਚਿਆਂ ਨੂੰ ਕੋਈ ਫੀਸਾਂ ਦਿਓ, ਉਹਦੇ ਪਰਿਵਾਰ ਦੀ ਹਾਲਤ ਦੇਖੋ ਕੀ ਹੈ, ਠੀਕ ਨਹੀਂ ਗੱਲ। ਫਿਰ ਉਹ ਤੋਂ ਬਾਅਦ ਗਾਹ ਕਰੋ, ਸਾਦਾ ਸਮਾਗਮ ਹੋਵੇ, ਸ਼ਹੀਦ ਸਮਾਗਮ ਹੋਵੇ, ਉਹਦੇ ਅਸੂਲ, ਉਹਦੇ ਫੰਡਾਮੈਂਟਲਸ ਜੋ ਕੁਛ ਵੀ ਸਿਧਾਂਤ ਹੈ, ਕਮ ਸੇ ਕਮ ਸੰਗਤ ਨੂੰ ਪਤਾ ਲੱਗੇ ਵੀ ਇਹ ਨੇ ਬੰਦੇ ਨੇ ਕੁਰਬਾਨੀ ਦਿੱਤੀ ਹੈ, ਇਸ ਗੱਲ ਕਰਕੇ ਕੁਰਬਾਨੀ ਦਿੱਤੀ ਹੈ। ਭਾਸ਼ਣ ਬਹੁਤ ਵੱਡੇ ਲੰਮੇ ਚੌੜੇ ਭਾਸ਼ਣ, ਚੱਲ ਸੋਚਾ, ਦੂਜਾ ਕਹਿੰਦਾ ਇਹਦੇ ਨਾਲੋਂ ਮੇਰਾ ਭਾਸ਼ਣ ਘੱਟ ਨਾ ਰਹੇ। ਔਰ ਬਹੁਤ ਐਸੇ ਲੁਟੇਰੇ ਵੀ ਪੰਥ ਦੇ ਵਿੱਚ ਉਹਨਾਂ ਨੇ ਵੀ ਪੈਰ ਧਰੇ ਨੇ, ਜਿਹੜੇ ਸ਼ਹੀਦਾਂ ਦੇ ਨਾਮ 'ਤੇ ਬਾਹਰੋਂ ਫੰਡਿੰਗ ਮੰਗਾਉਂਦੇ ਨੇ, ਔਰ ਸ਼ਹੀਦ ਪਰਿਵਾਰਾਂ ਤੱਕ ਉਹ ਫੰਡਿੰਗ ਪਹੁੰਚਦੀ ਵੀ ਨਹੀਂ, ਫੰਡ ਪਹੁੰਚਦਾ ਵੀ ਨਹੀਂ। ਇਹਦੇ ਗਵਾਹ ਅਸੀਂ ਵੀ ਹਾਂ ਅਤੇ ਤੁਸੀਂ ਵੀ ਹੋ। ਬਾਬਾ ਜੀ ਜਿਹੜੀ ਜਿਸੋ ਕਿ ਮੈਂ ਗਵਾਵਾਂ, ਮੇਰੀ ਜ਼ਬਾਨ ਹੈ ਮਤਲਬ ਕਿ ਕੌੜੀ, ਸਿੱਧੀ ਗੱਲ, ਅੱਗੇ ਸਿਆਪਾ ਪੈ ਹਟਿਆ ਮੇਰਾ ਬਾਹਰ ਨਾਲ, ਠੀਕ ਨਹੀਂ ਗੱਲ ਜੀ। ਬਾਬਾ ਜੀ ਅਸੀਂ ਵੀ ਮਦਦ ਕਰਦੇ ਰਹੇ, ਜਿੰਨੀ ਜੋਗਾ ਮੇਰੇ ਕੋਲ ਗੁੰਜਾਇਸ਼ ਆਪ ਵੀ ਕਰ ਰਹੇ ਸੀ, ਬਾਹਰ ਜੋ ਸੱਜਣ ਮਿਲਿਆ ਉਹ ਤੋਂ ਵੀ ਕਰਾ ਦਿੰਦਾ ਸੀ। ਬਾਬਾ ਫੋਟੋਆਂ ਖਿੱਚਣ ਦੀ ਕੀ ਲੋੜ ਆ, ਐਡੇ ਚੈੱਕ ਦੇਣ ਦੀ ਕੀ ਲੋੜ ਆ। ਮੈਂ ਨਜ਼ਮ ਲਿਖੀ ਸੀ ਵੀ ਵੱਡੇ ਚੱਕਾਂ ਦੇ ਛੋਟੇ ਅੱਖਰ ਨਾ ਲਿਖੋ। ਤੁਸੀਂ ਸਮਝੇ ਮੇਰੀ ਗੱਲ? ਸਮਝ ਗਿਆ। ਕੀ ਸਮਝ ਗਈ? ਵੱਡੇ ਚੱਕਾਂ ਦੇ ਛੋਟੇ ਅੱਖਰ ਨਾ ਲਿਖੋ। ਦੇਣਾ ਤਾਂ ਉੱਥੇ 500 ਰੁਪਈਆ ਜਾਂ 1000 ਰੁਪਈਆ, ਜਾ ਕੇ ਜ਼ਲੀਲ ਕਰਨਾ। ਹਾਂ ਵੀ ਐਡੇ ਚੱਕ ਐਡਾ ਵੀ ਕਮ ਸੇ ਕਮ ਛੋਟੇ ਅੱਖਰ ਨਾਲ ਲਿਖੋ। ਜੇ ਸੇਵਾ ਕਰਨੀ ਚੁੱਪ ਕਰਕੇ ਬਾਬਾ ਕਰੋ, ਅਤੇ ਉਹ ਪਰਿਵਾਰ ਨੂੰ ਕਹੋ ਭਾਈ ਆਹ ਪੰਥ ਦਾ ਪੈਸਾ, ਦਸਵੰਧ ਪੈਸਾ ਇਹਦਾ ਗਲਤ ਵਰਤੋਂ ਨਾ ਕਰੀ। ਪਰ ਗਲਤ ਵਰਤੋਂ ਉਹਨਾਂ ਲੋਕਾਂ ਨੇ ਤਾਂ ਬਹੁਤ ਕੀਤੀ ਹੋਣੀ ਹੈ, ਜਿਹਨਾਂ ਨੇ ਸ਼ਹੀਦਾਂ ਦੇ ਨਾਮ 'ਤੇ ਫੰਡ ਇਕੱਠੇ ਕੀਤੇ ਨਾਮ ਲੈ ਕੇ, ਪਰ ਪਰਿਵਾਰਾਂ ਤੱਕ ਉਹ ਪੈਸਾ ਪਹੁੰਚਿਆ ਨਹੀਂ। ਬਹੁਤ ਪਰਿਵਾਰ ਐਸੇ ਨੇ ਜਿਨ੍ਹਾਂ ਦੇ ਕੋਈ 31 ਸਾਲਾਂ ਤੋਂ ਕੋਈ ਨਾ ਮੀਡੀਆ ਪਹੁੰਚਿਆ। ਭਾਈ ਮੈਂ ਇੱਕ ਗੱਲ ਆ, ਤੁਸੀਂ ਮੈਂ ਮਤਲਬ ਕਿ ਫਿਲਹਾਲ ਮੇਰਾ ਬੇਟਾ ਬਿਮਾਰ ਪਿਆ ਵਾ, ਮੈਂ ਬਾਹਰ ਅੰਦਰ ਜਾਣਾ ਛੱਡਿਆ, ਤੁਸੀਂ ਮੇਰੇ ਕੋਲ ਆਏ ਆ, ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿੰਦਾ, ਤੁਸੀਂ ਉਹਨਾਂ ਪਰਿਵਾਰਾਂ ਕੋਲ ਜਾ ਕੇ ਦੇਖੋ। ਗੁਰਪ੍ਰੀਤ ਸਿੰਘ ਬੱਬਰ ਸੇਵੇ ਵਾਲੇ ਦੇ ਘਰੇ ਜਾ ਕੇ ਦੇਖੋ, ਬਲਵਿੰਦਰ ਸਿੰਘ ਬੱਬਰ ਗੰਗਾ ਦੇ ਘਰੇ ਜਾ ਕੇ ਦੇਖੋ, ਬਲਵਿੰਦਰ ਸਿੰਘ ਬੋਲਟਾ ਜਿਹੜਾ ਉਹਦੇ ਘਰੇ ਜਾ ਕੇ ਦੇਖੋ, ਠੀਕ ਨਹੀਂ, ਰਾਮ ਸਿੰਘ ਕਰੰਡੀ ਦੇ ਘਰੇ ਜਾ ਕੇ ਦੇਖੋ, ਇਹਨਾਂ ਦੇ ਘਰਾਂ 'ਚ ਜਾ ਕੇ ਦੇਖੋ ਕੀ ਹਾਲਤ ਆ। ਤੁਹਾਡੇ ਬੇਟੇ ਦੀ ਗੱਲ ਚੱਲੀ ਅਤੇ ਮੈਨੂੰ ਭਾਈ ਸਰੈਣ ਸਿੰਘ ਉਹਨਾਂ ਨੇ ਦੱਸਿਆ ਸੀ ਵੀ 9 ਵਰ੍ਹੇ ਹੋ ਗਏ ਕੋਮਾ 'ਚ ਜੀ। ਦੇਖੋ ਚਲੋ ਪਹਾੜਾਂ ਕਹਿ ਲਓ ਜਾਂ ਕੁਛ ਵੀ ਕਹੇ, ਇਲਾਜ ਅਸੀਂ ਕਰ ਰਹੇ ਹਾਂ, ਪਰ ਸਾਨੂੰ ਤਾਂ ਜੇ ਅਸੀਂ ਉਹਦਾ ਇਲਾਜ ਅੱਜ ਛੱਡ ਦਈਏ ਉਹ 8 ਦਿਨਾਂ 'ਚ ਖਤਮ ਆ। ਪਰ ਇੱਕ ਬਾਪ ਆ, ਸਾਡਾ ਪਰਿਵਾਰ ਦਾ ਮੈਂਬਰ ਆ, ਮੇਰੇ ਪਿੱਛੇ ਉਹਨੇ ਬਹੁਤ ਦੁੱਖ ਚੱਲਿਆ, ਮੈਂ ਛੱਡ ਨਹੀਂ ਸਕਦਾ। ਉਸ ਬੇਟੇ ਦੇ ਵੀ ਤੁਹਾਨੂੰ ਅਸੀਂ ਕੈਮਰੇ ਰਾਹੀਂ
ਨਹੀਂ ਉਹਦੀ ਫੋਟੋ ਅਸੀਂ ਖਿੱਚਣ ਨਹੀਂ ਦਿੰਦੇ ਕਿਸੇ ਨੂੰ। ਪਤਾ ਕੀ ਗੱਲ ਜੀ, ਉਹ ਕਹਿੰਦੇ ਵਾਲੇ ਕਹਿੰਦੇ ਪੈਸੇ ਇਕੱਠੇ ਕਰਨ ਦੇ ਮਾਰੇ ਫੋਟੋਆਂ ਖਿਚਾਈ ਜਾਂਦੇ ਆ। ਮੁੜ ਕੇ ਸਾਡੇ ਤਵਾ ਲਾ ਲਦੇ। ਆਪਣਾ ਪੰਜਾਬੀ ਕਹਾਵਤ ਹੀ ਇੱਕ ਹੀ ਤਵਾ ਲਾ ਲੈਣਾ। ਜੋ ਸੰਤਾਂ ਦੇ ਘਰ ਜਦੋਂ ਤਾਂ ਸੰਤਾਂ ਦੇ ਪਰਿਵਾਰ ਨੂੰ। ਮੈਂ ਇੱਕ ਗੱਲ ਹੋਰ ਵੀ ਸੁਣੀ, ਜਿਹੜਾ ਤੁਹਾਡਾ ਆਰਥਿਕ ਪਿਛੋਕੜ, ਮੈਂ ਉਹਦੇ ਤੇ ਵੀ ਗੱਲ ਕਰਨੀ ਚਾਹੁੰਦਾ। ਬਾਬਾ ਜੀ ਮੈਨੂੰ ਚੱਕਣੇ ਪੈਣਾ ਜੀ। ਆਰਥਿਕ ਪਿਛੋਕੜ ਕੀ ਕਰੋਗੇ ਬਾਬਾ ਜੀ? ਪਹਿਲਾਂ ਤੁਸੀਂ ਹੁਣ ਜੇਲ੍ਹਾਂ ਦਾ ਨਿਬੇੜ ਲਈਏ ਕੰਮ ਜੀ। ਮੈਨੂੰ ਜਦੋਂ ਇੱਥੋਂ ਹੋਈ ਨਿਬੜੀ ਗੱਲ ਜੀ, ਸਾਰਾ ਕੁਝ ਮੈਨੂੰ ਪੰਜਾਬ 'ਚੋਂ ਰੈਫਰ ਕੀਤਾ ਇਹਨਾਂ ਨੇ ਦਿੱਲੀ। ਜੇਲ੍ਹ ਦਾ ਕੁੱਤਾ ਰਵਾ ਹੈ ਤਿਹਾੜ ਜੇਲ੍ਹ ਦਾ। ਉੱਥੇ ਜਾਣ ਸਾਰ ਬੌਕਰ ਫੜਾਉਂਦੇ ਆ ਸਫਾਈ ਕਰਨ ਵਾਸਤੇ। 2 ਨੰਬਰ ਜੇਲ੍ਹ ਦਾ ਸੀ ਜੇਲ੍ਹ ਸੁਪਰਡੈਂਟ ਸੁਭਾਸ਼। ਗੰਦਾ ਬੰਦਾ ਸੀ ਉਹ, ਗਾਲ ਤਾਂ ਨਹੀਂ ਕੱਢਦਾ, ਹੈ ਗੰਦਾ ਹੀ ਸੀਗਾ। ਅੱਛਾ, ਉਹ ਐਂ ਬੈਠਾ ਤੜਕੇ ਮਲਾਇਆ ਵਾਰਡ ਜਦੋਂ ਖੁੱਲ੍ਹਦਾ ਤੜਕੇ ਬੰਦੀ, ਜਦੋਂ ਨਵੇਂ ਜੇ ਬੰਦੇ ਨੂੰ ਜਾ ਕੇ ਮਲਾਇਆ ਵਾਰਡ 'ਚ ਬੰਦ ਕਰ ਦਿੰਦੇ। ਅਤੇ ਤੜਕੇ ਜਦੋਂ ਬੰਦੀ ਖੁੱਲ੍ਹੀ ਅਤੇ ਬੌਕਰ ਐਂ ਰੱਖੀਆਂ ਪਈਆਂ। ਜਿਹੜੇ ਨਵੇਂ ਆਏ ਹੁੰਦੇ ਉਹਨਾਂ ਨੂੰ ਕਹਿੰਦੇ ਵੀ ਉਹ ਜਿਹੜਾ ਹੁੰਦਾ ਕਿ ਵਾਰਡ ਇੰਚਾਰਜ, ਉਹਦੇ ਕੋਲ ਬੈਂਸ ਲੰਮੀ ਸਾਰੀ, ਕਹਿੰਦਾ ਬੌਕਰਾ ਚੱਕੋ ਚੱਕੋ ਚੱਕੋ, ਸਾਰੇ ਚੱਕੀ। ਮੈਂ ਨਾਂ ਨਹੀਂ ਲੈਣਾ, ਵੱਡਿਆਂ ਨੇ ਵੀ ਚੱਕੀ ਆ ਬਾਹਰ ਲੈਣੇ, ਜਿਹੜੇ ਬਾਹਰਲੇ ਬੱਬਰ ਆ, ਬਾਹਰਲੇ ਬੱਬਰ, ਉਹਨਾਂ ਨੂੰ ਤਿਹਾੜ ਝਾੜੂ ਮਾਰਿਆ। ਮੇਰੇ ਕੋਲੇ ਆ ਗਿਆ, ਕਹਿੰਦਾ ਚੱਕ ਚੱਕੋ। ਮੈਂ ਤਾਂ ਚੱਕਦਾ। ਜਦੋਂ ਉਹਨੇ 2 ਵਾਰੀ ਡੰਡਾ ਜਿਹਾ ਮਾਰ ਕੇ ਚੱਕੋ, ਮੈਂ ਨਹੀਂ ਚੱਕਦਾ। ਉਹਨੇ ਮੈਨੂੰ ਗਾਲ ਕੱਢੀ। ਮੈਂ ਲਾਈਫ ਮੈਂ ਤੁਹਾਨੂੰ ਦੱਸ, ਕਹਿੰਦਾ ਮੈਂ 3 ਪੂਰੀ ਦੇ ਦੂੰਗਾ। ਉਹਨੇ ਕਿਹਾ, ਮੈਂ ਅਣਸੁਣੀ ਜਿਹੀ ਗੱਲ ਕਰਤੀ। ਉਹਨੇ ਫਿਰ ਕਿਹਾ ਮੈਨੂੰ ਗਲਤ ਲਫ਼ਜ਼ ਵਰਤ ਕੇ ਕਿ ਮੈਂ 3 ਪੂਰੀ ਦੇ ਦੂੰਗਾ। ਮੈਂ RDX ਦੇ ਦੂੰਗਾ। ਅਤੇ ਉੱਥੇ ਮੁਸਲਮਾਨ ਵੀ ਸੀਗੇ, ਮਤਲਬ ਕਿ 2 ਅਤੇ ਹਾਈ ਰਿਸਕ ਸਕੁਆਡ ਦੇ ਸੀਗੇ ਉਹ। ਜਦੋਂ ਆਹ ਹੋਈ ਗੱਲ ਵੀ ਸੁਭਾਸ਼ ਚੰਦਰ ਦੇਖੀ ਜਾਂਦਾ ਸੀਗਾ ਵੀ ਆਹ ਬਹਿਸ ਚੱਲੀ ਜਾਂਦੀ ਹੈ ਅਤੇ ਸਰਦਾਰ ਨੇ ਬੌਕਰ ਨਹੀਂ ਚੱਕੀ। ਉਹਨੇ ਮੈਨੂੰ ਆਪਦੇ ਕੋਲ ਸੱਦ ਲਿਆ, ਕਹਿੰਦਾ ਸਰਦਾਰ ਕੀ ਗੱਲ ਬੌਕਰ ਨਹੀਂ ਮਾਰਦੇ? ਮੈਂ ਮਾਰਦਾ। ਅਤੇ ਉਹ ਜਿਹੜਾ ਸੀਗਾ ਜੇਲ੍ਹ ਵਾਰਡ ਇੰਚਾਰਜ ਆ, ਉਹ ਕਹਿੰਦਾ ਜੀ ਆਹ ਕਹਿੰਦਾ ਮੈਂ RDX ਦੇ ਦੂੰਗਾ। ਮੈਂ ਇਹਨੇ ਜਿਹੋ ਜਿਹਾ ਬੋਲਿਆ ਉਹ ਜਿਹਾ ਮੈਂ ਬੋਲ ਪਿਆ। ਇਹ ਜੀ ਗੱਲ ਕੀ ਹੈ? ਬਿਲਕੁਲ, ਵੀ ਜਿਸ ਤਰ੍ਹਾਂ ਇਹਨੇ ਮੇਰੇ ਨਾਲ ਬਿਹੇਵ ਕੀਤਾ ਉਹ ਜਿਹਾ ਮੈਂ ਕਰ ਲਿਆ। ਬਣਦਾ ਜਵਾਬ ਦੇਣਾ ਸੀ। ਹਾਂ ਵੀ ਮੈਂ ਦਿੱਤਾ। ਇਹ ਜੀ ਗੱਲ ਕੀ ਹੈ? ਅਤੇ ਮੇਰੇ ਵਾਰੰਟ ਬਗਾਲੇ ਜੇਲ੍ਹ 'ਚ ਉੱਥੇ ਡਿਊਟੀ 'ਚੋਂ ਕਹਿੰਦੇ ਕਿਹੜੇ ਕੇਸ ਹੈ? ਮੈਨੂੰ ਨਹੀਂ ਪਤਾ ਕਿਹੜਾ ਕੇਸ ਹੈ। ਵਾਰੰਟ 'ਤੇ ਲਿਖਿਆ ਕੀ ਪਰ ਕੀ ਲਿਖਿਆ। ਵਾਰੰਟ ਪੜ੍ਹ ਕੇ ਕਹਿੰਦਾ ਸਰਦਾਰ ਜੀ ਆਰਾਮ ਨਾਲ ਰਹੋ, ਕੋਈ ਗਲਤ ਕੰਮ ਨਹੀਂ ਕਰਨਾ ਅਤੇ ਕਿਸੇ ਨੂੰ ਮੰਦਾ ਚੰਗਾ ਨਹੀਂ ਬੋਲਣਾ। ਅਤੇ ਜੀ ਜੇ ਕਿਸੇ ਨੂੰ ਕੋਈ ਤਕਲੀਫ ਆ ਵੀ ਤੁਸੀਂ ਵੀ ਸਾਨੂੰ ਦੱਸੋ। ਆਹ ਗੱਲ ਹੁੰਦੀ ਪ੍ਰੋਫੈਸਰ ਭੁੱਲਰ ਸਾਹਿਬ ਕੋਲ ਚਲੀ ਗਈ। ਉਹ ਅੱਡ ਬੰਦ ਸੀ, ਲੌਰੀ ਸਾਹਿਬ ਤੇ ਭੁੱਲਰ ਸਾਹਿਬ ਅੱਡ ਬੰਦ ਸੀ। ਜਦੋਂ ਉਹ ਅੱਡ ਬੰਦ ਸੀਗੇ ਅਤੇ ਕਹਿੰਦੇ ਸਵਾਦ ਲਿਆਦਾ। ਬਿਲਕੁਲ, ਉਹ ਬੜੀ ਜ਼ਰੂਰਤ ਰੱਖੀ। ਹਾਂ, ਕਹਿੰਦੇ ਇੱਥੇ ਆਉਂਦੇ ਆ, ਕੋਈ ਦਾੜੀਆਂ ਫਰੋੜੀ ਜਾਂਦੇ, ਪੱਗਾਂ ਢਾਈ ਜਾਂਦੇ ਆ, ਕਛਹਿਰੇ ਲਵਾਈ ਜਾਂਦੇ ਆ। ਕੜਾ ਹੀ ਮੇਨ ਕਾਰਨ, ਕੜਾ ਲਵਾਉਂਦੇ ਆ। ਅਸੀਂ ਵੀ ਕੜਾ ਨਹੀਂ ਲਾਵਾਂਗੇ। ਕਛਹਿਰਾ ਖੋਲ੍ਹ ਕੇ ਤਲਾਸ਼ੀ ਲੈਂਦੇ ਵੀ ਅਸੀਂ ਕਛਹਿਰੇ ਨੂੰ ਖੋਲ੍ਹ ਕੇ ਤਲਾਸ਼ੀ ਨਹੀਂ ਲੈਣ ਦੇਵਾਂਗੇ। ਅਤੇ ਨਾ ਹੀ ਦਿੱਤੀ ਹੈ ਬਾਈ ਪਰਮਾਤਮਾ ਗੁਰੂ ਸਾਹਿਬ। ਇਸ ਗੱਲ ਮੇਰੀ ਇਸ ਇਹਨਾਂ ਲਫ਼ਜ਼ ਦਾ ਗੁਰੂ ਸਾਹਿਬ ਜਾਣੀ ਜਾਣਾ। ਜਿੰਨਾ ਚਿਰ ਮੈਂ ਤਿਹਾੜ 'ਚ ਰਿਹਾ ਛਾਲ ਮਾਰ ਰਿਹਾ। ਭੁੱਲਰ ਸਾਹਿਬ ਨੂੰ ਪਤਾ ਲੱਗਾ ਜਦੋਂ ਵੀ ਇਸ ਤਰ੍ਹਾਂ ਸਿੱਖਾਂ ਵਾਲਾ ਇੱਥੇ ਆ ਗਿਆ। ਸਿੱਖਾਂ ਵਾਲੇ ਕਹਿੰਦੇ ਸੀਗੇ, ਉਹਨਾਂ ਨੇ ਮੁੰਡਾ ਕੁਲਵਿੰਦਰ ਸਿੰਘ ਸੀ ਇੱਕ ਜੀ, ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ। ਹਾਂਜੀ, ਪ੍ਰੋਫੈਸਰ ਸਾਹਿਬ ਭੁੱਲਰ ਸਾਹਿਬ। ਅੱਛਾ, ਅਤੇ ਉਹ ਕੁਲਵਿੰਦਰ ਸਿੰਘ ਮੁੰਡਾ ਕੈਦੀ ਸੀਗਾ, ਉਹ ਦੁੱਧ ਵਰਤਾਉਂਦਾ ਹੁੰਦਾ 4 ਸਵੇਰੇ। ਉਹ ਕੁਲਵਿੰਦਰ ਨੂੰ ਕਹਿੰਦੇ ਵੀ ਉੱਥੇ ਕਰਮਜੀਤ ਇਸ ਤਰ੍ਹਾਂ ਆਇਆ ਅਤੇ ਵੀ ਉਹਨੂੰ ਅੱਧਾ ਕਿਲੋ ਦੁੱਧ ਜਿੰਨਾ ਵੀ ਦਿੱਤਾ ਹੁੰਦਾ ਦੁੱਧ ਦਿਆ ਕਰ। ਅਤੇ 500 ਕੂਪਨ ਜੇਲ੍ਹ ਦੇ ਵਿੱਚ, ਤਿਹਾੜ ਜੇਲ੍ਹ 'ਚ ਕੂਪਨ ਚੱਲਦੇ, ਪੈਸੇ ਨਗਦ ਜਮ੍ਹਾਂ ਕਰਾ ਲੈਂਦੇ ਆ। ਅੱਛਾ, ਨਗਦ ਪੈਸੇ ਜਮ੍ਹਾਂ ਕਰਾ ਲੈਂਦੇ, ਕੂਪਨ ਦਿੰਦੇ ਆ। ਅਤੇ ਕਛਹਿਰਾ ਕੇਸ ਕੀ ਮਤਲਬ ਕਿ ਅਤੇ ਕੱਪੜੇ ਲੀੜੇ ਵਸਤਰ ਅਤੇ ਕੰਘਾ ਅਤੇ 500 ਕੂਪਨ ਕੁਲਵਿੰਦਰ ਦੇ ਕੋਲੇ ਘੱਲਿਆ। ਇੱਕ ਰੁਕਾ ਲੈ ਕੇ ਘੱਲਿਆ ਵੀ ਮਤਲਬ ਕਿ ਠੀਕ ਆ। ਤਾਂ ਬਈ ਤਿਹਾੜ ਜੇਲ੍ਹ 'ਚ ਜਿਹੜੇ ਆਪਣੇ ਕਿ ਸਾਡੇ ਵਰਗੇ ਪਿੰਜਰ ਸੀਗੇ, ਬੜੀ ਸ਼ਾਨ ਨਾਲ ਰਹੇ ਉੱਥੇ। ਐਂ ਗੱਲ ਨਹੀਂ ਉੱਥੇ ਭਾਂਡੇ ਮਾਂਜੀ ਗਏ ਜਾਂ ਬੌਕਰਾਂ ਮਾਰੀ ਗਏ। ਬਾਕੀ ਸਾਰਿਆਂ ਤੋਂ ਕੰਮ ਕਰਾਉਂਦੇ ਉਹ, ਬੈਰਕਾਂ ਸਾਫ਼ ਕਰਾਉਂਦੇ ਆ।
ਇਹਦੇ ਗੱਲ ਇਹ ਬਾਬਾ ਜ਼ਰੂਰਤ ਜੇ ਕੋਈ ਸਟੈਂਡ ਲੈਣਾ ਤਾਂ ਉਹ ਆਪਦੀ ਜ਼ਰੂਰਤ ਵੀ ਚਾਹੀਦੀ, ਆਪਾਂ ਸਟੈਂਡ ਲੈ ਸਕਦੇ ਹਾਂ। ਆਪਾਂ ਨਾ ਕਿਸੇ ਨੇ ਫਸਾਦ ਕੀਤਾ ਨਾ ਕੁਛ ਕੀਤਾ। ਉੱਥੇ ਮਹਿੰਦਰਪਾਲ ਸਿੰਘ ਜੰਮੂ ਨੇ ਮੈਨੂੰ ਲਿਖਣ ਵਾਸਤੇ ਕਿਹਾ ਅਤੇ ਉਹ ਕਲਮ ਅੱਜ ਚੱਲੀ ਜਾਂਦੀ ਹੈ। ਕਲਮ ਕਾਫਲਾ ਬਣ ਗਈ, ਹਾਂ ਬਣ ਜਾਏ ਇੱਕ ਗੱਲ ਹੋ ਰਹੀ ਸ਼ੁਰੂ ਕੀਤੀ। ਦੂਸਰੀ ਗੱਲ ਇਹ ਮੈਂ ਦੱਸਦਾ ਗੱਲ ਜੀ, ਮੇਨ ਗੱਲ ਤੇ ਵੀ ਆਉਣਾ ਮੈਂ, ਜੋ ਦਿੱਲੀ ਵਾਲੇ ਤਿਹਾੜ ਜਿਹੜੇ ਦਾ ਕੇਸ ਪਿਆ ਬਿਲਕੁਲ ਫਾਲਸ ਹੀ ਐਂਪਲੀਕੇਟ ਹੋਇਆ, ਮੈਂ ਬਿਲਕੁਲ ਝੂਠਾ ਕੇਸ ਮੇਰੇ 'ਤੇ ਪਿਆ। ਏਜੰਸੀਆਂ ਦੀ ਮਾਰਫਤ ਪਿਆ, ਏਜੰਸੀਆਂ ਨੇ ਸਾਰੀ ਪਲੈਨਿੰਗ ਬਣਾਈ, ਏਜੰਸੀਆਂ ਨੇ ਸਾਰਾ ਕੁਝ ਕੀਤਾ ਕਰਾਇਆ ਅਤੇ ਮੇਰੇ 'ਤੇ ਗਲਤ ਕੇਸ ਪਿਆ। ਪਰ ਮੈਂ ਕੇਸ 'ਚ ਬਾਅਦ ਬਰੀ ਹੋ ਗਿਆ ਸੀ। ਗੁਰੂ ਸਾਹਿਬ ਦੀ ਕਿਰਪਾ। ਗੁਰੂ ਸਾਹਿਬ ਦੀ ਕਿਰਪਾ। ਜੇ ਕੋਈ ਮੈਂ ਕਹਾਂ ਵੀ ਮੈਂ ਬਲਾਸਟ ਕੀਤੇ ਸੀ, ਇਹ ਕੀਤੇ, ਬਿਲਕੁਲ ਗਲਤ ਗੱਲ ਹੈ। ਬਿਲਕੁਲ ਹਾਂ, ਇੱਕ ਸਕੈਂਡਲ ਬਣਾਇਆ ਏਜੰਸੀਆਂ ਨੇ, ਉਸ ਸਕੈਂਡਲ ਦੀ ਮੈਨੂੰ ਫੜਿਆ ਗਿਆ। ਜਿਵੇਂ ਏਜੰਸੀਆਂ ਦੀ ਫਿਤਰਤ ਹੈ ਉਹ ਬਣਾਉਂਦੀ, ਹਾਂ ਉਹ ਵੀ ਬਣਾਉਂਦੀਆਂ, ਕਿਸੇ ਤੇ ਹਥਿਆਰ ਪਾ ਦਿਓ, ਕਿਸੇ ਤੇ ਕੁਛ ਪਾ ਦਿਓ, ਕੁਛ ਪਾ ਦਿਓ। ਤੇ ਕੇਸ ਸੁੱਖ ਨਾਲ ਪਰਮਾਤਮਾ ਦੀ ਕਿਰਪਾ ਸੀ, ਵਾਧੂ ਸੀ ਕੇਸ। ਤੇ ਪਰਮਾਤਮਾ ਦੀ ਕਿਰਪਾ ਨਾਲ ਸਾਰਿਆਂ 'ਚ ਬਰੀ ਹੋਏ, ਬਾਅਦ 'ਚ ਬਰੀ ਹੋਏ। ਤੇ ਜਿਹਦੇ ਨੇ ਕਰਮ ਚੱਕੀ ਸਹੁੰ ਖਾ ਕੇ ਚੱਕੀ ਹੈ ਤੇ ਲਿਖ ਵੀ ਰਿਹਾ। ਹੁਣ ਤੁਸੀਂ ਕਿਉਂ ਆਰਥਿਕ ਵਿਸ਼ੇ ਦੀ ਗੱਲ ਕਰ ਲੈਂਦੇ ਆਪਾਂ, ਤੁਸੀਂ ਕਹਿ ਹੀ ਦਿੱਤਾ ਤਾਂ ਬਿਲਕੁਲ ਜ਼ਰੂਰੀ ਹੈ ਬਾਬਾ ਜੀ। ਆਰਥਿਕ ਮੈਂ ਇੱਕ ਸਰਦਾਰ ਆਦਮੀ ਹਾਂ, ਕੱਲਾ ਕੱਲਾ ਬਾਪੇ ਦਾ ਲੜਕਾ, ਬਿਲਕੁਲ ਕੱਲਾ ਕੱਲਾ, BA ਕੁਆਲੀਫਾਈਡ ਆ, ਸਪੋਰਟਸਮੈਨ ਵੀ ਰਿਹਾ ਮੈਂ, ਸਰਵਿਸ ਵੀ ਛੱਡ ਕੇ ਆਇਆ ਮੈਂ, ਮਤਲਬ ਕਿ ਏਅਰਫੋਰਸ ਦੀ ਏਡੀ ਵਿੰਗ ਦੀ। ਬੜੀ ਤਕੜੀ ਸਰਵਿਸ ਸੀ ਹੈ ਬਾਬਾ ਜੀ। ਚਲੋ ਉਹ ਵਿੰਗ ਹੈ ਜੀ, ਅੱਡ ਅੱਡ ਵਿੰਗ, ਉਹ ਏਅਰ ਡਿਫੈਂਸ ਹੈ, AD ਏਅਰ ਡਿਫੈਂਸ, ਮਤਲਬ ਕਿ ਉਹ ਅੱਡ ਅੱਡ ਵਿੰਗ ਆ ਉੱਥੇ। ਅਤੇ ਸਰਵਿਸ ਛੱਡ ਕੇ ਆਇਆ। ਚਲੋ ਉਸ ਵੇਲੇ ਲੋਕ, ਮੈਂ ਗੇਮ ਕਰਕੇ ਚਲਿਆ ਗਿਆ ਸੀਗਾ, ਅਤੇ ਮੇਰੇ ਕੋਲ ਸੀਗੇ ਜ਼ਮੀਨ, ਗੁਰੂ ਸਾਹਿਬ ਦੀ ਬਖਸ਼ਿਸ਼ ਆ, ਕਾਫੀ ਸੀਗੀ, ਅਤੇ ਮੰਮਾ ਮੇਰੀ ਹੈਡਮਿਸਟਰ ਸੀਗੀ। ਅੱਛਾ। ਡੈਡੀ ਮੇਰੇ ਕਲਾਸ ਅਫਸਰ ਸੀਗੇ। ਮੈਨੂੰ ਬੜਾ ਦੁੱਖ ਹੋਇਆ ਜਦੋਂ ਬਠਿੰਡੇ CS ਸਟਾਫ 'ਚ ਮੇਰੀ ਖਾਤਰ ਮੇਰੇ ਡੈਡੀ ਨੂੰ ਟੌਰਚਰ ਕੀਤਾ ਗਿਆ। ਉਹ ਟੌਰਚਰ ਕਰਨ ਦਾ ਵੀ ਮੈਂ ਹੀ ਬਣਿਆ, ਕਿਉਂਕਿ ਮੇਰੇ ਨਾਲ ਫੜੇ ਗਏ ਸੀ, ਮੈਂ ਕੁਛ ਦੱਸਿਆ ਨਹੀਂ ਸੀਗਾ ਉਹਨਾਂ ਨੂੰ। ਐਂ ਸੀਗੇ ਇਹਨਾਂ ਦੇ ਬਜ਼ੁਰਗ ਦੱਸੂਗਾ ਕੁਛ ਨਾ ਕੁਛ, ਜਾਂ ਸਾਡਾ ਸੀਰੀ ਭਈਆ ਜਿਹੜਾ ਸੀਗਾ ਉਹ ਦੱਸੂਗਾ, ਜਦ ਕਿ ਉਹਨਾਂ ਨੂੰ ਪਤਾ ਕੱਖ ਨਹੀਂ ਸੀਗਾ ਜੀ। ਮੇਰੀ ਗੱਲ ਸਮਝ ਗਈ ਨਹੀਂ, ਜਦ ਉਹਨਾਂ ਨੂੰ ਪਤਾ ਕੱਖ ਨਹੀਂ ਸੀਗਾ। ਜਦੋਂ ਪਰਿਵਾਰ ਨੂੰ ਪਤਾ ਹੁੰਦਾ ਫਿਰ ਹੀ ਸੀਗਾ, ਬਈ ਪਰਿਵਾਰ ਨੂੰ ਕਿਸੇ ਗੱਲ ਦਾ ਪਤਾ ਨਹੀਂ ਸੀਗਾ, ਅਤੇ ਨਾ ਹੀ ਆਪਾਂ ਲਾਲਾ ਕਰਨ ਵਾਲੇ ਸੀਗੇ, ਲਾਲਾ ਇਹ ਗੱਲ ਸੀ। ਅਤੇ ਉਹਦੇ ਵਿੱਚੋਂ ਕਾਫੀ ਜਾਇਦਾਦ ਮੇਰੀ ਨੁਕਸਾਨੀ ਗਈ ਹੈ। ਜਦੋਂ ਤੁਹਾਨੂੰ ਫੜਿਆ ਜਾਂਦਾ, ਜੇਲ੍ਹ ਚਲੇ ਜਾਂਦੇ ਹੋ, ਕਿੰਨੀ ਜ਼ਮੀਨ ਛੱਡ ਕੇ ਕਿਸੇ ਵਾਪਸ ਆਉਂਦੇ ਹੋ ਅਤੇ ਕਿੰਨੀ ਸੀ? ਭਾਈ ਸਾਹਿਬ ਜਦੋਂ ਮੇਰੇ ਕੋਲ, ਜਦੋਂ ਮੈਂ ਜਾਂਦਾ, ਮੇਰੇ ਕੋਲ 2 ਕੰਬਾਈਨ ਸੀਗੇ, ਬਲਕਾਰ ਕੰਬਾਈਨ, ਜੋ ਮੇਰਾ ਕੰਬਾਈਨ 'ਚ ਪਿਆ ਸੀ, ਆਹ ਚਲਾਉਂਦਾ ਸੀ, ਬਾਕੀ ਬੱਚੇ ਛੋਟੇ ਸੀਗੇ। ਅਤੇ ਜਦੋਂ ਮੈਂ ਵਾਪਸ ਆਇਆ, ਸਿਰਫ ਮੇਰੇ ਕੋਲ ਇੱਕ ਟਰੈਕਟਰ ਰਹਿ ਗਿਆ ਸੀ, ਕੰਬਾਈਨ ਵਗੈਰਾ ਹੋਰ ਕੁਛ ਨਹੀਂ ਰਹਿ ਗਿਆ ਸੀਗਾ। ਅਤੇ 5 ਕਿੱਲੇ ਵਿਕ ਗਏ ਸੀ। ਉਹ ਭਾਈ ਹਾਲਾਤ ਇਹੋ ਜਿਹੇ ਬਣਦੇ ਗਏ, ਵਿਕਦੇ ਗਏ ਜੀ। ਕੋਈ ਐਂ ਕੀ ਮਤਲਬ ਕਿ ਕਿਸੇ ਨੇ ਵਿਕਾ ਦਿਆ, ਗਲਤ ਗੱਲ ਹੈ ਜੀ। ਆਪਣੇ ਆਪ ਪੰਗਾ ਲਿਆ, ਸਿੱਧੀ ਗੱਲ ਹੈ ਜੀ, ਆਪ ਪੰਗਾ ਲਿਆ। ਜਿਹਦਾ ਆਪਾਂ ਕਹੀਏ ਵੀ ਧੱਕੇ ਨਾਲ ਸੰਤ ਜਰਨੈਲ ਸਿੰਘ ਜਾਂ ਸੁਖਦੇਵ ਸਿੰਘ ਬੱਬਰ ਸਾਨੂੰ ਧੱਕੇ ਨਾਲ ਫੜ ਕੇ ਲੈ ਗਏ, ਆਹ ਗਲਤ ਗੱਲ ਹੈ। ਆਪ ਗਏ ਆ, ਜਿਹੜੀ ਜੋ ਮਾਰ ਪਈ ਆ, ਠੀਕ ਹੈ, ਗੁਰੂ ਸਾਹਿਬ ਦੇ ਹੁਕਮ ਆ। ਪਰ ਇੱਕ ਦੁੱਖ ਜ਼ਰੂਰ ਆ ਮੈਨੂੰ, ਜਿਹੜੇ ਆਪਣਾ ਬਣ ਕੇ ਯਾਰ ਮਾਰ ਕਰਦੇ ਉਹਨਾਂ ਦਾ ਦੁੱਖ ਹੈ ਜੀ। ਆਪਣਾ ਬਣ ਕੇ ਯਾਰ ਮਾਰ ਕਰਦੇ ਉਹਨਾਂ ਦਾ ਦੁੱਖ ਹੈ, ਆਹ ਨਹੀਂ ਹੋਣਾ ਚਾਹੀਦਾ ਜੀ। ਵੀ ਜੇ ਵੀ ਮੇਰੇ ਨਾਲ ਤੇ ਆਪਾਂ ਯਾਰ ਬੇਲੀ ਆ, ਕੋਈ ਮਤਲਬ ਕੋਈ ਵੀ ਆ ਹੈ ਨਾ, ਜੇ ਉਹ ਮੇਰੇ ਨਾਲ ਤੇ ਕੈਂਪਿੰਗ ਕਰੇ, ਕੈਂਪਿੰਗ ਕਰਕੇ ਪੈਸਾ ਇਕੱਠਾ ਕਰੇ, ਅਤੇ ਨਾ ਮੇਰਾ ਬਦਨਾਮ ਹੋਵੇ, ਆਹ ਗੱਲਾਂ ਬਣੀਆਂ ਜੀ। ਤੁਹਾਡੇ ਨਾਲ ਹੋਇਆ ਐਸਾ? ਹਾਂ, ਮੇਰੇ ਨਾਲ ਹੋਇਆ ਜੀ। ਫਿਰ ਤੁਹਾਨੂੰ ਇਹਦਾ ਪਤਾ ਕਦੋਂ ਲੱਗਾ? ਜਿਹੜੀ ਯਾਰ ਮਾਰ ਆ ਉਹ ਗੁੱਝੀ ਹੋ ਜਾਂਦੀ ਹੈ, ਸਾਹਮਣੇ ਕਦੋਂ ਆਈ ਫਿਰ? ਬਾਬਾ ਜਦੋਂ ਹੌਲੀ ਹੌਲੀ ਗੱਲਾਂ ਸਭ, ਜਦੋਂ ਅੱਖ ਸਾਹਮਣੇ ਤਾਂ ਮੇਰੇ ਪਹਿਲਾਂ ਹੀ ਆ ਗਈ ਸੀ, ਪਰ ਸੰਗਤ ਦੇ ਸਾਹਮਣੇ ਮੈਂ ਹੁਣ ਆਉਣ ਲੱਗਾ, ਮਜਬੂਰੀ ਬਸ। ਆਉਣਾ ਵੀ ਚਾਹੀਦਾ ਹੈ। ਨਹੀਂ ਮੈਂ ਕਿਉਂ, ਮੈਂ ਇੱਕ ਕਮਾਂਡੋ ਅਫਸਰ ਸੀਗਾ ਜੀ, ਮੈਂ ਫਾਲਤੂ ਗੱਲ ਨਹੀਂ ਕਰਦਾ ਸੀ ਕਿਸੇ ਨਾਲ। ਮੈਨੂੰ ਮੈਂ ਮਹੀਨੇ ਬਾਅਦ ਹੀ ਕਿਸੇ ਨਾਲ ਬੋਲ, ਘਰੇ ਪਰਿਵਾਰ 'ਚ ਨਹੀਂ ਗੱਲ ਕਰਦਾ ਬੋਲਦਾ। ਪਰ ਜਦੋਂ ਮੈਂ ਕਿਹਾ ਵੀ ਮੈਨੂੰ
ਬਾਈ ਮਹਿੰਦਰਪਾਲ ਸਿੰਘ ਜੰਮੂ ਦੀ ਗੱਲ ਤੂੰ ਇਹ ਚੁੱਪ ਰਹਿਣਾ, ਤੇਰੀ ਮਰਜ਼ੀ ਯਾਰ। ਮੁੰਡਾ ਗਗਨਦੀਪ ਸਿੰਘ ਆ ਭੁੱਲਰੀ, ਇੱਥੇ ਪਟਿਆਲੇ ਦੇ ਆ ਮੇਰੇ ਖਿਆਲ। ਹਾਂ ਜੀ, ਉਹ ਪਟਿਆਲੇ ਮੁੰਡਾ ਕਾਫੀ ਵਰਕ ਕਰ ਰਿਹਾ। ਉਹ ਆਪਦਾ ਉਹਨੇ ਕੋਈ ਆਪ ਬਣਾਇਆ, ਗਰੁੱਪ ਵੀ ਬਣਾਇਆ ਮੇਰੇ ਖਿਆਲ। ਅਤੇ ਉਹ ਮੇਰੇ ਕੋਲ ਆਉਣ ਜਾਣ ਲੱਗ ਗਿਆ ਸੀਗਾ ਜੀ, ਦੇਖ ਕੇ ਹਾਲਾਤ। ਜਦੋਂ ਉਹਨੇ ਸਾਰਾ ਦੇਖਿਆ ਦਾਖਿਆ ਇੱਥੇ ਘਰ ਦੇ ਹਾਲਾਤ, ਕਹਿੰਦਾ ਯਾਰ ਕਰਨ ਦੀ ਗੱਲ ਕੀ ਆ? ਮੈਂ ਉਹ ਗੱਲ ਕੀ ਆ, ਸਾਡਾ ਅੱਜ ਹੋਰ ਕੱਲ੍ਹ ਹੋਰ ਲੈਂਦੇ ਲੂਦੇ ਲੈ ਲੂ ਜਾਣਗੇ, ਪੈਸੇ ਸਿਰ ਚੜੇ ਫਿਰ ਕੀ ਹੋ ਗਿਆ? ਮੇਰੇ ਕੋਲ ਇਹ ਨੋਟਿਸ ਪਏ ਜੀ, ਨਿਲਾਮੀ ਦੇ ਨੋਟਿਸ ਪਏ ਆ। ਮੇਰੀ ਸਾਰੀ ਪ੍ਰਾਪਰਟੀ ਨਿਲਾਮ ਸੀਗੀ, ਸਾਰੀ 2 ਬੈਂਕਾਂ ਕੋਲ। ਉਹ ਮੁੰਡੇ ਨੇ ਸੋਸ਼ਲ ਮੀਡੀਆ 'ਤੇ ਉਹ ਗੱਲ, ਜਿਹੜੇ ਮੇਰੇ ਨੋਟ ਸੀ ਬੈਂਕਾਂ ਦੇ, ਉਹ ਪਾਤੇ ਜੀ, ਆਪਣੇ ਕੋਲੇ ਪਏ ਜੀ, ਤੁਸੀਂ ਖਿੱਚ ਸਕਦੇ ਉਹਨਾਂ ਨੂੰ। ਉਹਨੇ ਉਹ ਪਾ ਦੇ। ਕੁਛ ਵੀਰ, ਮੇਰਾ ਸਰਕਲ ਬਹੁਤ ਲੰਬਾ ਚੌੜਾ ਸੀਗਾ ਜੀ, ਕੁਛ ਵੀਰ ਸੀ ਕੈਨੇਡਾ ਦੇ ਵਿੱਚ ਬੈਠੇ, ਉਹਨਾਂ ਨੇ ਬਹੁਤ ਮਹਿਸੂਸ ਕੀਤੀ ਆ ਗੱਲ, ਔਰ ਮੈਨੂੰ ਗਾਲਾਂ ਵੀ ਬਹੁਤ ਦਿੱਤੀਆਂ ਵੀ ਸਾਨੂੰ ਦੱਸਿਆ ਕਿਉਂ ਨਹੀਂ ਆ। ਕਹਿੰਦਾ ਵੀ ਇੰਨਾ ਕੁਛ ਹੋ ਗਿਆ, ਇਹਨਾਂ ਘਰ ਦਾ ਨੁਕਸਾਨ ਹੋ ਗਿਆ, ਤੁਸੀਂ ਸਾਨੂੰ ਦੱਸਿਆ ਕਿਉਂ ਨਹੀਂ? ਉਹਨਾਂ ਨੇ ਆਪਸ ਵਿੱਚ ਗੁਰਮਤਾ ਪਾਇਆ ਕੋਈ ਬਹਿ ਕੇ, ਜਿਹ 'ਚ ਭਾਈ ਗੁਰਜੰਟ ਸਿੰਘ, ਭਾਈ ਅਵਤਾਰ ਸਿੰਘ, ਭਾਈ ਇਕਬਾਲ ਸਿੰਘ, ਭਾਈ ਸਰਜੀਤ ਸਿੰਘ, ਉਹ ਇੰਡੀਆ ਆਈ ਆ ਸਰਜੀਤ ਸਿੰਘ ਤਾਂ ਰਾਮਗੜ੍ਹ, ਸਰਜੀਤ ਸਿੰਘ ਰਾਮਗੜ੍ਹ ਦਾ ਪਿੰਡ। ਉਹਨੇ ਗੱਡੀ 'ਤੇ ਬਕਾਇਦਾ ਲਿਖਿਆ ਹੁੰਦਾ ਸਰਜੀਤ ਸਿੰਘ ਖਾਲਸਤਾਨੀ। ਅੱਛਾ, ਇਹਨਾਂ ਨੇ ਫਿਰ ਕਿਹਾ ਵੀ ਇਸ ਤਰ੍ਹਾਂ ਦਾ ਯਾਰ ਔਖਾ। ਉਹਨਾਂ ਨੇ ਮੈਨੂੰ ਬਗੈਰ ਦੱਸੇ, ਉਹ ਦੋਹਾਂ ਬੈਂਕਾਂ 'ਚ ਗਏ ਬਗੈਰ ਦੱਸੇ। ਬੈਂਕਾਂ 'ਚ ਕਹਿੰਦੇ ਵੀ ਇਸ ਤਰ੍ਹਾਂ ਕੇਸ ਆ। ਬੈਂਕ ਮੈਨੇਜਰ ਦਾ ਕਹਿੰਦੇ ਸੀ ਹਾਂ ਹੈਗਾ, ਮੁੱਕਰ ਵਾਲੀ ਗੱਲ ਨਹੀਂ ਸੀ ਕੋਈ। ਬਿਲਕੁਲ। ਕਹਿੰਦੇ ਕਿਵੇਂ ਮਸਲਾ ਹੱਲ ਕਰਨਾ। ਉਹ ਬਣਾਈ ਬਹੁਤ ਬੈਠੇ ਸੀਗੇ, 16 17 ਲੱਖ 2 ਬੈਂਕ। ਕਹਿੰਦੇ ਮੈਨੇਜਰ ਸਾਹਿਬ ਆਇਆ ਤਾਂ ਨਹੀਂ ਗੱਲ ਚੱਲੀ, ਵੀ ਟੂ ਦਾ ਪੁਆਇੰਟ ਆ ਜਾਓ, ਟੇਬਲ 'ਤੇ ਪੈਸੇ ਰੱਖ ਦੇਣੇ ਅਸੀਂ। ਖੈਰ ਹੀ ਉਹ ਦੋਹਾਂ ਬੈਂਕਾਂ 'ਚ ਭਾਈ ਗੁਰਜੰਟ ਸਿੰਘ ਕੈਨੇਡਾ ਵਾਲਿਆਂ ਦੇ, ਅਤੇ ਇੱਕ ਪਟਿਆਲੇ ਲੁਧਿਆਣੇ ਦੇ ਸਿੰਘ ਸੀਗੇ TP ਸਿੰਘ, ਉਹਨਾਂ ਨੇ, ਭਾਈ ਸਰਜੀਤ ਸਿੰਘ ਰਾਮਗੜ੍ਹ ਨੇ, ਅਤੇ ਇਹਨਾਂ ਸਿੰਘਾਂ ਨੇ ਇੱਕ ਭਾਈ ਰਾਜਵਿੰਦਰ ਸਿੰਘ ਜੋ ਹੈ ਵਿੱਚ ਹੈਗੇ, ਰਾਜਵਿੰਦਰ ਸਿੰਘ ਅਮਰੀਕਾ ਵਾਲੇ, ਹਾਂਜੀ ਹੈਗਾ ਨਾ ਜੀ ਭਾਈ ਰਾਜਵਿੰਦਰ ਸਿੰਘ। ਇਹਨਾਂ ਨੇ ਇੱਕ ਭਾਈ ਗੁਰਬਖਸ਼ ਸਿੰਘ ਸੀ ਕੈਨੇਡਾ ਦੇ। ਇਹਨਾਂ ਸਾਰੇ ਸਿੰਘਾਂ ਨੇ ਫਿਰ ਆਪਸ ਵਿੱਚ ਗੁਰਮਤਾ ਪਾਇਆ ਅਤੇ ਆਰਡਰ ਡਿਊਟੀਆਂ ਲਾਤੀਆਂ ਵੀ ਤੂੰ ਫਲਾਣੇ ਬੈਂਕ ਦਾ ਕਲੀਅਰ ਕਰ, ਤੂੰ ਫਲਾਣੇ ਦਾ ਕਲੀਅਰ ਕਰ। ਉਹ ਆਪ ਸਾਰੇ ਮੈਨੂੰ ਦੱਸੇ ਬਗੈਰ ਬੈਂਕਾਂ 'ਚ ਗਏ, ਮੈਨੂੰ ਦੱਸੇ ਬਗੈਰ। ਬਿਲਕੁਲ ਰਿਐਲਿਟੀ ਆ ਜੀ ਆਹ, ਬਲਕਿ ਮੈਂ ਜੋ ਬੋਲ ਰਿਹਾ ਤੁਹਾਡੇ ਸਾਹਮਣੇ ਇੱਕ ਕਸਮ ਖਾ ਕੇ ਬੋਲ ਰਿਹਾ। ਬਿਲਕੁਲ, ਤੁਹਾਡਾ ਹਰ ਇੱਕ ਲਫ਼ਜ਼ ਦੇ ਉੱਪਰ ਜਿਹੜਾ ਹੈ। ਜਦੋਂ ਮੈਨੂੰ ਸਰਜੀਤ ਸਿੰਘ ਰਾਮਗੜ੍ਹ ਨੇ ਫੋਨ ਕੀਤਾ, ਕਹਿੰਦੇ ਵੀ ਕਰਮਜੀਤ ਤੂੰ ਇਸ ਬੈਂਕ 'ਚ ਇੱਕ ਦਿਨ, ਕਹਿੰਦੇ ਕੋਟਕਪੂਰੇ ਸਟੇਟ ਬੈਂਕ ਆਫ ਜਿਹੜਾ ਇੰਡੀਆ ਉਹ 'ਚ ਆ। ਮੈਂ ਤੂੰ ਕੀ ਕਰਾਉਣਾ? ਕਹਿੰਦੇ ਤੂੰ ਆ ਜਾ ਯਾਰ। ਮੈਂ ਭਰਾਵਾ ਯਾਰ ਮੈਨੇਜਰ ਨੇ ਦੱਸ ਕੇ ਕਰਾਉਣੇ ਹੋਣੇ, ਤੂੰ ਕਿੱਧਰੋਂ ਫਸ ਗਿਆ? ਕਹਿੰਦਾ ਨਹੀਂ ਤੂੰ ਮੇਰੇ ਕੋਲ ਆ। ਮੈਂ ਗਿਆ, ਉਹ ਭਾਈ ਸਾਹਿਬ ਉਹਨਾਂ ਨੂੰ ਮੈਂ ਜਾਣਦਾ ਸੀ, ਗੁਰਜੰਟ ਸਿੰਘ ਉਹਨਾਂ ਨੂੰ, ਉਹਨਾਂ ਨੂੰ ਦੇਖ ਕੇ ਹੈਰਾਨ ਲੱਗਿਆ। ਕਹਿੰਦੇ ਇੱਥੇ ਦਸਤਖਤ ਕਰ। NOC ਨੋ ਡਿਊ ਸਰਟੀਫਿਕੇਟ ਉਹਨਾਂ ਨੇ ਬੈਂਕ ਤੋਂ ਲੈ ਕੇ ਮੇਰੇ ਹੱਥ ਫੜਾ ਦਿੱਤਾ। ਵਾਹ। ਕੋਈ ਮੇਰੀ ਫੋਟੋ ਨਹੀਂ ਖਿੱਚੀ, ਕੋਈ ਮੇਰੀ ਬਲਕਿ ਪਬਲਿਸ਼ ਨਹੀਂ ਕੀਤਾ, ਮੈਨੂੰ ਕੁਛ ਨਹੀਂ ਕੀਤਾ। ਇਹ ਜਿਹੜਾ ਫਰੀਦਕੋਟ ਬੈਂਕ ਆਫ ਇੰਡੀਆ 'ਚ, ਉਹ ਕਹਿੰਦੇ ਮੈਨੇਜਰ ਸਾਹਿਬ ਆ ਚੱਕੋ ਪੈਸੇ, ਟੂ ਦਾ ਪੈਣਾ ਇੰਨੇ ਦੇਣੇ, ਇਹ ਤੋਂ ਬਾਅਦ ਸਾਡੇ ਕੋਲ ਹੈ ਨਹੀਂ। ਕਹਿੰਦੇ ਇੰਨੇ ਦੇਣੇ, ਫਿਰ 2 ਸਿਰ ਲੈ ਕੇ ਜਾਇਓ ਸਿੱਖ ਕਰਮਜੀਤ ਕੋਲੇ। ਅੱਛਾ, ਉਹਨਾਂ ਨੇ ਕਹਿਤਾ? ਹਾਂ, ਕਹਿੰਦੇ ਹਾਂ ਵੀ ਕਹਿੰਦੇ ਵੀ ਜੇ ਜਾਣਾ ਪੈਸੇ ਲੈਣ 2 ਸਿਰ ਲੈ ਕੇ। ਉਹ ਮੈਨੇਜਰ ਸੀਗੇ ਭਈਆ, ਝਾਹ ਪਣ ਕੀ ਹੋਏ ਵਾਲਾ ਇਹ ਨਾਂ ਸੀਗਾ, ਓਝਾ ਸੀਗਾ ਐਂ। ਅਤੇ ਉਹ ਕਹਿੰਦਾ ਕਿਆ ਬਾਤ ਹੈ ਆਪਕੀ ਇਹ ਬਾਤ? ਕਹਿੰਦੇ ਮੈਨੇਜਰ ਸਾਹਿਬ ਅਸੀਂ ਪੈਸੇ ਦੇਣੇ ਆ, ਤੁਸੀਂ ਪੈਸੇ ਚੱਕੋ ਹਿਸਾਬ ਨਾਲ। ਉਹ ਮੇਰੇ ਖਿਆਲ ਸੁਧਾਰ ਜੀ ਰਕਮ ਨਾਲ ਨਿਬੜ ਗਿਆ, ਦੋਵੇਂ ਬੈਂਕ ਨਿਬੜ ਗਏ। ਉੱਥੇ ਮੈਨੂੰ ਸੱਦ ਲਿਆ, ਮੈਂ ਤੂੰ ਦੱਸ ਕੇ ਕਹਿ, ਮੈਨੂੰ NOC ਉਹਨਾਂ ਨੇ ਫੜਾ ਦਿੱਤੀ। ਅੱਛਾ, ਮਤਲਬ ਕਿੱਡੀ ਵੱਡੀ ਗੱਲ ਕਹੀ ਹੈ ਭਾਈ ਕਰਮਜੀਤ ਸਿੰਘ ਹੋਰਾਂ ਨੇ, ਭਾਈ ਕਰਮਜੀਤ ਸਿੰਘ ਸਿੱਖਾਂ ਵਾਲਾ। ਬਈ ਇਹੋ ਜਿਹੇ ਵੀ ਕੌਮ ਦੇ ਅੰਦਰ ਜਜ਼ਬੇ ਵਾਲੇ ਸਿੰਘ ਨੇ, ਜਿਨ੍ਹਾਂ ਨੇ ਜਿਹੜੀ ਰਕਮ ਸੀ ਉਹ ਬੇਸ਼ੱਕ ਸਧਾਰਨ ਕਹਿ ਲਈਏ ਆਪਾਂ, ਪਰ ਬਹੁਤ ਵੱਡੀ ਸੀ ਉਹ। ਅਤੇ ਉਹ ਸਾਰਾ ਕੁਛ ਕਰਕੇ ਅਤੇ ਭਾਈ ਸਾਹਿਬ ਦੇ ਹੱਥ ਲਿਆ ਕੇ NOC ਜਿਹੜੀ ਉਹ ਪਕੜਾ ਦਿੱਤੀ। ਕਹਿੰਦੇ ਲਓ ਜਾਓ, ਤੁਹਾਡੀ ਜਿਹੜੀ ਜ਼ਮੀਨ ਨਿਲਾਮ ਹੋ ਰਹੀ ਸੀ ਉਹ ਨਹੀਂ ਹੋਵੇਗੀ, ਵੜੂਗਾ ਨਹੀਂ ਇੱਥੇ, ਵੜੂਗਾ ਨਹੀਂ ਇੱਥੇ ਨਹੀਂ ਵੜੂਗਾ। ਅਤੇ ਦੂਸਰਾ ਜਿਹੜਾ ਹੈ 500 ਰੁਪਈਆ ਦੇ ਕੇ ਜਾਂ 1000 ਰੁਪਈਆ ਦੇ ਕੇ ਵੀਡੀਓ ਬਣਾ ਲਈਆਂ ਜਾਂਦੀਆਂ ਨੇ ਵੀ ਅਸੀਂ ਉੱਥੇ ਇੰਨੀ ਰਕਮ ਦਿੱਤੀ, ਪਰ ਅਸਲ ਜਿਹੜਾ ਹੈ
ਕਿਸੇ ਦੀ ਮਦਦ ਕਰਨ ਦਾ ਅਗਰ ਤਰੀਕਾ ਜਾਂ ਸਲੀਕਾ ਸਿੱਖਣਾ ਹੋਵੇ ਤਾਂ ਜਿਨ੍ਹਾਂ ਸਿੰਘਾਂ ਦੇ ਤੁਸੀਂ ਨਾਮ ਲਏ ਹਾਂ ਨੇ, ਭਾਈ ਉਹਨਾਂ- ਗੁਰਜੰਟ ਸਿੰਘ ਹੁਣੇ ਕੈਨੇਡਾ ਆਏ ਆ। ਇਹਨਾਂ ਤੋਂ ਭਾਈ ਸਿੱਖਿਆ ਸਰਜੀਤ ਜਾ ਸਿੰਘ ਨਾਲ ਸਕਦਾ। ਇੱਕ ਗੱਲ ਹੋ ਰਹੀ, ਹੂੰ, ਚਸ਼ਮਦੀਦ ਗਵਾਹ ਉਹ ਹੂੰ, ਜਿਨ੍ਹਾਂ ਨੇ ਆ ਕੰਮ ਕੀਤਾ ਜੀ। ਹੂੰ, ਹੂੰ, ਭਾਈ ਸਾਹਿਬ ਮੈਂ ਕਦੇ ਦੇਣ ਦੇ ਸਕਦਾ ਉਹਨਾਂ ਬਿਲਕੁਲ। ਔਰ ਇੱਕ ਸਖਤ ਹਦਾਇਤ ਵੀ ਆ ਹੂੰ, ਹੂੰ, ਹਲੋ ਵੀ ਆਹ ਕਿਸੇ ਕੋਲ ਜ਼ਿਕਰ ਵੀ ਨਹੀਂ ਕਰਨਾ। ਹੂੰ, 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 ਬਿਲਕੁਲ। ਲੁਧਿਆਣੇ ਦੇ ਟੀਪੀ ਸਿੰਘ ਆ, ਮੇਰੇ ਖਿਆਲ ਤੇਜਿੰਦਰਪਾਲ ਸਿੰਘ ਨਾਮ ਉਹਨਾਂ ਮੈਨੂੰ ਟੀਪੀ ਸਿੰਘ ਹੀ ਕਹਿੰਦੇ ਵੀ ਮੈਨੂੰ ਟੀਪੀ। ਲੁਧਿਆਣੇ ਤੋਂ ਮੋਪੜ ਤੇ ਸਕੂਟਰੀ ਤੇ ਆਏ ਇੱਥੇ, ਹੂੰ, 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 ਕਿੱਥੇ ਲੁਧਿਆਣਾ, ਕਿੱਥੇ ਸਿੱਖਾਂ ਵਾਲਾ ਪਿੰਡ, ਕਿੱਥੇ ਫਰੀਦਕੋਟ ਬੈਂਕ। ਬਿਲਕੁਲ। ਹੂੰ, 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 ਉੱਥੇ ਵੀ ਕਹਿੰਦੇ ਵੀ ਆ ਚਲੀਏ, ਅਸੀਂ ਘਰੇ ਆ ਗਏ ਹੂੰ, ਹੂੰ, ਤੇ ਕਹਿੰਦੇ ਆ ਬੈਂਕ ਜਾਣਾ। ਮੈਂ ਕਿਹਾ ਜੀ ਚਲੋ। ਹੂੰ, ਤੇ ਕਹਿੰਦੇ NSC ਚੱਕ, ਹੂੰ। ਚਾਹੇ JCB ਦਾ ਲੋਨ ਲੈ ਲਾ, ਮੈਂ ਹੁਣੇ ਤੋੜਨਾ। ਵਾਹ। ਹੂੰ, ਹੂੰ, ਕਹਿੰਦੇ ਆਪਦਾ ਕੰਮ ਕਰ, ਕੰਮ ਤੋੜ। ਮੈਂ ਪੈਸਾ ਮੈਨੂੰ ਸੈੱਟ ਹੋ ਜਾਂਦਾ, ਮੈਂ ਲੋਨ ਲਾਣ ਹੋਰ ਨਹੀਂ ਲੈਣਾ। ਹੂੰ। ਅਗਰ ਇਹੀ ਹੌਸਲਾ, ਇਹੋ ਜੀ ਮਦਦ ਜਿੰਨੇ ਸ਼ਹੀਦ ਸਿੰਘ ਹੋ ਚੁੱਕੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਦੀ ਤਾਂ ਅੱਜ ਕੌਮ ਦੀ ਦਸ਼ਾ ਕੁਝ ਹੋਰ ਹੁੰਦੀ। ਨਹੀਂ, ਭਾਈ ਰਾਜਵਿੰਦਰ ਸਿੰਘ ਆ ਜਿਹੜੇ, ਹੂੰ, ਹੂੰ। ਉਹਨਾਂ ਨੇ ਆਹ ਮੈਗਜ਼ੀਨ ਮੈਨੂੰ ਸ਼ੁਰੂ ਕਰਾਇਆ। ਆਹ ਮੈਗਜ਼ੀਨ ਪੰਜ ਤੀਰ ਹੋਰ। 5 ਹੋ ਹੂੰ, ਹੂੰ, ਅਮਰੀਕਾ ਵਾਲਿਆਂ ਨੇ। ਹੂੰ, ਹੂੰ, ਰਾਜਵਿੰਦਰ ਸਿੰਘ ਆ ਜੀ, ਹੂੰ, ਹੂੰ, ਕੁੱਸਾ ਪਿੰਡ ਇਹਨਾਂ ਦਾ, ਬਾਗੇ ਪੁਰਾਣੇ ਕੋਲੇ। ਹੂੰ, ਹੂੰ, ਆਹ ਮੈਗਜ਼ੀਨ ਉਹਨਾਂ ਦੇ ਉਦੋਂ ਬਣਾ ਸ਼ੁਰੂ ਕੀਤਾ। ਹੂੰ, ਹੂੰ, ਮੈਂ ਸੰਪਾਦਕ ਸੀ ਇਸ ਮੈਗਜ਼ੀਨ ਦਾ। ਹੂੰ, ਬਿਲਕੁਲ ਲਿਖਿਆ ਹੋਇਆ। ਲਿਖ ਨਾਲ 4 ਸਿੰਘ ਹੋਰ ਸੀਗੇ ਮੇਰੇ। ਹੂੰ, ਹੂੰ, ਕਹਿੰਦੇ ਵੀ ਚਲਾ। ਜਦੋਂ ਮੈਗਜ਼ੀਨ ਆਹ ਨਿਕਲਿਆ, ਹੂੰ, ਹੂੰ, ਜਿਹੜੇ ਆਪਣਿਆਂ ਦੇ ਹੇਠੋਂ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਮੈਂ ਨਾਂ ਨਹੀਂ ਲੈਂਦਾ ਉਹਨਾਂ ਦਾ ਜੀ। ਹੂੰ। ਤੁਸੀਂ ਜ਼ਿਕਰ ਕਰ ਰਹੇ ਸੀ ਵੀ ਤੁਹਾਨੂੰ ਝੂਠੀਆਂ ਜੀਆਂ ਚਿੱਠੀਆਂ ਨਹੀਂ, ਬਣਾ ਮੈਂ ਕੇ- ਦੱਸ ਦੇਣ ਗੱਲ, ਜਿਹੜੇ ਆਪਣੇ ਸੀ ਮੈਂ ਉਹਨਾਂ ਦਾ ਜ਼ਿਕਰ ਨਹੀਂ ਕੀਤਾ। ਉਹਨਾਂ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਇਹ ਗੱਲ ਹੂੰ, ਵੀ ਆ ਜਿਹੜੇ ਲੇਖ ਛਪ ਗਏ, ਹੂੰ, ਹੂੰ, ਮੈਗਜ਼ੀਨ ਛਪ ਗਿਆ। ਹੂੰ, ਹੂੰ, ਉਹਨਾਂ ਨੇ ਇੱਕ ਕੀ ਉਹ ਨਾਂ ਭੈਣ ਦੇ ਵੀ ਦਾ ਬਘੇਲ ਸਿੰਘ ਬਾਗੀ, ਹੂੰ, ਹੂੰ, ਬਘੇਲ ਸਿੰਘ ਬਾਗੀ ਆ ਕੋਈ ਨਾਂ, ਤਾਂ ਉਹਦਾ ਪੱਪਲਪ੍ਰੀਤ ਦਾ ਮੇਰੇ ਖਿਆਲ। ਹੂੰ, ਹੂੰ। ਉਹਨਾਂ ਨੇ ਮਿਲ ਬਣਾ ਕੇ ਝੂਠੀਆਂ ਬਣਾਈਆਂ ਸਰਕਾਰੀ ਚਿੱਠੀਆਂ। ਪੱਪਲਪ੍ਰੀਤ ਸਿੰਘ ਹੋਰਾਂ ਨੇ। ਹਾਂਜੀ, ਉਹ ਬਘੇਲ ਸਿੰਘ ਬਾਗੀ ਵੀ ਆ। ਹੂੰ, ਹੂੰ। ਮੈਂ ਭਾਵੇਂ ਕਾਹਦੇ ਬਾਗੀ ਹੋਣਗੇ। ਹੂੰ, 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 ਬਈ ਕਿੱਡਾ ਨਾਮ ਬਘੇਲ ਸਿੰਘ ਬਾਗੀ, ਮੈਨੂੰ ਡਰ ਜਿਹਾ ਲੱਗਦਾ। ਹੂੰ, 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 ਤੇ ਉਹਨਾਂ ਨੇ ਝੂਠੀਆਂ ਚਿੱਠੀਆਂ ਬਣਾ ਕੇ ਪੋਸਟ ਕੀਤਾ ਸਾਨੂੰ। ਤੇ ਬਾਕੀ ਮੇਰੇ ਵੀਰ ਸੀ ਨਾਲ ਦੇ ਬਾਹਰ ਚਲੇ ਗਏ ਤੇ ਮੈਂ ਰਹਿ ਗਿਆ ਇਕੱਲਾ। ਤੇ ਮੈਂ ਇਕੱਲਾ ਫਿਰ ਆ ਮੈਗਜ਼ੀਨ ਕੱਢ ਨਹੀਂ ਸਕਿਆ। ਤੇ ਜੋ ਗੁਰੂ ਸਾਹਿਬ ਨੇ ਸਬਤ ਬਖਸ਼ੀ, ਫਿਰ ਕੱਢਾਂਗੇ ਕਦੇ। ਮਤਲਬ ਇਹ ਉਹਨਾਂ ਨੇ ਝੂਠੀਆਂ ਚਿੱਠੀਆਂ ਤੁਹਾਨੂੰ ਭੇਜ ਕੇ ਹਾਂ, ਡਰਾਇਆ ਮੈਨੂੰ ਜੀ, ਡਰਾਇਆ ਵੀ ਮੇਰੇ ਬੰਦ ਨਾਲ ਕਰ ਦਿਓ। ਹਾਂ, ਬੰਦ ਕਰੋ ਨਹੀਂ ਤੁਹਾਡਾ ਐਕਸ਼ਨ ਹੋਊਗਾ, ਕਿਉਂਕਿ ਰਜਿਸਟਰਡ ਨਹੀਂ ਸੀਗਾ ਇਹ। ਆਹ ਲਿਖਿਆ ਫਾਰ ਪ੍ਰਾਈਵੇਟ ਸਰਕੂਲੇਸ਼ਨ। ਹੂੰ, ਸਾਰੇ ਪਹਿਲਾਂ ਪ੍ਰਾਈਵੇਟ ਹੀ ਹੁੰਦੇ ਆ ਜੀ, ਬਾਅਦ ਵਿੱਚ ਰਜਿਸਟਰਡ ਹੁੰਦੇ ਆ। ਹੂੰ, 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 ਆਪਾਂ ਮੈਗਜ਼ੀਨ ਕੱਢਦੇ ਨਾ, ਪਹਿਲਾਂ ਪ੍ਰਾਈਵੇਟ ਹੀ ਚੱਲਦਾ, ਹੌਲੀ ਹੌਲੀ ਉਹ ਰਜਿਸਟ੍ਰੇਸ਼ਨ ਹੋ ਜਾਂਦੀ ਹੈ। ਇਹ ਝੂਠੀਆਂ ਚਿੱਠੀਆਂ ਕੱਢਣ ਦਾ ਔਰ ਤੁਹਾਡਾ ਇਹ ਮੈਗਜ਼ੀਨ ਪੰਜ ਤੀਰ ਹੋਰ ਬੰਦ ਕਰਾਉਣ ਦਾ, ਜਿਹਦੇ ਦੋ ਹੀ ਕੇਵਲ ਅੰਕ ਛਪ ਸਕੇ, ਹਾਂਜੀ। ਅਸਲ ਮੰਤਵ ਉਹਨਾਂ ਲੋਕਾਂ ਦਾ ਕੀ ਸੀ? ਕਾਰਨ ਸਿਰਫ ਵੀ ਇੱਕ ਗੱਲ ਪਤਾ ਕਿ ਈਰਖਾ, ਹੂੰ, 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 ਵੀ ਈਰਖਾ ਹੈ ਵੀ ਆ ਈਰਖਾ ਯਾਰ, ਕਿੱਥੇ ਮੈਂ ਆਪਦੇ ਲੇਖ ਉਹਨਾਂ ਨੂੰ ਘਾਲਦਾ ਹੁੰਦਾ ਸੀ, ਕਿੱਥੇ ਸਾਡੇ ਅਸੀਂ ਮੈਗਜ਼ੀਨ ਬਣਾ ਲਿਆ। ਹੂੰ, 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 ਮੇਰੀ ਗੱਲ ਸਮਝ ਕਿ ਨਹੀਂ? ਬਰਦਾਸ਼ਤ ਨਹੀਂ ਹੋਇਆ। ਬਰਦਾਸ਼ਤ ਨਹੀਂ ਹੋਇਆ ਉਹਨਾਂ ਤੋਂ। ਰੋਜੀ ਰੋਟੀ ਫਰਕ ਪੈ ਗਿਆ ਜੀ। ਹੂੰ, ਮੇਰੀ ਗੱਲ ਸਮਝ ਗਈ ਹੂੰ, ਵੀ ਕਿੱਥੇ ਮੈਂ ਲੇਖ ਉਹਨਾਂ ਨੂੰ ਘਲਨੇ ਹੂੰ, ਹੂੰ, ਹਨਾ। ਕਿੱਥੇ ਆਪਣਾ ਮੈਗਜ਼ੀਨ? ਹਾਂ, ਕਿੱਥੇ ਮੈਂ ਆਪਦਾ ਵੈਸੇ ਮੈਗਜ਼ੀਨ ਆਪਦਾ ਕਰ ਲਿਆ। ਸਾਡੀ ਟੀਮ ਬਹੁਤ ਵਧੀਆ ਟੀਮ ਸੀਗੀ। ਹੁਣ ਸਾਰੇ ਵੀਰ ਅਮਰਜੀਤ ਸਿੰਘ ਬਾਰੇ ਮੈਂ ਕੁਝ ਨਹੀਂ ਕਹਿੰਦਾ, ਕਿਸੇ ਬਾਰੇ ਮੈਂ ਕੁਝ ਵੀ ਨਹੀਂ ਕਹਿੰਦਾ ਜੀ, ਪਰ ਵੀ ਬਾਕੀ ਸਾਰੀ ਟੀਮ ਸਾਡੀ ਖਿਲਰ ਗਈ ਸੀ, ਮੈਂ ਰਹਿ ਗਿਆ ਸੀ ਇਕੱਲਾ। ਹੂੰ, 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 ਮੈਨੂੰ ਬਹੁਤ ਰਾਜਵਿੰਦਰ ਸਿੰਘ ਕੁੱਸਿਆ ਹੋਰਾਂ ਨੇ ਜੋ ਅਮਰੀਕਾ, ਉਹਨਾਂ ਨੇ ਮੈਨੂੰ ਬਹੁਤ ਕਿਹਾ ਤੂੰ ਕੱਢ ਕੱਢ ਕੱਢ। ਮੈਂ ਹੀ ਭਾਈ ਸਾਹਿਬ ਮੇਰੇ ਤਮਾਨ ਹੈ ਨਹੀਂ। ਅਗਰ ਇਹ ਮੈਗਜ਼ੀਨ ਪੰਜ ਤੀਰ ਹੋਰ ਦੂਜਾ ਮੈਗਜ਼ੀਨ ਵੀ ਪਿਆ ਚਾਹੀਏ, ਮਤਲਬ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਤਾਂ ਜਿਹੜੇ ਨਕਾਬਪੋਸ਼ ਲੋਕ ਨੇ ਜਾਂ ਜਿਨ੍ਹਾਂ ਨੇ ਸ਼ਹੀਦਾਂ ਦੇ ਨਾਮ ਤੇ ਫੰਡ ਇਕੱਠਾ ਕੀਤਾ, ਆਪਣੀਆਂ ਕਰੋੜਾਂ ਦੀਆਂ ਕੋਠੀਆਂ ਬਣਾ ਗਏ, ਜਾਇਦਾਦਾਂ ਬਣਾ ਗਏ, ਹੋ ਸਕਦਾ ਹੈ ਉਹਨਾਂ ਦਾ ਜਿਹੜਾ ਉਹ ਧੱਜੀਆਂ ਵੀ ਉਡਾਉਣੀਆਂ ਸੀ ਭਾਈ ਕਰਮਜੀਤ ਸਿੰਘ ਹੋਰਾਂ ਨੇ, ਤੇ ਪਤਾ ਨਹੀਂ ਕਿਆ ਕਾਰਨ ਹੋ ਸਕਦੇ ਆ ਜਿਹੜੇ ਉਹਨਾਂ ਨੂੰ ਲੱਗਿਆ ਵੀ ਬਰਦਾਸ਼ਤ ਨਹੀਂ ਹੋ ਸਕਿਆ ਉਹਨਾਂ ਤੋਂ ਜੀ, ਬਰਦਾਸ਼ਤ ਨਹੀਂ ਹੋ ਸਕਿਆ। ਇੱਕ ਗੱਲ ਹੋ ਰਹੀ, ਤੁਸੀਂ ਕਹੋਗੇ ਪਾਣੀ ਕਿਹੜੇ ਬੰਦੇ ਨਾਲ ਵਾਹ ਪੈ ਗਿਆ। ਹਿੰਦੂ ਸਿਸਟਮ ਆ ਜਿਹੜਾ ਜੀ, ਆਰਐਸ ਸਿਸਟਮ ਆ ਜਿਹੜਾ, ਹਿੰਦੂਵਾਦ ਆ ਜਿਹੜਾ, ਨਾਗਪੁਰ ਵਾਲੇ ਜਿਹੜੇ, ਇਹਨੇ 30-35 ਮੈਗਜ਼ੀਨ ਨਿਕਲਦੇ ਆ। ਬਿਲਕੁਲ, ਹਾਂਜੀ, ਉਹਨਾਂ ਨੇ ਕਦੇ ਇੱਕ ਦੂਜੇ ਦਾ ਮੈਗਜ਼ੀਨ ਬੰਦ ਨਹੀਂ ਕਰਾਇਆ। ਸਾਡੇ ਆਪਣੇ ਹੀ ਕਰਾ ਰਹੇ ਆ। ਸਾਡੇ ਆਪਣੇ ਕਰਾ ਰਹੇ ਆ।
ਹੁਣ 30-35 ਮੈਗਜ਼ੀਨ ਨਿਕਲਦੇ ਹਿੰਦੂਆਂ ਦੇ। ਹੂੰ। ਅੱਛਾ, ਉਹ ਵੰਡਦੇ ਆ, ਘਰ ਘਰ ਜਾ ਕੇ ਵੰਡਦੇ। ਗਿਆਨ ਗੰਗਾ ਪਾਣੀ ਹੁਣ ਹੋਰ ਕਿਤਾਬ ਤੋਂ ਉਹ ਫ੍ਰੀ ਵੰਡ ਰਿਹਾ ਜਾ ਕੇ। ਬਿਲਕੁਲ। ਹਾਂਜੀ, ਸਾਡੇ ਵਾਲੇ 2 ਮੈਗਜ਼ੀਨ ਨਿਕਲਦੇ, 3 ਉਹ ਇੱਕ ਦੂਜੇ ਦਾ ਬੰਦ ਕਰਾਉਣ। ਆ 2 ਅੰਗ ਵੀ ਬਰਦਾਸ਼ਤ ਨਾ ਹੋਏ ਉਹਨਾਂ ਲੋਕਾਂ ਤੋਂ, 5 ਤੀਰ ਹੋਰ ਦੇ। ਇਹ ਬੜੀ ਦੁੱਖ ਵਾਲੀ ਗੱਲ ਹੈ। ਉਹ ਸਾਡੇ ਸੰਗਤ ਜੀ, ਸ਼ਰਮ ਵਾਲੀ ਗੱਲ ਵੀ ਹੈ। ਸੰਗਤ ਜੀ, ਮੇਰੀ ਇੱਕ ਰਿਕੁਐਸਟ ਆ, ਬੇਨਤੀ ਆ, ਭਾਈ ਸਾਹਿਬ, ਜਿਸ ਕੌਮ ਨੂੰ ਮਾਰਨਾ ਹੋਵੇ ਉਹਦਾ ਸੱਭਿਆਚਾਰ ਖਤਮ ਕਰ ਦੇਵੋ, ਉਹਦਾ ਆਰਥਿਕਤਾ ਖਤਮ ਕਰ ਦਿਓ, ਕੌਮ ਆਪਣੇ ਆਪ ਖਤਮ ਹੋ ਜਾਂਦੀ ਆ। ਆਹ ਜੇ ਮੈਗਜ਼ੀਨ ਬੰਦ ਕਰਾਉਣੇ ਜਾਂ ਸਾਨੂੰ ਨਸ਼ਿਆਂ 'ਚ ਲਾਉਣਾ ਜਾਂ ਸਾਨੂੰ ਹੋਰ ਪਾਸੇ ਲਾਉਣਾ, ਸਾਡਾ ਸੱਭਿਆਚਾਰ ਖਤਮ ਕਰਨ ਦੀ ਕੋਸ਼ਿਸ਼ ਆ। ਆਹੀ ਕੁਛ ਹੋ ਰਿਹਾ, ਉਹ ਸਾਡੇ ਤੇ ਹੋ ਰਿਹਾ। ਸਾਡੇ ਵਾਲੇ ਹਿੰਦੂਆਂ ਦਾ ਕਿਉਂ ਨਹੀਂ ਕਰਦੇ ਗੇ? ਸਾਡੇ ਹੀ ਭੇਸ 'ਚ ਉਹ ਸਾਡੇ ਆਪ ਹੀ ਲੜੀ ਜਾਂਦੇ ਆਪਸ ਵਿੱਚ। ਸਿੱਖੀ ਭੇਸ 'ਚ ਹੋ ਰਿਹਾ। ਬੜੀ ਨਮੋਸ਼ੀ ਮੇਰੀ ਗੱਲ ਸੁਣੋ, ਆਪਸ ਵਿੱਚ ਹੀ ਲੜੀ ਜਾਂਦੇ ਆ। ਉਹ ਲੜਦੇ ਦੇਖੇ। ਇੱਕ ਗੱਲ ਹੈ ਜੀ, ਜਿਹੜੇ ਹਿੰਦੂ ਸਿਸਟਮ ਦਾ 2 ਭਰਾਵਾਂ ਨੂੰ ਦੁਕਾਨ ਵੰਡਣੀ ਹੁੰਦੀ ਆ, ਉਹ ਬਾਹਰ ਬੰਦ ਕਰ ਲੈਣਗੇ, ਅੰਦਰ ਹੀ ਕੁਚਰ ਬਚਰ ਕਰਕੇ ਦੁਕਾਨ ਵੰਡ ਲੈਣਗੇ। ਸਾਡੇ ਨੇ ਜੇ ਘਰ ਵੰਡਣਾ ਹੋਊਗਾ ਨਾ, ਹਲੋ ਰਾਈਫਲ ਲੈ ਕੇ ਕੋਈ ਐਂ ਦੀ ਆ ਗਿਆ, ਕੋਈ ਪਿਸਤੌਲ ਲੈ ਕੇ ਐਂ ਦੀ ਆ ਗਿਆ, ਕੋਈ ਕੋਠੇ ਚੜ੍ਹ ਗਿਆ, ਹੈ ਨਾ। ਇਹ ਵੀ ਦਿਖਾਉਂਦਾ, ਆ ਵੀ ਦਿਖਾਉਂਦਾ। ਉਹ ਮਤਲਬ ਕਿ ਕਿਸੇ ਦਾ ਨੁਕਸਾਨ ਨਹੀਂ ਕਰਦੀ। ਮਿੱਠਾ ਵੈਰ ਭਾਵੇਂ ਰੱਖ ਲੈਣ, ਵੱਖਰੀ ਗੱਲ ਆ, ਪਰ ਆਹ ਵੈਰ ਨਹੀਂ ਰੱਖਦੇ। ਦੁਨੀਆ ਬਦਨਾਮੀ ਨਹੀਂ ਕਰਾਉਂਦੇ। ਹਾਂ, ਦੁਨੀਆ ਦੀ ਬਦਨਾਮੀ ਨਹੀਂ। ਸਾਨੂੰ ਆਪਣਾ ਆਪ ਬਦਲਣਾ ਪਊਗਾ, ਮੋਡਲ ਬਦਲਣਾ ਪਊਗਾ, A to Z ਬਦਲਣਾ ਪਊਗਾ, ਸਾਨੂੰ ਸਭ ਕੁਝ ਬਦਲਣਾ ਪਊਗਾ। ਫਿਰ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਪੈਸਾ ਇੱਕ ਗੱਲ ਹੋ ਰਹੀ ਬਾਬਾ ਜੀ, ਕੋਈ ਬੱਚਾ ਜਨਮ ਲੈਂਦਾ, ਜਦੋਂ ਜਨਮ ਲੈਂਦਾ ਉਹਨੂੰ ਬਾਹਰ ਛੱਡਿਓ, ਦੇਖਭਾਲ ਉਹਦੀ ਦੂਰੋਂ ਕਰੋ, ਉਹਨੂੰ ਵਧਣ ਫੁੱਲਣ ਦਿਓ, ਠੀਕ ਹੈ ਕਿ ਨਹੀਂ। ਉਹਦੇ ਵਿੱਚ ਕੋਈ ਮੋਡੀਫਿਕੇਸ਼ਨ ਆਪਦੀ ਨਾ ਲਿਆਓ, ਵੀ ਬੋਧਾ ਰਖਾ ਦਿਓ ਜਾਂ ਸੁਨਨਤ ਕਰ ਦਿਓ। ਸੁਨਨਤ ਵੀ ਕਰਦੇ ਆ ਨਾ ਆਪਾਂ, ਉਹ ਮੈਂ ਤਾਂ ਮੋਡੀਫਿਕੇਸ਼ਨ ਕਰਦੇ ਆਪਾਂ ਜੀ, ਹੈ ਨਾ। ਅੱਛਾ, ਬੋਧੀ ਰੱਖਦੇ ਆ, ਉਹ ਵੀ ਮੋਡੀ ਕੁਛ ਨਾ ਕਰਦੇ। ਉਹ ਬੱਚਾ ਜਿਹੜਾ ਵੱਡਾ ਹੋ ਕੇ ਸਿੰਘ ਸਰਦਾਰ ਹੋਊਗਾ। ਬਿਲਕੁਲ ਬਿਲਕੁਲ, ਜਿਵੇਂ ਉਸ ਪਰਮਾਤਮਾ ਨੇ ਭੇਜਿਆ। ਹਾਂ, ਜਿਵੇਂ ਉਹ ਕਾਲ ਪੁਰਖ ਨੇ ਭੇਜਿਆ ਵਾ। ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਹੈ ਨਾ। ਜੇ ਸਾਬਤ ਸੂਰਤ ਨਹੀਂ ਭੰਨਣਗੇ, ਉਹ ਸਰਦਾਰ ਹੋਊਗਾ। ਉਹ ਉਸ ਤੋਂ ਬਾਅਦ ਸਾਡਾ ਫਰਜ਼ ਬਣਦਾ ਪਰਿਵਾਰਕ ਤੌਰ 'ਤੇ, ਪੜ੍ਹਾਈ ਦੇ ਤੌਰ 'ਤੇ, ਸਿਹਤ ਪੱਖੋਂ ਜਿਹੜੇ ਉਹਨੂੰ ਅਸੂਲ ਦੱਸਣੇ ਆ, ਸਿਖਾਉਣੇ ਆ, ਉਹ ਮਾਂ ਬਾਪ ਦਾ ਫਰਜ਼ ਬਣਦਾ। ਧਾਰਮਿਕ ਤੌਰ 'ਤੇ ਉਹਨੂੰ ਠੀਕ ਰੱਖਣਾ, ਸਿਹਤ ਦੇ ਤੌਰ 'ਤੇ ਠੀਕ ਰੱਖਣਾ, ਪੜ੍ਹਾਉਣਾ, ਅਤੇ ਉਹ ਆਦਰਸ਼ ਬਣਾ ਕੇ ਦੇਣਾ ਵੀ ਤੇਰਾ ਆਦਰਸ਼ ਹੈ। ਜੇ ਤੂੰ 70 ਫੁੱਟ ਗੋਲਾ ਸਿੱਟ ਲਈ, ਜੋ ਹੈਮਰ ਥਰੋ ਸਿੱਟ ਲਾ, 110 ਫੁੱਟ ਸਿੱਟ ਲਾ। ਬੱਚਿਆਂ ਦਾ ਆਦਰਸ਼ ਵੀ ਤੂੰ ਡਾਕਟਰ ਬਣਨਾ ਹੀ ਬਣਨਾ, ਤੂੰ IPS ਬਣਨਾ, ਤੂੰ ਪੜ੍ਹਨਾ। ਸਾਡੇ ਹੈ ਹੀ ਨਹੀਂ ਆਹ। ਨਿੱਤ ਆਹ ਖਬਰਾਂ ਆ ਜਾਂਦੀਆਂ, ਇਹਨੇ ਨਸ਼ਿਆਂ ਨਾਲ ਗੋਲੀਆਂ ਵਾਲੇ ਫੜੇ ਗਏ, ਇਹਨੇ ਫਲਾਣੇ ਫੜੇ ਗਏ। ਕਿਉਂ ਪੰਜਾਬ 'ਚ ਆ ਗਿਆ ਸਾਰਾ ਕੁਛ ਆਹ? ਨੌਜਵਾਨ ਵੀਰਾਂ ਨੂੰ ਮੇਰੀ ਬੇਨਤੀ ਆ ਵੀ ਇੱਕ ਅੱਛੇ ਸਰਦਾਰ ਬਣੋ, ਬਸ ਵੱਡਿਆਂ ਦੀ ਸੇਵਾ ਕਰੋ, ਪੜ੍ਹੋ ਲਿਖੋ, ਸਮਾਜ ਦੇ ਵਿੱਚ ਆਪਣਾ ਨਾਂ ਬਣਾ ਕੇ ਦੱਸੋ ਵੀ ਮੇਰਾ ਨਾਂ ਆਹ ਹੈਗਾ। ਆਪਣੇ ਕਿੰਨੇ ਉੱਚ ਕੋਟੀ ਦੇ ਬਦਲਾਂ ਭਾਈ ਸਾਹਿਬ ਕਾਹਨ ਸਿੰਘ ਬਣੋ, ਜੇ ਬਣਨਾ ਭਾਈ ਰਣਧੀਰ ਸਿੰਘ ਬਣੋ, ਭਾਈ ਵੀਰ ਸਿੰਘ ਬਣੋ, ਭਾਵੇਂ ਵੀਰ ਸਿੰਘ ਬਣੋ, ਜੇ ਬਣਨਾ ਹੀ ਬਣਨਾ ਤਾਂ। ਜਨਰਲ ਸ਼ਵੇਗ ਸਿੰਘ ਬਣੋ, ਜਨਰਲ ਗੁਰਬਖਸ਼ ਸਿੰਘ ਬਣੋ, ਬਣਨਾ ਕੋਈ। ਬਿਲਕੁਲ ਬਿਲਕੁਲ, ਮੈਂ ਤਾਂ ਨੌਜਵਾਨਾਂ ਨੂੰ ਆਹੀ ਕਹਾਂਗਾ ਪ੍ਰਭੂ। ਦੂਸਰੀ ਗੱਲ ਇਹ ਹੈ ਵੀ ਗੁਰਬਾਣੀ ਇੱਕ ਨਾ ਅਜਿਹੀ ਚੀਜ਼ ਹੈ, ਇੱਕ ਕਰਾਮਾਤ ਹੈ। ਗੁਰੂ ਸਾਹਿਬ ਗੁਰਬਾਣੀ ਦੇ ਲੜ ਲੱਗੋ, ਅਤੇ ਫਾਲਤੂ ਜਾਤ ਪਾਤ ਪਖੰਡਾਂ ਦੇ ਵਿੱਚ ਬਿਲਕੁਲ ਨਾ ਪੜੋ। ਅਤੇ ਮੇਰੀ ਆਹੀ ਬੇਨਤੀ ਹੈ। ਅੱਗੇ ਇੱਕ ਅਖੀਰ ਦੇ ਵਿੱਚ ਸਵਾਲ ਹੈ ਕਿ ਵੋਟਾਂ ਰਾਹੀਂ ਜਿਹੜੀ ਰਾਜ ਸੱਤਾ ਹੈ ਉਹ ਸਾਨੂੰ ਮਿਲੇਗੀ? ਦੇਖੋ ਜੀ, ਜਿਹੜੇ ਵੋਟਾਂ ਵਾਲੀ ਗੱਲ ਪਹਿਲਾਂ ਵੀ ਮੇਰੇ ਖਿਆਲ ਕੀਤੀ ਹੈ ਜੀ ਤੁਹਾਡੇ ਕੋਲੇ, ਵੀ ਸਾਡੀ ਕਿਰਪਾਨ ਮਿਆਨ 'ਚੋਂ ਕੱਢ ਕੇ ਸੰਦੂਖੜੀ 'ਚ ਵਾੜਤੀ, ਵੋਟਾਂ ਵਾਲੀ ਸੰਦੂਖੜੀ 'ਚ ਵਾੜਤੀ। ਜਿਹੜੀ ਵੋਟਾਂ ਵਾਲੀ ਸੰਦੂਖੜੀ ਆ ਬਾਬਾ ਜੀ, ਮਤਲਬ ਕਿ ਪਾਏਦਾਰ ਗੱਲ ਨਹੀਂ। ਪੈਸੇ ਨਾਲ, ਨਸ਼ੇ ਨਾਲ, ਸ਼ਰਾਬ ਨਾਲ ਅਸੀਂ ਵੋਟਾਂ ਲੈਣੀਆਂ, ਪਾਉਣੀਆਂ, ਜਾਤ ਮਗਰ ਜਾ ਕੇ ਵੋਟਾਂ ਪਾਉਣੀਆਂ, ਠੀਕ ਨਹੀਂ। ਅਤੇ ਜੇਕਰ ਅਸੀਂ ਸ਼ਾਸਤਰ ਦੇ ਨਾਲ ਲਵਾਂਗੇ, ਉਹ ਬਾਬਾ ਠੋਸ ਰਾਜ ਹੁੰਦਾ।
ਅੱਜ ਹੁਣ ਪੰਜਾਬ ਦੇ ਜੋ ਹੁਣ ਹਾਲਾਤ ਹਨ ਇਹ ਵੋਟਾਂ ਦੇ, ਲਾਰਿਆਂ ਦੇ ਕੀ ਲਾਰੇ ਲੱਗੀ ਜਾਂਦੇ ਆ, ਕੀ ਕੈਂਪਿੰਗ ਹੋਈ ਜਾਂਦੀ ਆ, ਕੀ ਕੁਛ ਪੋਸਟਰ ਲੱਗੀ ਜਾਂਦੇ ਆ। ਤੇ ਇੱਕ ਨਾ ਮੌਜੂਦ ਸਿੰਘ ਚਾਈਨੀਜ਼ ਦਾ ਇਨਕਲਾਬੀ ਆ, ਉਹਨੇ ਗੱਲ ਕਹੀ ਸੀ ਰਾਜਸੀ ਤਾਕਤ ਬੰਦੂਕ ਦੀ ਨਾਲੀ ਵਿੱਚੋਂ ਪੈਦਾ ਹੁੰਦੀ ਆ। ਰਾਜਸੀ ਤਾਕਤ ਬੰਦੂਕ ਦੀ ਨਾਲੀ ਚੋਂ ਪੈਦਾ ਹੁੰਦੀ ਹੈ। ਠੀਕ ਹੈ ਜੀ। ਮੌਜੂਦ ਸਿੰਘ ਨੇ ਤਾਂ ਹੁਣ ਕੀ ਆ, 10ਵੇਂ ਪਾਤਸ਼ਾਹ ਨੇ ਕਿੰਨੋਂ ਸਦੀਆਂ ਪਹਿਲਾਂ ਕਿਹਾ ਸੀ ਸ਼ਾਸਤਰ ਕੇ ਦੀਨ ਹੈ ਰਾਜ। ਬਿਲਕੁਲ। ਰਾਜ ਬਿਨਾਂ ਧਰਮ ਚਲੇ ਹਨ, ਧਰਮ ਬਿਨਾਂ ਸਭ ਜਲੇ ਮਿਲੇ ਹਨ। ਸ਼ਾਸਤਰ ਕੇ ਦੀਨ ਹੈ ਰਾਜ। ਫਿਰ ਭਾਈ ਸਾਹਿਬ ਗੁਰੂ ਸਾਹਿਬ ਨੂੰ ਛੱਡ ਕੇ ਵੋਟਾਂ ਚੱਕ ਲਓ, ਸਰੂਗੜੀਆਂ ਚੱਕ ਲਏ, ਭੱਜੇ ਫਿਰੋ। ਇਹ ਜੀ ਗੱਲ ਕੀ ਹੈ? ਮੰਗ ਤੰਗ ਤੁਰੇ ਫਿਰ ਤੂੰ ਪਾ ਤੂੰ ਪਾ ਤੂੰ ਪਾ। ਪਰ ਸ਼ਾਸਤਰ ਦੀ ਗਲਤ ਵਰਤੋਂ ਨਹੀਂ ਹੋਣੀ ਚਾਹੀਦੀ, ਇਹ ਵੀ ਗੱਲ ਹੈ। ਸੰਤ ਜਰਨੈਲ ਸਿੰਘ ਜੀ ਨੇ ਵੀ ਕਿਹਾ ਹੈ ਨਾ ਜੀ। ਬਿਲਕੁਲ। ਹਾਂ, ਤੇ ਗੁਰਬਾਣੀ ਵੀ ਕਹਿੰਦੀ ਆ ਹੈ ਨਾ। ਤੇ ਮਤਲਬ ਕਿ ਸ਼ਾਸਤਰ ਜ਼ਰੂਰੀ ਗੱਲ ਹੈ। ਜੇ ਸੰਦੂਖੜੀ ਰਾਖੀ ਰੱਖਣੀ ਹੈ ਫਿਰ ਵੀ ਸ਼ਾਸਤਰ ਜ਼ਰੂਰੀ ਗੱਲ ਆ। ਜੇ ਵੋਟਾਂ ਰਾਹੀਂ ਵੀ ਤੁਰਦੀਆਂ ਸੀ ਫਿਰ ਵੀ ਸੰਦੂਖੜੀ ਰਾਖੀ ਰੱਖਣ ਵਾਸਤੇ ਵੀ ਸ਼ਾਸਤਰ ਜ਼ਰੂਰੀ ਗੱਲ ਆ। ਬਿਲਕੁਲ। ਉਹਦੇ ਵੱਲ ਬਿਨ ਸ਼ਾਸਤਰ ਮੇਰੇ ਗੁਰੂ ਸਾਹਿਬ ਨੇ ਕਿਹਾ ਭੇਡਾਂ ਵਰਗੀਆਂ ਸੀ। ਵੀ ਸ਼ਾਸਤਰ ਤੋਂ ਬਗੈਰ ਅਸੀਂ ਭੇਡਾਂ ਵਰਗੀਆਂ। ਬਿਲਕੁਲ। ਸ਼ਾਸਤਰ ਬਾਬਾ ਜੀ ਬਹੁਤ ਜ਼ਰੂਰੀ ਗੱਲ ਹੈ। ਜੇ ਮੌਜੂਦ ਤੰਗ ਚੀਨ 'ਚ ਇਨਕਲਾਬ ਲਿਆ ਸਕਦਾ, ਰਾਜਸੀ ਤਾਕਤ ਬੰਦੂਕ ਦੀ ਨਾਲੀ 'ਚ ਪੈਦਾ ਹੁੰਦੀ ਹੈ, ਤੇ ਫਿਰ 10ਵੇਂ ਪਾਤਸ਼ਾਹ ਨੇ ਤਾਂ ਕਿਹੜੀ ਸਦੀਆਂ ਪਹਿਲਾਂ ਕਿ ਇਹ ਹੈਗਾ ਵੀ ਸ਼ਾਸਤਰ ਰੱਖੋ ਤੁਸੀਂ। ਸ਼ਾਸਤਰ ਜ਼ਰੂਰੀ ਗੱਲ ਹੈ। ਵੋਟਤੰਤਰ ਜੇ ਸੱਚਾ ਸੁੱਚਾ ਹੋਵੇ, ਵੋਟਾਂ ਵਾਲੇ ਲੀਡਰ ਠੀਕ ਹੋਣ, ਫਿਰ ਮੰਨ ਸਕਦੇ ਵੀ ਵੋਟਾਂ ਰਾਹੀਂ ਚੰਗਾ ਸੁੱਚਾ ਪ੍ਰੋਗਰਾਮ ਦਿੱਤਾ ਜਾਵੇ, ਲੋਕ ਜਿੱਤ ਜਾਣ, ਚੰਗੇ ਲੀਡਰ ਅੱਗੇ ਆ ਜਾਣ। ਜੋ ਹੁਣ ਸਥਿਤੀ ਆ ਖਾਲਸਤਾਨ ਦੀ, ਬਾਬਾ ਜੀ ਕਮ ਸੇ ਕਮ ਸਾਨੂੰ ਇੱਕ ਵਧੀਆ ਮਾਸ ਮੂਵਮੈਂਟ ਤਿਆਰ ਕਰਨ ਵਾਸਤੇ ਸਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਵੀ ਆਹ ਸਾਡਾ ਖਾਲਸਤਾਨ ਆ, ਐਸ ਨਾਂ 'ਤੇ ਤੁਸੀਂ ਸਾਨੂੰ ਵੋਟ ਪਾਓ, ਨਹੀਂ ਨਾ ਪਾਓ। ਬਿਲਕੁਲ। ਠੀਕ ਹੈ ਨਹੀਂ ਗੱਲ ਜੀ। ਕਿਉਂਕਿ ਭਾਈ ਸਾਹਿਬ ਜੋ ਗੁਰੂ ਸਾਹਿਬ ਨੂੰ ਹੁਕਮ ਆ ਉਹ ਗੱਲ ਆ, ਪਰ ਮੇਨ ਕਾਰਨ ਪੰਥਕ ਜਥੇਬੰਦੀਆਂ ਦਾ, ਜਥੇ ਦਾ, ਖਾਲਸਾ ਸਾਹਿਬ ਦਾ, ਇਹਨਾਂ ਦਾ ਬਣਦਾ। ਭਾਈ ਬੰਦੇ ਬਣ ਜਾਓ, ਬੰਦੇ ਦੇ ਪੁੱਤ ਬਣ ਜਾਓ, ਅਤੇ ਆਹ ਜਿਹੜਾ ਫਾਲਤੂ ਡੇਰਾਵਾਦ ਆ ਜਾਂ ਹੋਰ ਸਾਰਾ ਕੁਝ ਛੱਡ ਕੇ ਇੱਕ ਕੇਸਰੀ ਨਿਸ਼ਾਨ ਸਾਹਿਬ ਖੜ੍ਹ ਕੇ ਅਤੇ ਨਿਸ਼ਾਨ ਸਾਹਿਬ ਹੇਠਾਂ ਆ ਜਾਓ ਫੇਰ। ਪਰ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੀ ਸੋਚ 'ਤੇ ਪਹਿਰਾ ਦਿਓ। ਹਾਂਜੀ। ਔਰ ਉਹਨਾਂ ਵਰਗਾ ਕਿਰਦਾਰ ਬਣਾਓਗੇ ਤਾਂ ਪੰਥ ਦਾ ਜਿਹੜਾ ਕੌਮੀ ਘਰ ਹੈ ਆਪਣੇ ਆਪ ਹੀ ਬਣ ਜਾਵੇਗਾ। ਜਦੋਂ ਮਰਿਆਦਾ ਇੱਕ ਹੋ ਜਾਏਗੀ, ਸਿਧਾਂਤ ਇੱਕ ਹੋ ਜਾਏਗਾ, ਇੱਕ ਸਿਧਾਂਤ 'ਤੇ ਪਹਿਰਾ ਦਿੱਤਾ ਜਾਏਗਾ। ਇਹੀ ਕਹਿਣਾ ਹੈ ਭਾਈ ਜਿਹੜੇ ਮੇਰੇ ਨਾਲ ਬੈਠੇ ਨੇ ਪੰਥਕ ਵਿਦਵਾਨ ਇਸ ਵਕਤ, ਅਤੇ ਜਿਨ੍ਹਾਂ ਨੇ ਬਹੁਤ ਜਿਹੜੀਆਂ ਪੁਸਤਕਾਂ ਨੇ, ਕਿਤਾਬਾਂ ਜਿਹੜੀਆਂ ਲਿਖੀਆਂ ਨੇ, ਉਹ ਵੀ ਮੈਂ ਤੁਹਾਡੇ ਰੂਬਰੂ ਕਰ ਦੇਵਾਂ। ਭਾਈ ਕਰਮਜੀਤ ਸਿੰਘ ਸਿੱਖਾਂ ਵਾਲਾ, ਇੱਕ ਇਹ ਕਿਤਾਬ ਸੀ ਜਿਹਦਾ ਆਪਾਂ ਜ਼ਿਕਰ ਵੀ ਕੀਤਾ ਇੰਟਰਵਿਊ ਦੇ ਵਿੱਚ, ਕਲਮ ਜੇ ਕਾਫਲਾ ਬਣ ਜਾਏ। ਇੱਕ ਗੱਲ ਹੋਰ ਭਾਈ ਸਾਹਿਬ ਜੀ, ਆ ਕਿਤਾਬ ਦੇ ਵਿੱਚ ਇੱਥੇ ਜਾਏ ਤੋਂ ਬਾਅਦ ਖੰਭ ਲਾਦਾ, ਮੈਂ ਹੁਣ ਕਹੇ ਤੀਰ ਲਈ। ਜਿਹੜੇ ਪ੍ਰਿੰਟਰ ਆ ਜਾਂ ਉਹ ਬੋਲ ਕੇ ਉਹ ਜੇ ਜੁਝਾਰੂ ਹੋਊਗਾ ਉਹਨੇ ਮੇਰੇ ਖਿਆਲ 60 ਲਾ ਦੇਣੀ ਇੱਥੇ। ਬਿਲਕੁਲ। ਹੈ ਨਾ ਵੀ ਇਸ ਗੱਲ ਕਰਕੇ ਸਾਨੂੰ ਹੇਠਾਂ ਤੋਂ ਲੈ ਕੇ ਊੜੇ ਤੋਂ ਲੈ ਕੇ ਤਾਹ ਤੱਕ ਸਾਰਾ ਕੁਝ ਬਦਲਣਾ ਪੈਣਾ, ਸਮਝਣਾ ਪੈਣਾ। ਤੇ ਨਹੀਂ ਤਾਂ ਭਰਾਓ, ਇੱਕ ਵੀਰ ਨੇ ਮੈਨੂੰ ਹੱਥ ਲਾ ਗਿਆ, ਮਤਲਬ ਕਿ ਕਹਿੰਦਾ ਖਾਲਸਾ, ਮੈਂ ਭਰਾਓ ਮੇਰੀ ਗੱਲ ਸੁਣੋ, ਖਾਲਸਾ ਮੈਂ ਚਾਹੁੰਦਾ ਜ਼ਰੂਰ ਹਾਂ, ਜੇ ਬਣ ਗਿਆ ਤੇ ਮੈਂ ਝੁੱਗੀ 'ਚ ਰਹਿ ਪਊਗਾ, ਕਿਰਾਏ 'ਤੇ ਰਹਿ ਪਊਗਾ। ਨਹੀਂ ਮੈਨੂੰ ਕਿਰਾਏ 'ਤੇ ਇੱਕ ਝੁੱਗੀ ਦੇ ਦਿਓ ਖਾਲਸਾ 'ਚ, ਮੈਂ ਤਾਂ ਉੱਥੇ ਰਹਿ ਪਊਗਾ, ਪਰ ਮੈਂ ਖਾਲਸਾ ਛੱਡ ਨਹੀਂ ਸਕਦਾ। ਜਿਹੜਾ ਖਾਲਸਾ ਮੈਂ ਛੱਡ ਨਹੀਂ ਸਕਦਾ, ਤੇ ਪਵਿੱਤਰ ਖਾਲਸਾ ਬਾਈ। ਮਤਲਬ ਕਿ ਇੱਕ ਗੱਲ ਹੋਰ ਆ, ਮੇਰੀ ਇੱਕ ਨਜ਼ਮ ਮੈਂ ਹੁਣੇ ਲਿਖੀ, ਮਤਲਬ ਕਿ ਬਾਗੀ ਤੋਂ ਬਾਦਸ਼ਾਹ। ਬਾਗੀ ਤੋਂ ਬਾਦਸ਼ਾਹ। ਸਾਡਾ ਬਾਬਾ ਨਾਨਕ ਬਾਗੀ ਸੀਗਾ, ਉਹਨੇ ਬਾਬਰ ਨੂੰ ਜਾਵਰ ਕਿਹਾ। ਬਿਲਕੁਲ। ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਬਾਗੀ ਸੀਗਾ। ਬਿਲਕੁਲ। ਸਾਡੀ ਮਾਤਾ ਸਾਹਿਬ ਕੌਰ, ਉਹਨੇ ਸਰਲੂ ਦੇ ਬਾਟਿਆਂ 'ਚ ਖੰਡੇ ਫੇਰੀ ਜਾਂਦੇ ਸੀ, ਹੈ ਨਾ, ਉਹ ਬਾਗੀ ਸੀ। ਸਾਡੇ ਵੀਰ, ਸਾਡੇ ਭਰਾ, ਸਾਡੇ ਵੱਡੇ, ਸਾਡੇ ਮਤਲਬ ਕਿ ਕੌਮ ਦੇ ਸ਼ਹੀਦ ਚਾਰੇ ਸਾਹਿਬਜ਼ਾਦੇ, ਉਹ ਬਾਗੀ ਸੀਗੇ। ਬਿਲਕੁਲ। ਠੀਕ ਨਹੀਂ? ਬਿਲਕੁਲ। ਸਾਡਾ ਮਤਲਬ ਕਿ ਗੁਰੂ ਸਾਹਿਬ ਸ੍ਰੀ ਗ੍ਰੰਥ ਸਾਹਿਬ ਇਹਨਾਂ ਨੇ ਸ਼ਹੀਦ ਕੀਤਾ, ਤਾਂ ਅਸੀਂ ਬਾਗੀ ਹਾਂ। ਸਾਡਾ ਅਕਾਲ ਤਖਤ
ਸਾਹਿਬ, ਸਾਡੀ ਬਾਬਰੀ ਮਸਜਿਦ, ਹੂੰ ਹੂੰ ਸਾਡੇ ਗਿਰਜੇ, ਸਾਡੇ ਮੱਠ ਇਹਨਾਂ ਨੇ ਸ਼ਹੀਦ ਕੀਤੇ ਤਾਂ ਅਸੀਂ ਬਾਗੀਆਂ। ਹੂੰ ਬਿਲਕੁਲ। ਹੂੰ ਹੂੰ ਸਾਡੇ ਮੁੰਡੇ ਜਿਹੜੇ ਨੌਜਵਾਨ ਵੀਰ ਸੀਗੇ ਹੂੰ ਉਹ ਝੂਠੇ ਪੁਲਿਸ ਮੰਗਾਉਣੇ ਸ਼ਹੀਦ ਕੀਤੇ ਤਾਂ ਅਸੀਂ ਬਾਗੀਆਂ। ਹੂੰ ਹੂੰ ਸਾਡੀ ਸੁਰਖ ਲਹੂ ਜਿਹੜੀ ਆ ਆਲੀ ਸਿੰਜੀ ਹੋਈ ਮਿੱਟੀ ਆ, ਆਹ ਮਿੱਟੀ ਦੀ ਇੱਕ ਖਾਲਸਾ ਰਾਜ ਦੀ ਧਰਤੀ ਬਣੀ ਹੋਈ ਆ। ਸਾਡੀ ਧਰਤੀ ਤੋਂ ਆਪਦਾ ਗੰਦ ਚੱਕ ਕੇ ਲੈ ਜਾਓ ਤੇ ਅਸੀਂ ਬਗਾਵਤਕਾਰੀ ਛੱਡ ਦਿਆਂਗੇ। ਹੂੰ ਬਿਲਕੁਲ ਬਿਲਕੁਲ। ਵੀ ਸਾਨੂੰ ਇੱਕ ਰੁਤਬਾ ਮਿਲਿਆ ਵੀ ਬਾਗੀ ਆ, ਹੂੰ ਹੂੰ ਅਸੀਂ ਬਾਗੀ ਬਗਾਵਤਕਾਰੀ ਛੱਡ ਦੇਗੇ, ਭੱਜੋ ਇੱਥੋਂ। ਹੂੰ ਹੂੰ ਜੇ ਨਾ ਭੱਜੇ ਅਸੀਂ ਭਜਾਉਣ ਜਾਣਦੇ ਭਜਾ ਦਿਆਂਗੇ। ਹੂੰ ਹੂੰ ਬਿਲਕੁਲ। ਭਾਈ ਸਾਹਿਬ ਜੇ ਨਾ ਤੁਸੀਂ ਭੱਜੇ ਭਜਾਉਣ ਜਾਣਦੇ ਭਜਾ ਦਿਆਂਗੇ। ਹੂੰ ਹੂੰ ਇਹ ਗੱਲ ਆ ਵੀ ਸਾਨੂੰ ਬਾਗੀ ਦਾ ਵੀ ਰੁਤਬਾ ਮਿਲਿਆ, ਖਾੜਕੋ ਦਾ ਰੁਤਬਾ ਵੀ ਮਿਲਿਆ, ਮਿਲੀਟੈਂਟ ਦਾ ਵੀ ਰੁਤਬਾ ਮਿਲਿਆ, ਹੈ ਨਾ, ਤੇ ਬਹੁਤ ਕੁਝ ਮਿਲਿਆ, ਬਹੁਤ ਕੁਝ ਚੱਲਿਆ ਸੀ। ਸ਼ਾਇਦ ਗੁਰੂ ਸਾਹਿਬ ਹੁਣ ਮੇਰੇ ਖਿਆਲ ਗੁਰੂ ਸਾਹਿਬ ਅੱਗੇ ਅਰਦਾਸ ਜੋੜੀ ਹੈ, ਗੁਰੂ ਸਾਹਿਬ ਹੁਣ ਇੱਕ ਸੈੱਟ ਬਾ ਦਿਓ, ਉਹ ਸੈੱਟ ਸਾਰੇ ਫੈਸਲੇ ਕਰ ਦੂਗੀ। ਭਾਈ ਕਰਮਜੀਤ ਸਿੰਘ ਸਿੱਖਾਂ ਵਾਲਾ ਜਿਹੜੇ ਬਹੁਤ ਕੁਝ ਕਹਿ ਗਏ, ਬਹੁਤ ਕੁਝ ਸਮਝਾ ਗਏ, ਲੋੜ ਹੈ ਅਮਲ ਕਰਨ ਦੀ। ਸੁਣ ਕੇ ਵੇਖ ਕੇ ਜ਼ਰੂਰਤ ਹੈ ਅਮਲ ਕਰਨ ਦੀ ਸਾਰਿਆਂ ਨੂੰ ਹੀ। ਔਰ ਅਗਰ ਇਹਨਾਂ ਦੀਆਂ ਗੱਲਾਂ ਦੇ ਉੱਪਰ ਅਮਲ ਹੁੰਦਾ ਹੈ ਔਰ ਸਾਡੇ ਜਿਹੜੇ ਤਖਤਾਂ ਦੇ ਜਥੇਦਾਰ ਨੇ, ਅਗਰ ਉਹਨਾਂ ਦੀ ਸੋਚ ਇੱਕ ਹੋ ਜਾਵੇ, ਪੰਥ ਪ੍ਰਤੀ ਬਿਲਕੁਲ ਉਹਨਾਂ ਦੀ ਜਿਹੜੀ ਭਾਵਨਾ ਹੈ ਸੁਹਿਰਦ ਹੋ ਜਾਵੇ, ਸਰਕਾਰ ਔਰ ਜਾਂ ਕਿਸੇ ਹੋਰ ਦਬਾਅ ਹੇਠੋਂ ਨਾ ਆਉਣ ਔਰ ਸਰਕਾਰਾਂ ਦੇ ਨਾਲ ਜਿਹੜੀ ਹੈ ਗੰਢ ਤੁੱਪ ਜਿਹੜੀ ਉਹਨਾਂ ਦੀ ਅੰਦਰ ਖਾਤੇ ਜਿਹੜੀ ਹੁੰਦੀ ਆਈ ਹੈ, ਜਿਹੜੀ ਅਖਬਾਰਾਂ ਵਿੱਚ ਵੀ ਜਗ ਜ਼ਾਹਰ ਹੋ ਰਹੀ ਹੈ, ਭਾਵੇਂ ਉਹ ਸੌਦਾ ਸਾਧ ਦੀ ਮਾਫੀ ਦੀ ਗੱਲ ਸੀ ਜਾਂ ਹੋਰ ਸੀ, ਬਹੁਤ ਕੁਝ ਐਸਾ ਸਾਹਮਣੇ ਆਇਆ ਹੈ। ਅਗਰ ਸੋਚ ਜਿਹੜੀ ਹੈ ਪੰਥਕ ਹੋ ਜਾਵੇ, ਪੰਥਕ ਆਗੂਆਂ ਦੀ, ਇਹਨਾਂ ਜਥੇਦਾਰਾਂ ਦੀ, ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਕੌਮੀ ਘਰ ਜਿਹੜਾ ਹੈ ਉਹ ਬਣ ਜਾਵੇਗਾ ਤੇ ਜ਼ਰੂਰ ਬਣੇਗਾ। ਇਹੀ ਕਹਿਣਾ ਹੈ ਭਾਈ ਕਰਮਜੀਤ ਸਿੰਘ ਸਿੱਖਾਂ ਵਾਲਾ ਦਾ। ਸੋ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਗੁਰਬਾਣੀ ਅਖੰਡ ਬਾਣੀ ਨੂੰ ਸਮਾਂ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮੇਰੀ ਸੰਗਤ ਅੱਗੇ ਗੁਜ਼ਾਰਿਸ਼ ਹੈ, ਬੇਨਤੀ ਹੈ ਜੀ ਜ਼ਰੂਰ। ਪਰ ਗੱਲਾਂ ਬਾਤਾਂ 'ਚ ਕਿ ਮੈਂ ਨਮਾਣੇ ਤੋਂ ਕੁਝ ਗਲਤ ਬੋਲਿਆ ਹੋਵੇ ਮਾਫੀ ਚਾਹੁੰਦਾ। ਅਤੇ ਦੂਸਰੀ ਗੱਲ, ਮੈਂ ਕਦੇ ਵੀ ਕੋਈ ਗੱਲ ਕਰਦਾ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਕਰਦਾ, ਅਤੇ ਜੇ ਕਿਸੇ ਕੋਈ ਗਲਤ ਬੋਲਿਆ ਹੋਵੇ ਖਿਮਾ ਕਰਨਾ। ਅੱਗੇ ਤੋਂ ਸੰਗਤ ਅੱਗੇ ਜ਼ਰੂਰੀ ਹੈ, ਦਾਸ ਰਮਾਲੇ ਸਿਰ 'ਤੇ ਹੱਥ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।